ਸਤਿ ਸ਼੍ਰੀ ਅਕਾਲ। PTN 24 ਤੇ GTN ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਚਮਕੌਰ ਸਿੰਘ ਮਾਛੀਕੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਪੱਖ ਦੇ ਮੁੱਦੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੱਖ ਦੇ ਮੁੱਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਹੋਰੀ ਫੋਨ ਕਾਲ ਦੇ ਰਾਹੀਂ ਜੁੜੇ ਹੁੰਦੇ ਨੇ ਔਰ ਅਸੀਂ ਗੱਲਬਾਤ ਕਰਦੇ ਹਾਂ ਭਾਰਤ ਦੀਆਂ, ਪੰਜਾਬ ਦੀਆਂ ਤੇ ਪੂਰੀ ਦੇਸ਼ ਦੁਨੀਆ ਦੀਆਂ ਅਹਿਮ ਸੁਰਖੀਆਂ ਦੇ ਉੱਪਰ। ਤੁਹਾਡੀ ਵੀ ਸ਼ਮੂਲੀਅਤ ਹਮੇਸ਼ਾ ਦੀ ਤਰ੍ਹਾਂ ਹੀ ਹੁੰਦੀ ਹੈ। ਫੋਨ ਤੁਹਾਡੇ ਆਉਂਦੇ ਨੇ, ਜਿਹੜੇ ਸਕਰੀਨ ਦੇ ਉੱਪਰ ਨੰਬਰ ਆ ਰਹੇ ਨੇ ਉਹਨਾਂ ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਟਾਈਮ ਸਟੂਡੀਓ ਦੇ ਵਿੱਚ। ਤੁਹਾਡਾ ਕੋਈ ਆਪਣਾ ਕਮੈਂਟ ਹੋਵੇ, ਅੱਜ ਦੀਆਂ ਖਬਰਾਂ ਦੇ ਸੰਬੰਧ 'ਚ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਕੋਈ ਇਨਪੁਟ ਪਾਉਣੀ ਚਾਹੁੰਦੇ ਹੋਵੋ ਤਾਂ ਤੁਸੀਂ ਕਿਸੇ ਵੀ ਟਾਈਮ ਇਹਨਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਸ ਵਾਰ ਸਾਡੀ ਲਾਈਨ ਢਿੱਲੋਂ ਸਾਹਿਬ ਦੇ ਨਾਲ ਜੁੜ ਚੁੱਕੀ ਹੈ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਅੱਜ ਦੀਆਂ ਜਿਹੜੀਆਂ ਅਹਿਮ ਸੁਰਖੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੱਖ ਦੇ ਮੁੱਦੇ ਦੇ ਵਿੱਚ। ਸ਼ੁਕਰੀਆ ਜੀ, ਮਿਹਰਬਾਨੀ। ਸਾਡੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਇਲੈਕਸ਼ਨ ਬਿਲਕੁਲ ਸਿਰ ਦੇ ਉੱਪਰ ਨੇ। ਇਸ ਟਾਈਮ ਚੋਣ ਕਮਿਸ਼ਨ ਸਖਤ ਨਜ਼ਰ ਰੱਖ ਰਿਹਾ ਪਾਰਟੀਆਂ ਦੇ ਉੱਪਰ ਵੀ, ਨਾਲ ਦੀ ਨਾਲ ਅਫਸਰਸ਼ਾਹੀ ਦੇ ਉੱਪਰ ਵੀ। ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਇਲੈਕਸ਼ਨ ਹੁੰਦੀਆਂ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹਨਾਂ ਵੱਲੋਂ ਕੁਝ ਕੁ ਅਫੀਸਰ ਜਿਹੜੇ ਆ ਉਹ ਆਪਣੇ ਹਮਾਇਤੀ, ਆਪਣੀ ਪਾਰਟੀ ਦੇ ਜਾਂ ਜਿਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਹੁੰਦੀਆਂ, ਜਿਨ੍ਹਾਂ ਨੂੰ ਜਿਵੇਂ ਕਹਿੰਦੇ ਕਿ ਮਲਾਈ ਵਾਲੇ ਅਹੁਦੇ ਦਿੱਤੇ ਹੁੰਦੇ ਆ, ਉਹਨਾਂ ਤੋਂ ਫਿਰ ਉਹ ਜਾਇਜ਼ ਨਜਾਇਜ਼ ਜਿਹੜੇ ਕੰਮ ਕਰਵਾਏ ਜਾਂਦੇ ਨੇ ਇਲੈਕਸ਼ਨ ਦੇ ਵਿੱਚ। ਇਸ ਵਕਤ ਚੋਣ ਕਮਿਸ਼ਨ ਵੀ ਦੱਸਦੇ ਕਹਿੰਦੇ ਪੰਜਾਬ ਦੇ ਵਿੱਚ ਹੈ ਤੇ ਉਹਨਾਂ ਨੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਆ ਵੀ ਜਿਹੜਾ ਅਫਸਰ ਨਿਰਪੱਖਤਾ ਦੇ ਨਾਲ ਕੰਮ ਨਹੀਂ ਕਰੇਗਾ ਤਾਂ ਉਹਨਾਂ ਦੀ ਬਦਲੀ ਤੈਅ ਹੈ, ਉਹਨਾਂ ਦੀ ਬਦਲੀ ਕਰ ਦਿੱਤੀ ਜਾਵੇਗੀ। ਕੀ ਆ ਪੂਰੀ ਖਬਰ? ਕਿੱਥੋਂ ਚੋਣ ਕਮਿਸ਼ਨ ਦਾ ਕਿੱਥੋਂ ਬਿਆਨ ਆਇਆ ਹੈ? ਦੇਖੋ ਚਮਕੌਰ ਜੀ, ਜਦੋਂ ਅਸੀਂ ਪੰਜਾਬ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਮਾਹੌਲ ਇਸ ਵੇਲੇ ਗਰਮੀ ਫੜਦਾ ਜਾ ਰਿਹਾ ਹੈ। ਇੱਕ ਪਾਸੇ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਉਹਨਾਂ ਦੀਆਂ ਮੀਟਿੰਗਾਂ ਦਾ ਦੌਰਾ ਜਾਰੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਅੱਜ ਮੀਟਿੰਗ ਹੋ ਰਹੀ ਹੈ ਦਿੱਲੀ ਦੇ ਵਿੱਚ। ਉਹਨਾਂ ਨੇ ਆਪਣੀਆਂ ਸੀਟਾਂ ਦੀ ਵੰਡ ਵੰਡਾਰਾ ਕਰਨਾ ਹੈ ਔਰ ਢੀਂਡਸਾ ਗਰੁੱਪ ਨਾਲ ਆਉਂਦਾ ਕਿ ਕਿਵੇਂ ਹੈ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਤੀਜੇ ਪਾਸੇ ਦੇਖੀ ਤਾਂ ਪਿਛਲੇ 2 ਦਿਨਾਂ ਤੋਂ ਕੇਜਰੀਵਾਲ ਸਾਹਿਬ ਵੀ ਪੰਜਾਬ ਦੇ ਦੌਰੇ ਉੱਤੇ ਆਏ ਹੋਏ ਸੀ। ਇੱਕ ਦਿਨ ਪਹਿਲਾਂ ਉਹਨਾਂ ਨੇ ਦੌਰਾ ਕੀਤਾ ਸੀ ਜਲੰਧਰ ਦਾ ਤੇ ਜਲੰਧਰ ਦੇ ਲੋਕਾਂ ਦੇ ਨਾਲ ਵੀ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਇੰਟਰਨੈਸ਼ਨਲ ਜਿਹੜੀ ਹੈਗੀ ਹੈ ਏਅਰਪੋਰਟ ਬਣਾਵਾਂਗੇ ਜਲੰਧਰ ਦੇ ਵਿੱਚ, ਤੇ ਨਾਲ ਇਹ ਗੱਲ ਕਿਹਾ ਸੀ ਕਿ ਸਪੋਰਟਸ ਯੂਨੀਵਰਸਿਟੀ ਵੀ ਜਲੰਧਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ। ਕੱਲ ਉਹ ਆ ਗਏ ਸੀ ਸਾਡੇ ਗੁਆਂਢ ਦੇ ਵਿੱਚ ਹੀ, ਬਠਿੰਡਾ ਪਾਰਲੀਮਾਨੀ ਹਲਕੇ ਦਾ ਹਿੱਸਾ ਹੈ ਲੰਬੀ ਹਲਕਾ, ਤੇ ਲੰਬੀ ਹਲਕੇ ਦੇ ਵਿੱਚ ਉਹਨਾਂ ਨੇ ਕੱਲ ਆ ਕੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸੁਪੁੱਤਰ, ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਸੀ, ਪ੍ਰਧਾਨ ਹੁੰਦੇ ਸੀ, ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜ ਰਹੇ ਹੈ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਜਦੋਂ ਮੈਂ ਜ਼ਿਕਰ ਕਰਦਾ ਤਾਂ ਫਿਰ ਸਾਨੂੰ 1999 ਵਾਲਾ ਵਰ੍ਹਾ ਯਾਦ ਆਉਂਦਾ ਹੈ। 1999 ਦੇ ਵਿੱਚ ਜਦੋਂ ਕੋਈ ਲੀਡਰ ਕਿਸੇ ਜੇਲ੍ਹ 'ਚ ਪਿਆ ਸੀ, ਕੋਈ ਕਿਸੇ ਜੇਲ੍ਹ ਦੇ ਵਿੱਚ ਪਿਆ ਸੀ, ਹਾਲਾਤ ਬੜੇ ਮਾੜੇ ਸੀ। ਉਦੋਂ ਇੱਥੇ ਚੋਣਾਂ ਹੋਈਆਂ ਸੀ ਤੇ ਉਹਨਾਂ ਚੋਣਾਂ ਦੇ ਨਤੀਜੇ ਬੜੇ ਹੈਰਾਨੀਜਨਕ ਆਏ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਤਰਨਤਾਰਨ ਤੋਂ ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਧਿਆਨ ਸੋ ਮੰਡ ਫਿਰੋਜ਼ਪੁਰ ਤੋਂ ਜਿੱਤ ਗਏ ਸੀ। ਅਤਿੰਦਰਪਾਲ ਸਿੰਘ ਜਿੱਤ ਗਏ ਸੀਗੇ ਪਟਿਆਲੇ ਤੋਂ। ਸੰਗਰੂਰ ਤੋਂ ਜਿੱਤ ਗਏ ਸੀ ਸਰਦਾਰ ਖਾਲਸਾ ਜੀ, ਔਰ ਫਰੀਦਕੋਟ ਤੋਂ ਜਿੱਤੇ ਸੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਲਗਭਗ 1.5 ਲੱਖ ਵੋਟਾਂ ਦੇ ਫਰਕ ਦੇ ਨਾਲ। ਔਰ ਜਦੋਂ ਫਰੀਦਕੋਟ ਦਾ ਮੈਂ ਜ਼ਿਕਰ ਕਰ ਦਿੰਦਾ, ਫਰੀਦਕੋਟ 2 ਵੱਡੇ ਘਰਾਣਿਆਂ ਦਾ ਗੜ੍ਹ ਮੰਨਿਆ ਜਾਂਦਾ, ਬਾਦਲ ਪਰਿਵਾਰ ਦਾ ਤੇ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦਾ, ਉੱਥੋਂ ਜਿੱਤੇ ਸੀ। ਹੁਣ ਉਹਨਾਂ ਦੇ ਬੇਟੇ ਦੀ ਚੋਣ ਮੁਹਿੰਮ ਨੂੰ ਉਹਨਾਂ ਨੇ ਆ ਕੇ ਕੱਲ ਹੁੰਗਾਰਾ ਦਿੱਤਾ ਹੈ। ਸ਼ੁਰੂ ਹੋਈ ਹੈ ਲੰਬੀ ਦੇ ਹਲਕਾ ਖੁੱਡੀਆਂ ਪਿੰਡ ਵਿੱਚ ਕਾਫੀ ਵੱਡੀ ਰੈਲੀ ਸੀ। ਇਹ ਸਾਰਾ ਕੁਝ ਚੱਲਦਾ ਹੈ। ਇਹਦੇ ਨਾਲ ਅਸੀਂ ਦੇਖੀਏ ਤਾਂ ਚੋਣ ਕਮਿਸ਼ਨ ਆਫ ਇੰਡੀਆ, ਉਹਦੇ ਜਿਹੜੇ ਵੱਡੇ ਅਫਸਰ ਸਾਹਿਬਾਨ ਹੈ ਜਾਂ ਚੋਣ ਕਮਿਸ਼ਨਰ ਹੈ ਸੁਸ਼ੀਲ ਚੰਦਰਾ ਜੀ, ਉਹ ਆਪਣੀ ਟੀਮ ਦੇ ਨਾਲ ਚੰਡੀਗੜ੍ਹ ਆਏ ਹੋਏ ਹੈ। ਕੱਲ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕੀਤੀਆਂ ਕਾਫੀ ਸਾਰੀਆਂ ਤੇ ਫਿਰ ਪ੍ਰੈਸ ਨੂੰ ਐਡਰੈਸ ਕੀਤਾ। ਪ੍ਰੈਸ ਨੂੰ ਐਡਰੈਸ ਕਰਦਿਆਂ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਕਿ ਮੈਂ 4 ਘੰਟਿਆਂ ਦੀ ਮੀਟਿੰਗ ਕੀਤੀ ਹੈ
ਤੇ 4 ਘੰਟਿਆਂ ਦੀ ਮੀਟਿੰਗ ਦੇ ਵਿੱਚ ਮੈਂ ਦੇਖ ਲਿਆ ਵੀ ਕੌਣ ਕਿੰਨੇ ਕੁ ਪਾਣੀ 'ਚ ਹੈ। ਇਹ ਮੀਟਿੰਗ ਜਿਹੜੀ ਸੀ ਉਹ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੀ ਤੇ ਸਾਰੇ SSPਆਂ ਦੀ ਮੀਟਿੰਗ ਸੀ। ਉਹਨਾਂ ਨੇ ਕਿਹਾ ਕਿ ਚੋਣਾਂ ਚਾਹੀਦੀਆਂ ਨਿਰਪੱਖਤਾ ਦੇ ਨਾਲ ਜਿਹੜਾ ਬੰਦਾ ਚੋਣਾਂ ਦੇ ਵਿੱਚ ਆਪਣੀ ਡਿਊਟੀ ਨਾ ਨਿਭਾਊਗਾ ਜਾਂ ਜਿਹੜਾ ਵੀ ਅਫਸਰ ਕੋਈ ਮਾੜੀ ਮੋਟੀ ਇਲ ਬਿਲ ਕਰੂਗਾ ਤੇ ਠੀਕ ਢੰਗ ਨਾਲ ਕੰਮ ਨਾ ਕਰੂਗਾ ਉਹਨੂੰ ਅਸੀਂ ਡਿਊਟੀ ਤੋਂ ਬਦਲ ਦਿਆਂਗੇ। ਡਿਊਟੀ ਤੋਂ ਬਦਲਣ ਦਾ ਭਾਵ ਇਹ ਹੁੰਦਾ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ ਉਦੋਂ ਪ੍ਰਸ਼ਾਸਨ ਦਾ ਟੋਟਲ ਕੰਟਰੋਲ ਹੈ ਜਿਹੜਾ ਚੋਣ ਕਮਿਸ਼ਨ ਕੋਲੇ ਚਲਾ ਜਾਂਦਾ। ਚੋਣ ਕਮਿਸ਼ਨ ਜਿਹਨੂੰ ਮਰਜ਼ੀ ਹੈ ਬਦਲ ਦੇਵੇ। ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਇੱਕ ਵਾਰੀ DGP ਵੀ ਬਦਲ ਦਿੱਤਾ ਸੀ ਭਾਰਤ ਦੇ ਚੋਣ ਕਮਿਸ਼ਨ ਨੇ। ਤੁਸੀਂ ਠੀਕ ਫਰਮਾਇਆ ਕਿ ਆਪਣੇ ਜਿਹੜੇ ਹੈਗੇ ਮਿਲ ਗਿਲ ਵਾਲੇ ਉਹਨਾਂ ਨੂੰ ਮਲਾਈਦਾਰ ਅਹੁਦੇ ਦਿੱਤੇ ਜਾਂਦੇ ਹੈ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਕੋਲੇ ਜਾ ਕੇ ਇੱਕ ਸ਼ਿਕਾਇਤ ਕੀਤੀ ਸੀ ਜਦੋਂ ਇੱਥੇ ਚੰਡੀਗੜ੍ਹ ਹੀ ਆਇਆ ਹੋਇਆ ਚੋਣ ਕਮਿਸ਼ਨ ਕਿ ਜਦੋਂ ਦੀ ਚੰਨੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਪੁਲਿਸ ਅਫਸਰਾਂ ਦੀਆਂ ਬਦਲੀਆਂ ਹੋ ਰਹੀਆਂ। ਕਦੇ ਕਿਸੇ ਨੂੰ DC ਲਾ ਦਿੰਦੇ ਆ, ਕਿਸੇ ਨੂੰ DCP ਲਾ ਦਿੰਦੇ ਆ, ਕਿਸੇ ਨੂੰ ਕਮਿਸ਼ਨਰ ਲਾ ਦਿੰਦੇ ਆ, ਕਿਸੇ ਨੂੰ SSP ਲਾ ਦਿੰਦੇ ਆ। ਇਹਦੀ ਪੜਤਾਲ ਹੋਣੀ ਚਾਹੀਦੀ ਹੈ ਜੀ। ਇਹਦੇ ਵਿੱਚ ਜਿਹੜੀਆਂ ਨਜਾਇਜ਼ ਬਦਲੀਆਂ ਹੋਈਆਂ ਉਹ ਰੱਦ ਕਰਨੀਆਂ ਚਾਹੀਦੀਆਂ। ਚੋਣ ਕਮਿਸ਼ਨ ਕੋਲੇ ਹਾਲਾਂਕਿ ਪਾਵਰਾਂ ਹੈ ਨਹੀਂ। ਤੇ ਪਿੱਛੇ ਆਪਾਂ ਨੂੰ ਇਹ ਵੀ ਯਾਦ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ। ਮੀਟਿੰਗ ਦੇ ਵਿੱਚੋਂ ਅਫਸਰਾਂ ਨੂੰ ਜਦੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ ਤੇ ਫਿਰ 2 ਵਜ਼ੀਰ ਆਪਸ ਵਿੱਚ ਖੈਬੜ ਪਏ ਸੀ। ਇੱਕ ਸੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਮੁੱਖ ਮੰਤਰੀ ਦੀ ਹੈ ਜਿਨ੍ਹਾਂ ਕੋਲੇ ਹੋਮ ਡਿਪਾਰਟਮੈਂਟ ਹੈ ਤੇ ਦੂਜੇ ਸੀਗੇ ਰਾਣਾ ਗੁਰਜੀਤ ਸਿੰਘ। ਉਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਇੱਕ ਵਜ਼ੀਰ ਨੇ ਦੱਸਿਆ ਕਿ ਇਹ ਗੱਲਾਂ ਹੋ ਰਹੀਆਂ ਕਿ SSP ਲਾਉਣ ਵਾਸਤੇ ਮੋਟੇ ਪੈਸੇ ਲਏ ਜਾ ਰਹੇ ਹੈ। ਉਹ ਕਹਿੰਦੇ ਤੈਨੂੰ ਕਿਹਨੇ ਦੱਸਿਆ? ਤੇ ਉਹਨੇ ਕਰ ਦਿੱਤੀ ਤ੍ਰਿਪਤ ਰਜਿੰਦਰ ਬਾਜਵਾ ਵੱਲ ਉਂਗਲ ਤੇ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਜੀ ਮੈਨੂੰ ਇਹ ਗੱਲ ਕਹੀ ਸੀਗੀ ਰਾਣਾ ਗੁਰਜੀਤ ਸਿੰਘ ਨੇ। ਤੇ ਰਾਣਾ ਗੁਰਜੀਤ ਸਿੰਘ ਨੇ ਫਿਰ ਕਿਹਾ ਹਾਂ ਲੋਕਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਕਿ ਛੋਟਿਆਂ ਜ਼ਿਲ੍ਹਿਆਂ ਦੇ SSP ਲੱਗਣ ਵਾਸਤੇ ਘੱਟ ਰਕਮ ਹੈ ਤੇ ਵੱਡੇ ਜ਼ਿਲ੍ਹਿਆਂ ਦੇ SSP ਲੱਗਣ ਵਾਸਤੇ ਵੱਧ ਰਕਮ ਦਿੱਤੀ ਜਾਂਦੀ ਹੈ। ਜਿਹੜੀ ਰਕਮ ਉਹਨੇ ਨਹੀਂ ਸੀ ਦਿੱਤੀ ਅਗਲੇ ਦਿਨ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਸੀ ਕਿ ਵੱਡੇ ਜ਼ਿਲ੍ਹਿਆਂ ਦਾ ਰੇਟ 5 ਕਰੋੜ ਹੈ SSP ਦਾ ਤੇ ਛੋਟੇ ਜ਼ਿਲ੍ਹਿਆਂ ਦਾ ਜਿਹੜਾ ਹੈਗਾ 2 ਤੋਂ ਲੈ ਕੇ 3 ਕਰੋੜ ਹੈ। ਇਹ ਸਾਰੀਆਂ ਗੱਲਾਂ ਚੱਲਦੀਆਂ ਸੀ। ਪ੍ਰੈਸ ਕਾਨਫਰੰਸ ਕਰ ਦਿੱਤੀ। ਕੱਲ ਇਲੈਕਸ਼ਨ ਕਮਿਸ਼ਨਰ ਨੇ ਕਹਿ ਦਿੱਤਾ ਕਿ ਸਾਨੂੰ ਪਤਾ ਕੀ ਹੋ ਰਿਹਾ ਸੀ, ਸਾਰਾ ਕੁਝ ਦੇਖ ਲਿਆ। ਇਹਦੇ ਨਾਲ ਹੀ ਮੈਂ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਵੀ ਸੂਚਨਾ ਦੇ ਦੇਵਾਂ ਕਿ ਰਾਤ ਪੰਜਾਬ ਦਾ ਜਿਹੜਾ ਐਕਟਿੰਗ DGP ਸੀ ਉਹਦੀ ਵੀ ਬਦਲੀ ਕਰ ਦਿੱਤੀ ਹੈ। ਚੋਣ ਕਮਿਸ਼ਨ ਦੇ ਅਫਸਰ ਹਾਲੇ ਚੰਡੀਗੜ੍ਹ 'ਚ ਬੈਠੇ ਹੈ, ਮੁੱਖ ਚੋਣ ਕਮਿਸ਼ਨਰ ਇੱਥੇ ਬੈਠੇ ਹੈ। ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਪੰਜਾਬ ਦੇ DGP ਸੀ ਔਰ ਉਹਨਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਾਇਆ ਹੋਇਆ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਇਹ DGP ਉਹ ਹੈ ਜਿਸ DGP ਨੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਬਹੁਤ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੀ ਉਦੋਂ 5 ਗਰਾਈ ਕਲਾਂ ਪਿੰਡ ਦੇ 2 ਬੰਦਿਆਂ ਨੂੰ ਚੁੱਕ ਕੇ 2 ਨੌਜਵਾਨਾਂ ਨੂੰ ਚੁੱਕ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਕੋਈ ਅੰਤਰਰਾਸ਼ਟਰੀ ਕੌਂਸਪੀਰੇਸੀ ਹੈ ਤੇ ਇਹਨਾਂ ਦੀ ਵਿੱਚ ਇਨਵੋਲਵਮੈਂਟ ਹੈ। ਉਹਨਾਂ ਨੂੰ ਟੌਰਚਰ ਵੀ ਕੀਤਾ ਸੀ ਤੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਉਹਦੇ ਵਿੱਚ ਇਹ ਦਾਅਵਾ ਕੀਤਾ ਸੀ ਜੀ ਇਹਨਾਂ ਲੋਕਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਚੱਲਿਆ, ਜਾ ਕੇ ਮੱਥਾ ਟੇਕ ਕੇ ਆਉਣਾ ਨਾਢਾ ਸਾਹਿਬ ਗੁਰਦੁਆਰੇ ਦੇ ਵਿੱਚ। ਤੇ ਬਾਕੀ ਗੱਲਾਂ ਤੁਹਾਨੂੰ ਦੱਸ ਦੇਣਗੇ DGP ਸਾਹਿਬ, ADGP ਸਾਹਿਬ ਉਦੋਂ ADGP ਹੁੰਦੇ ਸੀ ਸਹੋਤਾ ਸਾਹਿਬ ਤੇ ਸਹੋਤਾ ਸਾਹਿਬ ਹੀ ਉਸ SIT ਦੇ ਮੁਖੀ ਸੀ ਜਿਹੜੀ ਪਹਿਲੀ SIT ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਸੀ। ਨਵਜੋਤ ਸਿੰਘ ਸਿੱਧੂ ਵਾਰ-ਵਾਰ ਇਸ ਗੱਲ ਉੱਤੇ ਜ਼ੋਰ ਪਾ ਰਹੇ ਸੀ ਕਿ ਜਿਹੜਾ ਬੰਦਾ ਬਾਦਲ ਵਾਲਿਆਂ ਨੂੰ ਕਲੀਨ ਚਿੱਟ ਦੇ ਰਿਹਾ ਹੈ, ਜਿਹੜਾ ਬੰਦਾ ਬੇਗੁਨਾਹਾਂ ਨੂੰ ਫੜ ਕੇ ਅੰਦਰ ਦੇ ਰਿਹਾ ਹੈ, ਜੇ ਤੁਸੀਂ ਉਹਨੂੰ DGP ਲਾਉਣੇ ਹੋ ਤਾਂ ਫਿਰ ਸਾਨੂੰ ਇਨਸਾਫ ਕਿੱਥੋਂ ਮਿਲੂਗਾ? ਇਹ ਬੰਦਾ ਬਦਲਣਾ ਚਾਹੀਦਾ। ਨਾਲ ਹੀ ਐਡਵੋਕੇਟ ਜਨਰਲ ਦੇ ਉੱਤੇ ਵੀ ਉਹਨੇ ਉਂਗਲ ਚੁੱਕੀ ਸੀ ਕਿ APS ਦਿਓਲ ਉਹ ਐਡਵੋਕੇਟ ਜਨਰਲ ਹੈ ਜਿਹਨੇ ਸੁਮੈਦ ਸੈਣੀ ਨੂੰ ਇੱਕ ਜ਼ਮਾਨਤ ਦਵਾ ਦਿੱਤੀ ਸੀਗੀ ਜਿਹਨੂੰ ਆਪਾਂ ਐਂਟੀਸਪੇਟਰੀ ਬੇਲ ਕਹਿ ਦਿੰਦੇ ਹਾਂ, ਪਰਮਾਨੈਂਟ ਐਂਟੀਸਪੇਟਰੀ ਬੇਲ ਦਵਾਤੀ ਕਿ 2022 ਦੀਆਂ ਚੋਣਾਂ ਜਿੰਨੀ ਦੇਰ ਮੁਕੰਮਲ ਨਹੀਂ ਹੁੰਦੀਆਂ ਉਨੀ ਦੇਰ ਤੱਕ ਜਿਹੜਾ ਹੈਗਾ ਸੁਮੈਦ ਸੈਣੀ ਦੀ ਕੋਈ ਗ੍ਰਿਫਤਾਰੀ ਨਹੀਂ ਹੋਣੀ, ਉਹਦੇ ਖਿਲਾਫ ਕੋਈ ਕੇਸ ਨਹੀਂ ਚੱਲ ਸਕਣਾ। ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਜਿਹੜੇ ਪ੍ਰਾਈਮ ਪੋਸਟਾਂ ਤੇ ਹੋਣਗੇ ਤਾਂ ਇਨਸਾਫ ਕਿਵੇਂ ਮਿਲੂਗਾ? ਭਾਵੇਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਨੂੰ ਮੰਨਦਿਆਂ ਪਿਛਲੇ ਦਿਨਾਂ 'ਚ ਚੰਨੀ ਸਰਕਾਰ ਨੇ ਐਡਵੋਕੇਟ ਜਨਰਲ ਦਾ ਅਸਤੀਫਾ ਲੈ ਕੇ ਨਵਾਂ ਐਡਵੋਕੇਟ ਜਨਰਲ ਜਿਹਨੂੰ ਉਹ ਚਾਹੁੰਦੇ ਸੀ DS ਪਟਵਾਲੀਆ ਨੂੰ ਲਾ ਦਿੱਤਾ, ਪਰ DGP ਅਜੇ ਪੁਰਾਣਾ ਹੀ ਹੁੰਦਾ ਸੀ। ਤੇ ਕੱਲ ਰਾਤ DGP ਹੈ ਜਿਹੜਾ ਬੀਤੀ ਰਾਤ ਉਹ ਬਦਲ ਦਿੱਤਾ ਹੈ, ਉਹਨੂੰ ਬਦਲ ਕੇ S ਚਟੋਪਾਧਿਆਏ ਨੂੰ ਲਾ ਦਿੱਤਾ ਜਿਹਨੂੰ ਉਹ ਲਾਉਣਾ ਚਾਹੁੰਦੇ ਸੀ। ਇੱਥੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਅਗਲੇ ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ
ਮੀਟਿੰਗ ਹੋਣੀ ਹੈ, ਸ਼ਾਇਦ 21 ਤਾਰੀਖ ਨੂੰ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ, ਜਿਹਦੇ ਵਿੱਚ ਇਹ ਫੈਸਲਾ ਕਰਨਾ ਹੈ ਕਿ ਪੰਜਾਬ ਦਾ ਡੀਜੀਪੀ ਕਿਹਨੂੰ ਲਾਇਆ ਜਾਵੇ। ਔਰ ਉਹ ਡੀਜੀਪੀ ਲਾਉਣ ਵਾਸਤੇ 10 ਬੰਦਿਆਂ ਦੀ ਲਿਸਟ ਜਿਹੜੀ ਹੈ ਪੰਜਾਬ ਦੀ ਸਰਕਾਰ ਨੇ ਭੇਜੀ ਹੋਈ ਹੈ। ਉਹਦੇ ਵਿੱਚੋਂ 3 ਬੰਦਿਆਂ ਨੂੰ ਸ਼ਾਰਟ ਲਿਸਟ ਕਰਨਾ ਹੈ ਤੇ 3 ਦਾ ਪੈਨਲ ਪੰਜਾਬ ਸਰਕਾਰ ਕੋਲੇ ਆਉਣਾ ਤੇ ਉਹਨਾਂ ਦੇ ਵਿੱਚੋਂ ਇੱਕ ਚੁਣਿਆ ਜਾਣਾ ਹੈ। ਕੱਲ ਇਹ ਖਬਰ ਆ ਗਈ ਸੀ ਕਿ ਇਕਬਾਲਪ੍ਰੀਤ ਸਿੰਘ ਸਹੋਤਾ ਦਾ ਨਾਂ ਵੀ ਉਹਨਾਂ 10 ਬੰਦਿਆਂ 'ਚ ਗਿਆ ਵਾ ਤੇ ਸਹੋਤਾ ਸਾਹਿਬ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਐਕਟਿੰਗ ਡੀਜੀਪੀ ਹੈ। ਹੁਣ ਜਿਹੜੀ ਇਹ ਚਟੋਪਾਧਿਆਏ ਸਾਹਿਬ ਨੂੰ ਲਾਇਆ, ਇਹ ਕਾਹਦੇ ਵਾਸਤੇ ਲਾਇਆ ਤਾਂ ਸਮਝ ਨਹੀਂ ਪੈਂਦੀ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਲਾਇਆ, ਨਵਜੋਤ ਸਿੰਘ ਸਿੱਧੂ ਦੇ ਦਬਾਅ ਕਾਰਨ ਲਾਇਆ, ਜਾਂ ਇਹ ਯਕੀਨੀ ਬਣਾਉਣ ਵਾਸਤੇ ਲਾਇਆ ਕਿ ਮਿਸਟਰ ਇਕਬਾਲਪ੍ਰੀਤ ਸਿੰਘ ਸਹੋਤਾ ਡੀਜੀਪੀ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਣ। ਹਾਲਾਂਕਿ ਡੀਜੀਪੀ ਉਹ ਹੈ ਨਹੀਂ, ਡੀਜੀਪੀ ਹੁਣ ਸਹੋਤਾ ਆਪਣੇ ਚਟੋਪਾਧਿਆਏ ਸਾਹਿਬ ਵੀ ਹੈ ਨਹੀਂ। ਇੱਕ ਬੜੀ ਗੁੰਝਲ ਜਿਹੀ ਪਈ ਹੋਈ ਹੈ, ਇਹਦੇ ਵਿੱਚ ਕੀ ਹੁੰਦਾ ਇਹ ਆਪਾਂ ਅਗਲੇ ਦਿਨਾਂ ਦੇ ਵਿੱਚ ਦੇਖਾਂਗੇ। ਪਰ ਜਿਵੇਂ ਕਿ ਗੱਲ ਕਹੀ ਹੈ ਇਲੈਕਸ਼ਨ ਕਮਿਸ਼ਨ ਨੇ ਕਿ ਪਾਣੀ ਕਿੰਨੇ ਕੁ ਹੈ, ਕੌਣ ਅਫਸਰ, ਤੇ ਅਸੀਂ ਇਹ ਦੇਖ ਲਿਆ ਔਰ 4 ਘੰਟਿਆਂ ਦੀ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਹੋ ਗਿਆ ਤਾਂ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਅਫਸਰਾਂ ਦੀਆਂ ਬਦਲੀਆਂ ਹੋਈਆਂ, ਇਹ ਇੱਕ ਮੁੱਦਾ ਬਣਨਾ ਹੈ ਔਰ ਇਹਦੇ ਤੇ ਵੀ ਅਗਲੀਆਂ ਚੋਣਾਂ ਦੇ ਵਿੱਚ ਕਾਫੀ ਕੁਝ ਹੋਣਾ ਹੈ। ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਆਪਾਂ ਨਿਰਪੱਖ ਭਾਵੇਂ ਜਿੰਨਾ ਮਰਜ਼ੀ ਹੈ ਕਹਿ ਲਈਏ, ਪਰ ਇਹ ਹਕੀਕਤ ਹੈ ਕਿ ਜਿਹੜੀ ਪਾਰਟੀ ਦਾ ਕੇਂਦਰ ਦੇ ਵਿੱਚ ਰਾਜ ਭਾਗ ਹੁੰਦਾ ਇਲੈਕਸ਼ਨ ਕਮਿਸ਼ਨ ਅਕਸਰ ਉਹਦੇ ਮੁਤਾਬਕ ਹੀ ਤੁਰਦਾ ਹੈ। ਔਰ ਕੇਜਰੀਵਾਲ ਆਪਣੇ ਤੁਹਾਡੇ ਨਰਿੰਦਰ ਮੋਦੀ ਸਾਹਿਬ ਬਾਰੇ ਤਾਂ ਇਹ ਮਸ਼ਹੂਰ ਹੈ ਕਿ ਜਿੱਦਾਂ ਦੇ ਇਹ ਪਾਵਰ ਦੇ ਵਿੱਚ ਆਏ ਹੈ ਉਦੋਂ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਜਿਹੜੀ ਬੁਕਤ ਸੀ ਉਹ ਇਹਨਾਂ ਨੇ ਘਟਾ ਦਿੱਤੀ ਹੈ ਤੇ ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਮੁਤਾਬਕ ਚਲਾਉਂਦੇ ਹੈ। ਇਲੈਕਸ਼ਨ ਕਮਿਸ਼ਨ ਵੀ ਉਹ ਤੋਂ ਲਾਭੇ ਨਹੀਂ। ਸੋ ਇਲੈਕਸ਼ਨ ਕਮਿਸ਼ਨ ਨੇ ਇੱਕ ਕਿਸਮ ਦੀ ਮਿੱਠੀ ਜਿਹੀ ਝਾੜਤਾ ਪਾ ਦਿੱਤੀ ਹੈ ਪੰਜਾਬ ਦੇ ਅਫਸਰਾਂ ਨੂੰ। ਹੁਣ ਦੇਖਣਾ ਹੈ ਕਿ ਪੰਜਾਬ ਦੇ ਅਫਸਰ ਆਪਣੇ ਰਾਜਨੀਤਿਕ ਬੌਸ ਹੈ ਜਿਹੜੇ, ਉਹਨਾਂ ਦੇ ਰਾਜਨੀਤਿਕ ਜਿਹੜੇ ਪ੍ਰਭੂ ਹੈ ਉਹਨਾਂ ਨੂੰ ਤਰਜੀਹ ਦਿੰਦੇ ਆ, ਆਪਣੀ ਡਿਊਟੀ ਨੂੰ ਤਰਜੀਹ ਦਿੰਦੇ ਆ, ਸੰਵਿਧਾਨ ਦੀ ਜਿਹੜੀ ਉਹਨਾਂ ਨੇ ਕਸਮ ਲਈ ਹੈ ਉਹਨੂੰ ਤਰਜੀਹ ਦਿੰਦੇ ਆ, ਜਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੰਨਦੇ ਆ। ਇਹ ਉਹਦੇ ਤੇ ਨਿਰਭਰ ਹੈ ਤੇ ਅੱਗੇ ਇਲੈਕਸ਼ਨ ਕਮਿਸ਼ਨ ਕੀ ਕਰੂਗਾ ਇਹ ਵੀ ਹੈ। ਤੇ ਵੇਖਣ ਵਾਲੀ ਗੱਲ ਕਿ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਮੇਰੇ ਖਿਆਲ ਮੁਤਾਬਕ ਹੈ, ਜਿਵੇਂ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ, ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਕਰ ਲਿਆ। ਇਹ ਤਾਂ ਵੋਟਰ ਭਗਵਾਨ ਤੇ ਨਿਰਭਰ ਹੈ ਕਿ ਵੋਟਰ ਭਗਵਾਨ ਉਹਨਾਂ ਦੀ ਸਰਕਾਰ ਬਣਾਉਂਦਾ ਕਿ ਨਹੀਂ ਬਣਾਉਂਦਾ। ਪਰ ਐਤਕੀ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਕ ਸੰਦ ਦੇ ਤੌਰ ਤੇ ਇਸਤੇਮਾਲ ਕਰੂਗੀ ਭਾਰਤੀ ਜਨਤਾ ਪਾਰਟੀ। ਇਹਨਾਂ ਹਾਲਾਤਾਂ ਦੇ ਵਿੱਚ ਇੱਕ ਬੜਾ ਵੱਡਾ ਇਮਤਿਹਾਨ ਹੈ ਸਾਡੀ ਜਿਹੜੀ ਹੈਗੀ ਹੈ ਸਰਕਾਰੀ ਮਸ਼ੀਨਰੀ ਜਾਂ ਸਾਡੀ ਅਫਸਰਸ਼ਾਹੀ, ਖਾਸ ਕਰਕੇ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੈ, ਜਿਹੜੇ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰ ਹੈ, ਜਾਂ ਜ਼ਿਲ੍ਹਿਆਂ ਦੇ ਐਸਐਸਪੀਜ਼ ਹੈ। ਜੀ ਢਿੱਲੋਂ ਸਾਹਿਬ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਵੀ ਆਮ ਗੱਲਾਂ ਚੱਲਦੀਆਂ ਸੀ ਕਿ ਜਿਸ ਢੰਗ ਦੇ ਨਾਲ ਕਿਸਾਨ ਇਕੱਠੇ ਹੋ ਕੇ ਕਿਸਾਨ ਯੂਨੀਅਨਾਂ ਇੱਕ ਮੋਰਚਾ ਬਣਾ ਕੇ ਲੜ ਰਹੀਆਂ ਨੇ, ਏਕੇ ਦੇ ਨਾਲ ਲੜ ਰਹੀਆਂ ਨੇ, ਕਿਉਂ ਨਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਪਛਾੜ ਕੇ ਇੱਕ ਕਿਸਾਨਾਂ ਦੀ ਵੀ ਰਾਜਨੀਤਿਕ ਪਾਰਟੀ ਬਣਾਈ ਜਾਵੇ। ਆਮ ਇਹ ਗੱਲਾਂ ਚੱਲਦੀਆਂ ਸੀਗੀਆਂ। ਕੁਝ ਕੁ ਲੋਕ ਇਹਦੇ ਨਾਲ ਸਹਿਮਤ ਵੀ ਸੀਗੇ ਤੇ ਕੁਝ ਕੁ ਅਸਹਿਮਤ ਵੀ ਸੀਗੇ। ਪਰ ਜਦੋਂ ਹੁਣ ਕਿਸਾਨ ਅੰਦੋਲਨ ਖਤਮ ਹੋ ਗਿਆ ਉਸ ਤੋਂ ਬਾਅਦ ਵੀ ਕਾਫੀ ਕਿਆਸਾਂ ਲਗਾਈਆਂ ਜਾ ਰਹੀਆਂ ਸੀ ਇਹ ਕਿ ਕੁਝ ਕੁ ਕਿਸਾਨ ਲੀਡਰ ਆ ਜਿਹੜੇ ਉਹਨਾਂ ਤੱਕ ਰਾਜਨੀਤਿਕ ਪਾਰਟੀਆਂ ਪਹੁੰਚ ਕਰ ਰਹੀਆਂ ਨੇ। ਜਿਵੇਂ ਕਿ ਆਪਾਂ ਰਾਜੇਵਾਲ ਸਾਹਿਬ ਦਾ ਜ਼ਿਕਰ ਕਰ ਲਈਏ, ਵੱਡਾ ਕੱਦ ਆ ਉਹਨਾਂ ਦਾ ਕਿਸਾਨ ਮੋਰਚੇ ਦੇ ਵਿੱਚ, ਕਾਫੀ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ। ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀਆਂ ਕੁਝ ਮੀਟਿੰਗਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਪਰ ਉਹਨਾਂ ਨੇ ਰਾਜੇਵਾਲ ਸਾਹਿਬ ਨੇ ਹਮੇਸ਼ਾ ਹੀ ਇਹ ਕਿਹਾ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਜਾਣਗੇ। ਹੁਣ ਜਦੋਂ ਕਿਸਾਨ ਅੰਦੋਲਨ ਸਮਾਪਤ ਹੋ ਗਿਆ, ਕਿਸਾਨ ਆਪਣੇ ਘਰੋਂ ਘਰੀ ਜਾ ਚੁੱਕੇ ਨੇ, ਤਾਂ ਉਸ ਤੋਂ ਬਾਅਦ ਕਾਫੀ ਆਪਾਂ ਦੇਖਿਆ ਦੂਸ਼ਣਬਾਜ਼ੀਆਂ ਵੀ, ਜਿਹੜੇ ਕਿਸਾਨ ਮੋਰਚੇ ਦੇ 32 ਕਿਸਾਨ ਜਥੇਬੰਦੀਆਂ ਸੀ ਉਹਨਾਂ ਦੇ ਵਿੱਚੋਂ ਕੁਝ ਕੁ ਇਹੋ ਜਿਹੀਆਂ ਜਥੇਬੰਦੀਆਂ ਸੀ ਜਿਨ੍ਹਾਂ ਦੀ ਆਪਸ ਵਿੱਚ ਬਿਲਕੁਲ ਵੀ ਬਣਦੀ ਨਹੀਂ ਸੀਗੀ, ਪਰ ਉੱਥੇ ਇਕੱਠੇ ਜ਼ਰੂਰ ਰਹੇ ਨੇ। ਪਰ ਹੁਣ ਉਹ ਇੱਕ ਦੂਜੇ 'ਤੇ ਤੋਹਮਤਾਂ ਲਾਉਣ ਲੱਗ ਗਏ ਨੇ। ਡੱਲੇਵਾਲ ਸਾਹਿਬ ਦੀ ਪਿਛਲੇ ਦਿਨ ਵੀਡੀਓ ਆਪਾਂ ਦੇਖੀ ਹੈਗੀ, ਰਾਜੇਵਾਲ ਸਾਹਿਬ ਜਵਾਬ ਦਿੰਦੇ ਸੀਗੇ ਉਹਨਾਂ ਨੂੰ, ਉਹ ਵੀ ਦੇਖਿਆ ਆਪਾਂ। ਰਕੇਸ਼ ਟਕੈਤ ਜੀ ਦਾ ਹੁਣ ਇੱਕ ਬਿਆਨ ਆਇਆ, ਉਹ ਕਹਿੰਦੇ ਵੀ ਜਿਹੜੇ ਪੰਜਾਬ ਦੇ ਸੰਗਠਨ ਨੇ ਉਹ ਇੱਕਮਤ ਨਹੀਂ ਹੈਗੇ। ਇੱਕਮਤ ਨਾ ਹੋਣ ਦੇ ਕਾਰਨ ਹੀ ਹੈ ਜਿਹੜੇ ਕਿਸਾਨ ਚੋਣ ਨਹੀਂ ਲੜਨਗੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਰਕੇਸ਼ ਟਕੈਤ ਦੇ ਇਸ ਬਿਆਨ ਨੂੰ? ਦੇਖੋ ਚਮਕੌਰ ਜੀ, ਪਹਿਲੀ ਗੱਲ ਤਾਂ ਮੇਰਾ ਇਹ ਮੰਨਣਾ ਹੈ ਕਿ ਇਹ ਅੰਦੋਲਨ ਅਜੇ ਖਤਮ ਨਹੀਂ ਹੋਇਆ। ਅੰਦੋਲਨ ਦੇ ਜਿਹੜੇ ਸੰਚਾਲਕ ਹੈ, ਜਿਹੜੇ ਅੰਦੋਲਨ ਨੂੰ ਚਲਾਉਣ ਵਾਲੇ ਹੈ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ,
ਉਹਨਾਂ ਨੇ ਵੀ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤੀ ਹੈ ਕਿ ਇਹ ਅੰਦੋਲਨ ਅਸੀਂ ਮੁਲਤਵੀ ਕੀਤਾ ਹੈ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਹਾਲੇ ਤੱਕ ਪੈਂਡਿੰਗ ਪਿਆ, ਜਿਸ ਮੁੱਦੇ ਨੂੰ ਲੈ ਕੇ ਕਿਸਾਨਾਂ ਦੀ ਲੜਾਈ ਬਹੁਤ ਪੁਰਾਣੀ ਚੱਲਦੀ ਆ ਰਹੀ ਸੀ। ਆਹ ਜਿਹੜੇ 3 ਕਾਨੂੰਨਾਂ ਵਾਲੀ ਗੱਲ ਹੈ, 3 ਕਾਨੂੰਨ ਤਾਂ ਖਾਹ ਮਖਾਤ ਲਿਆ ਕੇ ਲੋਕਾਂ ਦੇ ਉੱਤੇ ਲੱਦ ਦਿੱਤੇ ਸੀਗੇ ਨਰਿੰਦਰ ਮੋਦੀ ਨੇ, ਤੇ ਮੋਰਚਾ ਉਹਦੇ ਖਿਲਾਫ ਹੋ ਗਿਆ ਸੀ। ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਿਸਾਨਾਂ ਦਾ ਮੋਰਚਾ ਚੱਲਦਾ MSP ਦੇ ਉੱਤੇ। ਉਹਨਾਂ ਦੀ ਲੜਾਈ MSP ਦੇ ਉੱਤੇ ਹੈ ਕਿ ਸਾਨੂੰ ਘੱਟੋ ਘੱਟ ਜਿਹੜਾ ਖਰੀਦ ਮੁੱਲ ਉਹ ਦਿੱਤਾ ਜਾਵੇ, ਔਰ MSP ਵੀ ਕਿਹੋ ਜਿਹਾ ਹੋਵੇ। ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀ, ਡਾਕਟਰ ਸਵਾਮੀਨਾਥਨ ਕਮਿਸ਼ਨ, ਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ, ਉਹਨਾਂ ਸਿਫਾਰਿਸ਼ਾਂ ਦੇ ਮੁਤਾਬਕ ਇਹ ਹੈ ਕਿ ਜਿੰਨੀ ਲਾਗਤ ਆਉਂਦੀ ਹੈ ਕਿਸਾਨ ਦੀ, ਉਹਦੇ ਨਾਲੋਂ 1.5 ਗੁਣਾ ਜ਼ਿਆਦਾ ਉਹਨਾਂ ਨੂੰ MSP ਦਿੱਤਾ ਜਾਵੇ। ਤੇ ਜਦੋਂ ਆਪਾਂ ਲਾਗਤ ਦੀ ਗੱਲ ਕਰਦੇ ਹਾਂ, ਲਾਗਤ ਦੇ ਵਿੱਚ ਉਹਨਾਂ ਨੇ ਇਕੱਲਾ ਰੇਹ ਸਪਰੇਅ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜਿੰਨੀ ਜ਼ਮੀਨ ਹੈ, ਜ਼ਮੀਨ ਦਾ ਠੇਕਾ, ਜ਼ਮੀਨ ਦੇ ਉੱਤੇ ਜਿਹੜੇ ਆ ਕੰਮ ਕਰਨ ਵਾਲੇ ਕਿਸਾਨ ਦੀ ਜਿਹੜੀ ਹੈ ਮਿਹਨਤ ਸ਼ਕਤੀ, ਉਹਦੀ ਕੀਮਤ, ਪਲੱਸ ਜਿਹੜੇ ਹੈਗੇ ਹੈ ਤੁਹਾਡੇ ਜਿੰਨੇ ਵੀ ਖਰਚੇ ਹੋਰ ਉੱਪਰ ਆਉਣੇ, ਇਹਨਾਂ ਸਾਰਿਆਂ ਖਰਚਿਆਂ ਨੂੰ ਜੋੜ ਕੇ ਤੇ ਉਹਦਾ 1.5 ਗੁਣਾ ਜ਼ਿਆਦਾ ਉਹਨਾਂ ਨੂੰ ਦਿੱਤਾ ਜਾਵੇ। 2014 ਦੀਆਂ ਚੋਣਾਂ ਵੇਲੇ ਨਰਿੰਦਰ ਮੋਦੀ ਸਾਹਿਬ ਤੋਂ ਲੈ ਕੇ ਜਿੰਨੇ ਵੀ ਵੱਡੇ ਵੱਡੇ ਲੀਡਰ ਸੀ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਸੀ, ਚਾਹੇ ਉਹ ਆਪੋਜੀਸ਼ਨ ਦੇ ਸੀ, ਉਹ ਇਹੋ ਹੀ ਗੱਲ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਬਣ ਗਈ ਤਾਂ ਤੁਹਾਨੂੰ ਅਸੀਂ MSP ਦੇਵਾਂਗੇ। ਔਰ ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਮੁੱਖ ਮੰਤਰੀਆਂ ਦੀ ਕਮੇਟੀ ਬਣੀ ਸੀ ਤੇ ਉਸ ਕਮੇਟੀ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਵੀ ਸੀ, ਤੇ ਨਰਿੰਦਰ ਮੋਦੀ ਸਾਹਿਬ ਨੇ ਵੀ ਉਦੋਂ ਇਹੀ ਗੱਲ ਕਹੀ ਸੀ। ਉਹ ਕਮੇਟੀ ਦੀ ਰਿਪੋਰਟ ਹੈ ਜਿਹੜੀ, ਉਹ ਅਜੇ ਤੱਕ ਵੀ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਪਈ ਹੈ, ਸਰਕਾਰ ਕੋਲੇ ਪਈ ਹੈ। ਇਹਦੇ ਵਿੱਚ ਵੀ ਇਹਨਾਂ ਨੇ 1.5 ਗੁਣਾ ਗੱਲ ਕਹੀ ਸੀ, ਲੇਕਿਨ 1.5 ਗੁਣਾ ਨਹੀਂ ਮਿਲਿਆ। ਹੁਣ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਮੁਲਤਵੀ ਹੋਇਆ ਹੈ, ਉਹਦੇ ਵਿੱਚ 3 ਕਾਲੇ ਕਾਨੂੰਨ ਵਾਪਸ ਲੈ ਲਏ। ਭਾਰਤ ਸਰਕਾਰ ਨੇ ਭਰੋਸਾ ਦਿੱਤਾ ਸੀ, ਪ੍ਰਧਾਨ ਮੰਤਰੀ ਸਾਹਿਬ ਨੇ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਦੇ ਮੌਕੇ ਜਦੋਂ ਦੇਸ਼ ਨੂੰ ਸੰਬੋਧਨ ਕੀਤਾ ਹੈ, ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ MSP ਦੇ ਮੁੱਦੇ ਦੇ ਉੱਤੇ ਅਸੀਂ ਇੱਕ ਕਮੇਟੀ ਬਣਾਵਾਂਗੇ। ਔਰ ਕਿਸਾਨ ਸੰਯੁਕਤ ਕਿਸਾਨ ਮੋਰਚੇ ਤੋਂ ਉਹਨਾਂ ਨੇ 5 ਲੀਡਰਾਂ ਦੇ ਨਾਮ ਮੰਗੇ ਸੀ, ਨਾ ਇਹਨਾਂ ਨੇ ਭੇਜ ਦਿੱਤੇ ਹੈ। ਉਹਨਾਂ ਲੀਡਰਾਂ ਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਵੀ ਹੈ। ਇਸ ਲਈ ਜਿੰਨੀ ਦੇਰ ਤੱਕ MSP ਦਾ ਮਾਮਲਾ ਨਹੀਂ ਮੁੱਕਦਾ, ਉਨੀ ਦੇਰ ਆਪਾਂ ਅੰਦੋਲਨ ਨੂੰ ਖਤਮ ਹੋਇਆ ਨਹੀਂ ਸਮਝ ਸਕਦੇ। ਮੋਰਓਵਰ ਇਹ ਪੰਜਾਬ ਦੇ ਵਿੱਚ ਜਿਹੜੇ ਹੈਗੇ ਇਹਨਾਂ ਨੇ ਟੋਲ ਪਲਾਜ਼ੇ, ਕਿਉਂਕਿ ਪਹਿਲਾਂ ਆਪਾਂ ਰੋਕੇ ਹੋਏ ਸੀ, ਉਹ ਖੋਲਣ ਦਾ ਫੈਸਲਾ ਹੋ ਗਿਆ ਸੀ ਕਿ 15 ਤਾਰੀਖ ਨੂੰ ਖੋਲ ਦੇਵਾਂਗੇ, ਲੇਕਿਨ ਟੋਲ ਕੰਪਨੀਆਂ ਨੇ ਜਿਹੜੇ ਟੋਲ ਪਲਾਜ਼ੇ ਦੇ ਰੇਟ ਆ ਉਹ ਡਬਲ ਕਰਤੇ ਸੀ। ਉਹਦਾ ਕਰਕੇ ਕੁਝ ਕਿਸਾਨ ਜਥੇਬੰਦੀਆਂ ਨੇ ਦੁਬਾਰਾ ਫੇਰ ਧਰਨੇ ਲਾਤੇ। ਉਹਨਾਂ ਨੇ ਕਿਹਾ ਜੀ ਅਸੀਂ ਇਹ ਟੋਲ ਪਲਾਜ਼ੇ ਨਹੀਂ ਚੱਲਣ ਦੇਵਾਂਗੇ ਜਿੰਨੀ ਦੇਰ ਤੱਕ ਤੁਸੀਂ ਜਿਹੜਾ ਹੈਗਾ ਪੁਰਾਣੇ ਰੇਟਾਂ ਤੇ ਨਹੀਂ ਆਉਂਦੇ। ਇਹ ਮਾਮਲਾ ਵੀ ਆਪਣੇ ਆਪ 'ਚ ਹੈ। ਹੁਣ ਇਹ ਖਬਰ ਜਿਹੜੀ ਹੈਗੀ ਆਈ ਹੈ ਤੇ ਟਕੈਤ ਸਾਹਿਬ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਪੰਜਾਬ ਦੀਆਂ ਕਿਸਾਨ ਧਿਰਾਂ ਇਕਮਤ ਨਾ ਹੋਣ ਕਰਕੇ ਅਸੀਂ ਚੋਣ ਨਹੀਂ ਲੜਦੇ। ਵੈਸੇ ਆਪਾਂ ਆਮ ਦੇਖਿਆ ਟਕੈਤ ਸਾਹਿਬ ਦੇ ਉੱਤੇ ਇਹ ਇਲਜ਼ਾਮ ਲੱਗਦੇ ਰਹੇ ਹੈ, ਦੋਸ਼ ਲੱਗਦੇ ਰਹੇ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਸਿਆਸੀ ਇੱਛਾ ਜਿਹੜੀ ਹੈ ਬਹੁਤ ਭਾਰੂ ਹੈ। ਇਹ ਵੀ ਕਿਹਾ ਜਾਂਦਾ ਸੀ ਕਿ ਕਿਸੇ ਵੇਲੇ ਉਹਨਾਂ ਨੇ BJP ਨਾਲ ਵੀ ਮਦਦ ਕੀਤੀ ਸੀ, ਗੱਠਜੋੜ ਕੀਤਾ ਸੀ। ਹੁਣ ਇਹ ਕਿਹਾ ਜਾਂਦਾ ਕਿ ਚੌਧਰੀ ਚਰਨ ਸਿੰਘ ਦੇ ਪੋਤਰੇ ਜੈਂਤ ਚੌਧਰੀ ਤੇ ਆਪਣੇ ਮੁਲਾਇਮ ਸਿੰਘ ਯਾਦਵ ਦਾ ਬੇਟਾ ਜਿਹੜਾ ਅਖਿਲੇਸ਼ ਸਿੰਘ ਹੈ, ਉਹਨਾਂ ਦੇ ਨਾਲ ਉਹਨਾਂ ਦੀ ਸੁਰ ਮਿਲ ਚੁੱਕੀ ਹੈ ਤੇ ਜਿਹੜੀਆਂ 2022 ਦੀਆਂ ਚੋਣਾਂ ਆਉਣੀਆਂ ਪੰਜਾਬ ਦੇ ਨਾਲ ਹੀ, ਇਹਨਾਂ ਚੋਣਾਂ ਦੇ ਵਿੱਚੋਂ ਯੂਪੀ 'ਚ ਕਿਤੋਂ ਲੜਨਾ ਚਾਹੁੰਦੇ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਪੋਸਟਰ ਜਾਰੀ ਕੀਤਾ ਹੈ ਇਹਨਾਂ ਨੇ, ਜੈਂਤ ਚੌਧਰੀ ਨੇ ਤੇ ਅਖਿਲੇਸ਼ ਸਿੰਘ ਨੇ ਸਾਂਝਾ ਪੋਸਟਰ, ਕਿਉਂਕਿ ਦੋਨਾਂ ਦਾ ਚੋਣ ਗੱਠਜੋੜ ਹੋ ਚੁੱਕਾ ਹੈ, ਉਸ ਪੋਸਟਰ ਦੇ ਵਿੱਚ ਟਕੈਤ ਸਾਹਿਬ ਦੀ ਤਸਵੀਰ ਵੀ ਲਾਤੀ ਸੀ। ਔਰ ਇਹ ਪੇਸ਼ਕਸ਼ ਵੀ ਟਕੈਤ ਸਾਹਿਬ ਨੂੰ ਕਰਤੀ ਸੀ ਕਿ ਆਓ ਤੁਸੀਂ ਤੇ ਤੁਹਾਨੂੰ ਅਸੀਂ ਟਿਕਟ ਦੇਣ ਨੂੰ ਤਿਆਰ ਆ, ਤੁਸੀਂ ਚੋਣ ਲੜੋ ਸਾਡੇ ਪਾਸੇ। ਕੱਲ ਸੱਤਿਆ ਹਿੰਦੀ ਇੱਕ ਵੈਬ ਚੈਨਲ ਹੈ, ਵੈਬਸਾਈਟ ਵੀ ਉਹਨਾਂ ਦੀ ਬਣੀ ਹੋਈ ਹੈ, ਉਹਦੇ ਤੇ ਉਹਨਾਂ ਨੇ ਕੱਲ ਪੁੱਛਿਆ, ਡਿਜੀਟਲ ਮੀਡੀਆ ਦਾ ਉਹ ਬਹੁਤ ਅਹਿਮ ਹੈਗਾ ਸਿਲਸਿਲਾ, ਉਹਨਾਂ ਦੇ ਪੱਤਰਕਾਰਾਂ ਨੇ ਗੱਲ ਕੀਤੀ ਜਾ ਕੇ ਟਕੈਤ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਦੱਸੋ ਕੀ ਤੁਸੀਂ ਇਹ ਚੋਣ ਲੜੋਗੇ। ਉਹਨਾਂ ਨੇ ਕਹਿ ਦਿੱਤਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਫੈਸਲਾ ਕਰਨਾ ਸਾਂਝੇ ਤੌਰ ਤੇ ਕਰਨਾ, ਇੱਕੋ ਹੀ ਫੈਸਲਾ ਹੋਊਗਾ, 2 ਫੈਸਲੇ ਨਹੀਂ ਹੋ ਸਕਦੇ। ਸਾਡਾ ਇਹ ਫੈਸਲਾ ਹੈ ਕਿ ਜੇ ਅਸੀਂ ਚੋਣ ਲੜਨੀ ਹੈ ਤਾਂ ਸਾਰੇ ਇਕੱਠੇ ਲੜਾਂਗੇ, ਸਾਰੇ ਸੂਬਿਆਂ 'ਚ ਲੜਾਂਗੇ। ਜਿਵੇਂ ਤੁਸੀਂ ਕਿਹਾ ਕਿ ਪਾਰਟੀ ਬਣਾਉਣੀ ਚਾਹੀਦੀ ਹੈ ਜਾਂ ਪਾਰਟੀ ਨਹੀਂ ਬਣਾਉਣੀ ਚਾਹੀਦੀ, ਇਸ ਗੱਲ ਨੂੰ ਲੈ ਕੇ ਮਤਭੇਦ ਹੈ। ਪਰ ਅਗਲੀ ਗੱਲ ਟਕੈਤ ਸਾਹਿਬ ਨੇ ਨਾਲ ਕਹਿਤੀ ਕਿ ਜਿਹੜੇ ਪੰਜਾਬ ਦੇ ਸੰਗਠਨ ਹੈ, ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ 'ਚ ਮਤਭੇਦ ਹੈ, ਉਹ ਇੱਕਮਤ ਨਹੀਂ ਹੈਗੀ। ਔਰ ਮੈਂ ਹੁਣੇ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਟ੍ਰਿਬਿਊਨ ਅਖਬਾਰ ਨੂੰ ਦੇਖ ਰਿਹਾ ਸੀ। ਟ੍ਰਿਬਿਊਨ ਦੀ ਇਹ ਖਬਰ ਲੱਗੀ ਹੈ ਕਿ ਇੱਕ ਦਿਨ ਪਹਿਲਾਂ ਇੱਕ ਮੀਟਿੰਗ ਵੀ ਹੋਈ ਹੈ ਕੁਝ ਕਿਸਾਨ ਜਥੇਬੰਦੀਆਂ ਦੀ, ਔਰ ਉਸ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਇਹਦੇ ਤੇ ਵਿਚਾਰ ਵਟਾਂਦਰਾ ਕੀਤਾ ਸੀ, ਉੱਥੇ ਵੀ ਸਹਿਮਤੀ ਨਹੀਂ ਬਣੀ। ਸੋ ਮੇਰੇ ਖਿਆਲ ਮੁਤਾਬਕ ਜਿਵੇਂ ਤੁਸੀਂ ਰਾਜੇਵਾਲ ਸਾਹਿਬ ਦੀ ਗੱਲ ਕਹੀ ਹੈ, ਰਾਜੇਵਾਲ ਸਾਹਿਬ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਨੇੜੇ ਹੈ। ਉਹਨਾਂ ਨੂੰ ਸਵਾਲ ਕੀਤਾ ਹੋਇਆ ਜੀ, ਉਹ ਕਹੇ ਇਹ ਕਲੀਅਰ ਨਹੀਂ ਕਹਿੰਦੇ ਕਿ ਮੈਂ ਚੋਣ ਨਹੀਂ ਲੜਦਾ, ਉਹ ਕਹਿ ਦਿੰਦੇ ਫਿਲਹਾਲ ਨਹੀਂ,
ਅਜੇ ਨਹੀਂ, ਅਜੇ ਕੋਈ ਮਨ ਨਹੀਂ ਬਣਿਆ, ਮੈਨੂੰ ਸੋਚਣ ਦਾ ਮੌਕਾ ਦਿੱਤਾ ਜਾਵੇ। ਮਤਲਬ ਜੇ ਆਪਾਂ ਦੇਖੀਏ ਤਾਂ ਰਾਜੇਵਾਲ ਸਾਹਿਬ ਦੇ ਲੱਡੂ ਤਾਂ ਅੰਦਰ ਭੁਰਦੇ ਹੈ, ਜੀ ਤਾਂ ਉਹਨਾਂ ਦਾ ਵੀ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਬਣ ਜਾਈਏ। ਔਰ 2 ਦਿਨ ਪਹਿਲਾਂ ਜਿਹੜੀ ਹੈਗੀ ਹੈ ਇੱਕ ਮੀਡੀਆ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਦੇਖੋਗੇ ਸਹੀ, ਤੁਹਾਨੂੰ ਮੈਂ ਅਜਿਹਾ ਚਿਹਰਾ ਦੇਊਂਗਾ, ਅਜਿਹਾ ਚਿਹਰਾ ਦੇਊਂਗਾ ਮੁੱਖ ਮੰਤਰੀ ਦਾ ਕਿ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ। ਉਹ ਚਿਹਰਾ ਕੌਣ ਹੋ ਸਕਦਾ ਹੈ? ਇਹਦਾ ਮਤਲਬ ਹੈ ਜੀ ਭਗਵੰਤ ਮਾਨ ਦੀ ਹਾਜ਼ਰੀ 'ਚ ਕਹਿੰਦਾ ਮੈਂ ਅਜਿਹਾ ਚਿਹਰਾ ਦੇਊਂਗਾ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਭਗਵੰਤ ਮਾਨ ਤਾਂ ਘੱਟੋ ਘੱਟ ਫਿਰ ਹੈ ਨਹੀਂ ਗਾ, ਇਹਦਾ ਮਤਲਬ ਹੈ ਉਹਨੂੰ ਤਾਂ ਨਾ ਕਹਿ ਦਿੱਤੀ। ਉਹ ਚਿਹਰਾ ਕੌਣ ਹੋ ਸਕਦਾ? ਜੇ ਆਪਾਂ ਨਿਗਾਹ ਮਾਰੀਏ ਤਾਂ ਮੇਰੇ ਖਿਆਲ ਮੁਤਾਬਕ ਰਾਜੇਵਾਲ ਸਾਹਿਬ ਤੋਂ ਵਧੀਆ ਤਾਂ ਹੋਰ ਕੋਈ ਚਿਹਰਾ ਲੱਗਦਾ ਨਹੀਂ। ਪਰ ਇਹਦੇ ਨਾਲ ਇੱਕ ਗੱਲ ਹੋਰ ਨੋਟ ਕਰ ਲਓ ਕਿ ਰਾਜੇਵਾਲ ਸਾਹਿਬ ਦਾ ਜੇ ਮਾਨ ਤਾਨ ਹੈ, ਜੇ ਉਹਨਾਂ ਦਾ ਸਤਿਕਾਰ ਹੈ, ਉਹਨਾਂ ਦੀ ਇੱਜ਼ਤ ਹੈ, ਤਾਂ ਇਸ ਕਰਕੇ ਕਿ ਉਹ ਕਿਸਾਨ ਲੀਡਰ ਹੈ। ਉਹ ਕਿਸੇ ਵੀ ਪਾਰਟੀ ਦੇ ਨਾਲ ਨਹੀਂ, ਇੱਕ ਕਿਸਾਨ ਲੀਡਰ ਦੇ ਤੌਰ ਤੇ ਉਹਨਾਂ ਦੀ ਮਾਨਤਾ ਬਣੀ ਵੀ ਹੈ। ਅਸੀਂ ਬਹੁਤ ਵੱਡੇ ਵੱਡੇ ਲੋਕ ਦੇਖੇ ਹੈ, ਉਹ ਲੋਕ ਦੇਖਿਆ ਜਿਨ੍ਹਾਂ ਲੋਕਾਂ ਨੇ ਬੜੀਆਂ ਮੱਲਾਂ ਮਾਰੀਆਂ। ਠੀਕ ਹੈ, ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਿਰਮੌਰ ਆਗੂਆਂ ਦੇ ਵਿੱਚੋਂ ਇੱਕ ਰਾਜੇਵਾਲ ਸਾਹਿਬ ਹੈ। ਲੜਾਈ ਲੜੀ ਗਈ ਇਹਨਾਂ ਦੀ ਅਗਵਾਈ ਦੇ ਵਿੱਚ, ਲੇਕਿਨ ਜੇ ਆਪਾਂ ਦੇਖੀਏ ਲੜਾਈ ਇਕੱਲੀ ਇਹਨਾਂ ਨੇ ਨਹੀਂ ਲੜੀ, ਲੜਾਈ ਤਾਂ 32 ਜਥੇਬੰਦੀਆਂ ਪੰਜਾਬ ਦੀਆਂ, ਤੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚੋਂ ਜੇ ਆਪਾਂ ਸਭ ਤੋਂ ਵੱਡੀ ਜਥੇਬੰਦੀ ਦੇਖੀਏ ਤਾਂ ਉਗਰਾਹਾਂ ਵਾਲੀ ਹੈ। ਉਗਰਾਹਾਂ ਵਾਲੀ ਜਥੇਬੰਦੀ ਨੇ ਫੈਸਲਾ ਕਰ ਲਿਆ ਕਿ ਅਸੀਂ ਚੋਣ ਲੜਨੀ ਨਹੀਂ। ਤੇ ਇਹਨਾਂ ਹਾਲਤਾਂ ਦੇ ਵਿੱਚ ਰਾਜੇਵਾਲ ਸਾਹਿਬ ਦੀ ਇੱਜ਼ਤ ਕਿੰਨੀ ਕਰੂਗੀ? ਮੈਂ ਤੁਹਾਨੂੰ ਇੱਕ ਮਿਸਾਲ ਦਿਨਾ। ਜਨਰਲ ਹਰਬਖਸ਼ ਸਿੰਘ ਹੁੰਦੇ ਸੀ ਜਿਨ੍ਹਾਂ ਨੇ 1965 ਦੀ ਲੜਾਈ ਵੇਲੇ ਜਦੋਂ ਉੱਪਰੋਂ ਕਹਿ ਦਿੱਤਾ ਸੀ ਹਾਈ ਕਮਾਂਡ ਨੇ, ਫੌਜੀ ਹਾਈ ਕਮਾਂਡ ਨੇ ਕਹਿ ਦਿੱਤਾ ਸੀ ਕਿ ਫੌਜਾਂ ਨੂੰ ਪਿਛਾਂਹ ਕਰ ਲਓ, ਬਿਆਸ ਤੱਕ ਲੈ ਆਓ, ਪਾਕਿਸਤਾਨ ਵਾਲੇ ਚੜ੍ਹਦੇ ਆਉਂਦੇ ਸੀ ਤੇ ਆਪਣਾ ਨੁਕਸਾਨ ਹੋ ਜਾਊਗਾ ਬਹੁਤ ਜ਼ਿਆਦਾ। ਤੇ ਉਹਨਾਂ ਨੇ ਕਿਹਾ ਸੀ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਅੰਮ੍ਰਿਤਸਰ ਸਾਹਿਬ ਜਿਹੜਾ ਹੈਗਾ ਉਹਦੇ ਲਈ ਖਤਰਾ ਪੈਦਾ ਕਰ ਦੇਣਗੇ। ਜੇ ਅਸੀਂ ਬਿਆਸ ਤੱਕ ਆ ਗਏ ਤਾਂ ਇਹਦਾ ਮਤਲਬ ਹੈ ਵੀ ਦਰਬਾਰ ਸਾਹਿਬ ਤੱਕ ਪਾਕਿਸਤਾਨ ਦੀਆਂ ਫੌਜਾਂ ਪਹੁੰਚ ਜਾਣਗੀਆਂ, ਦਰਬਾਰ ਸਾਹਿਬ ਤੋਂ ਬਾਅਦ ਫਿਰ ਉਹ ਦਿੱਲੀ ਤੱਕ ਵੀ ਪਹੁੰਚ ਸਕਦੀਆਂ। ਅਸੀਂ ਲੜਾਈ ਲੜਾਂਗੇ। ਉਹਨਾਂ ਨੇ ਉਲੰਘਣਾ ਕੀਤੀ ਸੀ ਆਪਦੇ ਕਮਾਂਡ ਦੇ ਹੁਕਮ ਦੀ, ਤੇ ਜਨਰਲ ਹਰਬਖਸ਼ ਸਿੰਘ ਹੋਰਾਂ ਨੇ ਜਾ ਕੇ ਸਿੱਖ ਫੌਜਾਂ ਨੂੰ ਜਦੋਂ ਹੱਲਾਸ਼ੇਰੀ ਦਿੱਤੀ ਸੀ, ਉਸ ਹੱਲਾਸ਼ੇਰੀ ਦਾ ਨਤੀਜਾ ਇਹ ਹੋਇਆ ਸੀਗਾ ਕਿ ਪਾਕਿਸਤਾਨ ਦੇ ਪੈਰ ਉਖੜ ਗਏ ਸੀ। ਔਰ ਜਨਰਲ ਹਰਬਖਸ਼ ਸਿੰਘ ਦਾ ਬਹੁਤ ਮਾਨਤਾਨ ਹੋਇਆ ਸੀ, ਅੱਜ ਵੀ ਲੋਕ ਯਾਦ ਕਰਦੇ ਹੈ। ਤੇ ਫਿਰ ਜਨਰਲ ਹਰਬਖਸ਼ ਸਿੰਘ ਹੋਣੀ ਇੱਕ ਵਾਰੀ ਚੋਣਾਂ 'ਚ ਖੜੇ ਹੋ ਗਏ ਸੀ। ਕਿੱਥੋਂ ਖੜੇ ਹੋਏ ਸੀ ਜੀ? ਸੰਗਰੂਰ ਸੀਟ ਤੋਂ ਖੜੇ ਹੋਏ ਸੀ। ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸੋਨੇ ਦੀ ਮੁੱਠੀ ਵਾਲੀ ਕਿਰਪਾਨ ਦਿੱਤੀ ਸੀ, ਔਰ ਕਿਰਪਾਨ ਉਹਨਾਂ ਦੇ ਹੱਥ 'ਚ ਹੁੰਦੀ ਸੀ ਤੇ ਉਹ ਆਪਣੇ ਵੋਟਰਾਂ ਨੂੰ ਦਿਖਾਉਂਦੇ ਹੁੰਦੇ ਸੀ ਕਿ ਆਹ ਦੇਖੋ ਪ੍ਰਧਾਨ ਮੰਤਰੀ ਨੇ ਮੇਰਾ ਸਤਿਕਾਰ ਕੀਤਾ, ਮੇਰਾ ਸਨਮਾਨ ਕੀਤਾ, ਮੈਨੂੰ ਆਹ ਦਿੱਤੀ ਹੋਈ ਹੈ। ਤੇ ਚਮਕੌਰ ਜੀ ਜਦੋਂ ਰਿਜ਼ਲਟ ਆਇਆ ਸੀ, ਰਿਜ਼ਲਟ ਕੀ ਹੋਇਆ ਸੀ? ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸੀ। ਇਵੇਂ ਜਿਵੇਂ ਮੈਂ ਇੱਕ ਹੋਰ ਕਿਸਾਨ ਲੀਡਰ ਦਾ ਜ਼ਿਕਰ ਕਰੂੰਗਾ, ਜਿਹੜਾ ਕਿਸਾਨ ਲੀਡਰ ਦਾ ਕੱਦ ਬਲਬੀਰ ਸਿੰਘ ਰਾਜੇ ਨਾਲੋਂ ਵੀ ਵੱਡਾ ਸੀ, ਔਰ ਉਸ ਕਿਸਾਨ ਲੀਡਰ ਨੇ ਪੈਪਸੂ ਨੂੰ ਕਹਿ ਲਈਏ ਜਾਂ ਆਪਾਂ ਰਿਆਸਤਾਂ ਨੂੰ ਕਹਿ ਲਈਏ, ਪੁਰਾਣੀਆਂ ਰਿਆਸਤਾਂ ਜਿੱਥੇ ਜਗੀਰਦਾਰੀ ਸਿਸਟਮ ਹੁੰਦਾ ਸੀ, ਉਸ ਜਗੀਰਦਾਰੀ ਸਿਸਟਮ ਦੇ ਖਿਲਾਫ ਹਥਿਆਰਬੰਦ ਲੜਾਈ ਕਰਕੇ ਪੁਲਿਸ ਨੂੰ ਭਜਾ ਦਿੱਤਾ ਸੀ। ਫੌਜ ਨੇ ਆ ਕੇ ਕਿਸ਼ਨਗੜ੍ਹ ਪਿੰਡ ਦੇ ਵਿੱਚ ਕਾਬੂ ਕੀਤਾ ਸੀ ਮੁਜ਼ਾਹਰਿਆਂ ਨੂੰ। ਮੁਜ਼ਾਹਰਿਆਂ ਨੇ ਲੜਾਈ ਲੜੀ ਸੀ ਤੇ ਐਡੀ ਜ਼ਬਰਦਸਤ ਲੜਾਈ ਸੀ ਕਿ ਉਸ ਲੜਾਈ ਦੇ ਚੱਲਦਿਆਂ ਜਗੀਰਦਾਰਾਂ ਨੂੰ ਵੀ ਝੁਕਣਾ ਪੈ ਗਿਆ ਸੀ, ਸਰਕਾਰ ਨੂੰ ਵੀ ਝੁਕਣਾ ਪੈ ਗਿਆ ਸੀ। 784 ਪਿੰਡਾਂ ਦੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਸੀ, ਜਾਂ ਤਾਂ ਮਾਲਕੀ ਦੇ ਹੱਕ ਦਿੱਤੇ ਸੀ ਜ਼ਮੀਨ ਹਲਵਾਕ ਦੀ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੈਪਸੂ ਵੇਲੇ ਜਿਹੜੀ ਉਹ ਲੜਾਈ ਲੜੀ ਗਈ ਸੀ, ਉਸ ਲੜਾਈ ਦਾ ਉਹਦਾ ਲੀਡਰ ਕੌਣ ਸੀ? ਤੇਜਾ ਸਿੰਘ ਸੁਤੰਤਰ। ਤੇ ਜਦੋਂ ਲੜਾਈ ਜਿੱਤ ਲਈ, ਤੇਜਾ ਸਿੰਘ ਸੁਤੰਤਰ ਬਰਲਾਡੇ ਤੋਂ ਖੜਾ ਹੋ ਗਿਆ ਇਲੈਕਸ਼ਨ ਦੇ ਵਿੱਚ, ਜ਼ਮਾਨਤ ਉਹਦੀ ਵੀ ਜ਼ਬਤ ਹੋ ਗਈ ਸੀ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਮੈਂ ਅੱਜ ਫੇਰ ਦੁਹਰਾਉਣਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ। ਜਵਾਹਰ ਲਾਲ ਨਹਿਰੂ ਦੇ ਖਿਲਾਫ ਅੱਜ ਵੀ ਲੋਕ ਬੋਲਦੇ ਆ, ਉਹਦੇ ਨੂੰ ਅਵਾ ਤਵਾ ਕਹਿ ਦਿੰਦੇ ਆ, ਵਿਰੋਧੀ ਧਿਰਾਂ ਵਾਲੇ ਵੀ ਉਹਨਾਂ ਨੂੰ ਕਾਫੀ ਕੁਛ ਕਹਿ ਦਿੰਦੇ ਆ, ਬੀਜੇਪੀ ਵਾਲੇ ਵੀ ਕਹਿ ਦਿੰਦੇ ਆ। ਲੇਕਿਨ ਜਵਾਹਰ ਲਾਲ ਨਹਿਰੂ ਦੇ ਨਾਲ ਇੱਕ ਲੀਡਰ ਹੋਰ ਹੁੰਦਾ ਸੀ ਜਿਹਦਾ ਨਾਂ ਸੀ ਮਹਾਤਮਾ ਗਾਂਧੀ। ਉਹ ਕਦੇ ਪੰਚਾਇਤ ਦਾ ਮੈਂਬਰ ਨਹੀਂ ਬਣਿਆ ਸੀ। ਲੇਕਿਨ ਅੱਜ ਵੀ ਆਪਾਂ ਦੇਖੀਏ, ਚਾਹੇ ਨਰਿੰਦਰ ਮੋਦੀ ਹੈ, ਚਾਹੇ ਅਮਿਤ ਸ਼ਾਹ ਹੈ, ਇਹ ਇਲਜ਼ਾਮ ਲੱਗਦਾ ਕਿ RSS ਦੇ ਨਾਲ ਸੰਬੰਧ ਸੀ ਨੱਥੂਰਾਮ ਗੌਡਸੇ ਜਿਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। RSS ਦੇ ਇੱਕ ਵਰਕਰ ਨੇ ਕਤਲ ਕੀਤਾ ਹੋਵੇ ਤੇ ਦੂਜੇ ਜਿਹੜੇ ਹੈਗੇ RSS ਦੇ ਵਰਕਰ, ਉਹਨਾਂ ਦੇ ਵਿੱਚੋਂ ਇੱਕ ਪ੍ਰਧਾਨ ਮੰਤਰੀ ਹੈ ਤੇ ਇੱਕ ਗ੍ਰਹਿ ਮੰਤਰੀ ਹੈ। ਅੱਜ ਵੀ ਜਦੋਂ ਵੀ ਅਸੀਂ 15 ਅਗਸਤ ਆਉਂਦੀ ਹੈ, ਜਦੋਂ ਵੀ 26 ਜਨਵਰੀ ਆਉਂਦੀ ਹੈ, ਜਦੋਂ ਵੀ ਕੋਈ ਵੱਡਾ ਦਿਨ ਆਉਂਦਾ ਹੈ, ਉਦੋਂ ਪੰਡਿਤ ਨਹਿਰੂ ਦਾ ਨਾਂ ਤਾਂ ਕੋਈ ਨਹੀਂ ਲੈਂਦਾ, ਲੇਕਿਨ ਮਹਾਤਮਾ ਗਾਂਧੀ ਨੂੰ ਯਾਦ ਨਰਿੰਦਰ ਮੋਦੀ ਵੀ ਕਰਦੇ ਹੈ ਤੇ ਸ਼ਰਧਾ ਦੇ ਫੁੱਲ ਜਿਹੜੇ ਹੈਗੇ ਅਮਿਤ ਸ਼ਾਹ ਵੀ ਕਰਦੇ। ਕਿਉਂ? ਕਿਉਂਕਿ ਉਹਨੇ ਕੋਈ ਚੋਣ ਨਹੀਂ ਲੜੀ ਸੀ, ਉਹ ਇੱਕ ਲੀਡਰ ਸੀ, ਉਹ ਦੇਸ਼ ਦਾ ਲੀਡਰ ਬਣ ਗਿਆ ਸੀ। ਜਦੋਂ ਤੁਸੀਂ ਚੋਣਾਂ ਲੜ ਲੈਂਦੇ ਹੋ ਤੇ ਉਦੋਂ ਤੁਸੀਂ ਪਾਰਟੀ ਦੇ ਲੀਡਰ ਬਣ ਜਾਂਦੇ ਹੋ, ਤੁਹਾਡੀ ਇੱਜ਼ਤ ਤੇ ਸਤਿਕਾਰ ਘੱਟ ਜਾਂਦਾ। ਮੇਰਾ ਖਿਆਲ ਹੈ ਰਾਜੇਵਾਲ ਸਾਹਿਬ ਇਸ ਚੀਜ਼ ਨੂੰ ਵੀ ਮੱਦੇ ਨਜ਼ਰ ਰੱਖਣਗੇ।
ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਅੰਦੋਲਨ ਹਾਲੇ ਚੱਲ ਰਿਹਾ। ਸਰਕਾਰਾਂ ਨੂੰ ਝੁਕਾਉਣ ਵਾਸਤੇ ਏਕਤਾ ਬਹੁਤ ਜ਼ਰੂਰੀ ਹੈ ਕਿਸਾਨੀ ਦੀ, ਤੇ ਜੇ ਇੱਕ ਨੇ ਚੋਣ ਲੜ ਲਈ ਤੇ ਦੂਜਿਆਂ ਨੇ ਵਿਰੋਧ ਕਰਤਾ ਤਾਂ ਫਿਰ ਕਿਸਾਨਾਂ ਦਾ ਆਪਸੀ ਜਿਹੜਾ ਏਕਾ ਉਹ ਵੀ ਟੁੱਟ ਜਾਣੇ। ਚੜੂਨੀ ਸਾਹਿਬ ਦੇ ਮਾਮਲੇ ਤੇ ਆਪਾਂ ਦੇਖੀਏ, ਪਹਿਲਾਂ ਚੜੂਨੀ ਸਾਹਿਬ ਨੇ ਐਲਾਨ ਕੀਤਾ ਸੀ ਔਰ ਚੜੂਨੀ ਸਾਹਿਬ ਦਾ ਵਿਰੋਧ ਵੀ ਸਾਰੀਆਂ ਪਾਰਟੀਆਂ ਕਰਦੀਆਂ ਸੀ। ਇਸ ਲਈ ਮੈਨੂੰ ਲੱਗਦੀ ਹੈ ਕਿ ਰਾਜੇਵਾਲ ਸਾਹਿਬ ਬਜ਼ੁਰਗ ਹੈ, ਉਮਰ ਦੇ ਆਖਰੀ ਪੜਾਅ ਦੇ ਵਿੱਚ, ਸਿਆਣੇ ਬਹੁਤ ਹੈ, ਲੜਾਈ ਉਹਨਾਂ ਨੇ ਲੜੀ ਆ, ਕੋਈ ਅਜਿਹਾ ਪੰਗਾ ਨਹੀਂ ਲੈਣਗੇ। ਔਰ ਜਿਹੜੀ ਗੱਲ ਰਾਕੇਸ਼ ਟਕੈਤ ਨੇ ਕਹੀ ਹੈ, ਜਿਸ ਟਕੈਤ ਬਾਰੇ ਕਿਹਾ ਜਾਂਦਾ ਸੀ ਕਿ ਉਹ ਬੜਾ ਅੰਬੀਸ਼ੀਅਸ ਹੈ ਚੋਣਾਂ ਲੜਨ ਵਾਸਤੇ, ਜੇ ਉਹ ਵੀ ਕਹਿੰਦਾ ਕਿ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਏਕਾ ਨਹੀਂ ਹੈ, ਉਹ ਇੱਕ ਮਤ ਨਹੀਂ ਤੇ ਮੈਂ ਚੋਣਾਂ ਨਹੀਂ ਲੜਨੀਆਂ, ਇਹਦਾ ਮਤਲਬ ਹੈ ਵੀ ਉਹ ਠੀਕ ਰਾਹ ਤੇ ਠੀਕ ਟਰੈਕ ਤੇ ਚੱਲ ਰਹੀ ਹੈ ਕਿਸਾਨ ਮੂਵਮੈਂਟ। ਅੱਗੇ ਦੇਖਦੇ ਆ ਜੀ, ਲੀਡਰ ਤਾਂ ਲੀਡਰ ਹੀ ਹੁੰਦੇ, ਲੀਡਰ ਕੀ ਫੈਸਲਾ ਲੈਂਦੇ ਜੀ। ਢਿੱਲੋਂ ਸਾਹਿਬ, ਡੇਰਾ ਸੱਚਾ ਸੌਦਾ ਸਿਰਸਾ ਤੋਂ ਇੱਕ ਨਿਊਜ਼ਪੇਪਰ ਛਪਦਾ ਸੱਚ ਕਹੂੰ ਕਾਫੀ ਲੰਮੇ ਸਮੇਂ ਤੋਂ ਛਪ ਰਿਹਾ, ਔਰ ਪੰਜਾਬ ਦੇ ਵਿੱਚ ਜਿੰਨੇ ਕੁ ਇਹਦੇ ਰੀਡਰ ਹੈਗੇ ਨੇ, ਜਾਂ ਆਪਾਂ ਕਹਿ ਲਈਏ ਕਿ ਜਿੰਨੇ ਕੁ ਨਾਮ ਸ਼ਬਦ ਜਿਨ੍ਹਾਂ ਦਾ ਲਿਆ ਹੋਇਆ ਗਾ ਡੇਰਾ ਸੱਚਾ ਸੌਦਾ ਸਿਰਸਾ ਤੋਂ, ਉਹ ਇਹਦੇ ਰੀਡਰ ਹੈਗੇ ਨੇ ਕਾਫੀ ਵੱਡੀ ਪੱਧਰ 'ਤੇ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਰਕੂਲੇਸ਼ਨ ਹੈਗੀ ਹੈ ਇਸ ਨਿਊਜ਼ਪੇਪਰ ਦੀ। ਉਹਦੇ 'ਚ ਇੱਕ ਰਿਪੋਰਟ ਛਪੀ ਹੋਈ ਹੈ, ਉਹ ਕਿਹਨੇ ਛਾਪੀ ਆ, ਕਿਹਦਾ ਬਿਆਨ ਆ, ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ। ਉਹਦੇ 'ਚ ਲਿਖਿਆ ਕਿ ਮਜੀਠੀਆ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਸਰਕਾਰ ਅਧਿਕਾਰੀਆਂ ਨੂੰ ਤਰੱਕੀਆਂ ਤੇ ਨਗਦ ਇਨਾਮ ਦੇ ਲਾਲਚ ਦੇਣ ਤੇ ਲੱਗੀ ਹੋਈ ਹੈ। ਕਿੰਨੀ ਕੁ ਸੱਚਾਈ ਹੈ ਇਸ ਅਖਬਾਰ ਦੇ ਵਿੱਚ ਜਾਂ ਇਸ ਖਬਰ ਦੇ ਵਿੱਚ, ਤੇ ਇਹ ਬਿਆਨ ਹੈ ਕਿਹਨਾਂ ਦਾ? ਦੇਖੋ ਚਮਕੌਰ ਜੀ, ਜਦੋਂ ਤੁਸੀਂ ਇਸ ਅਖਬਾਰ ਦਾ ਜ਼ਿਕਰ ਕਰਦੇ ਹੋ, ਇਹ ਅਖਬਾਰ ਉੱਤਰੀ ਭਾਰਤ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ, ਕਿਉਂਕਿ ਇਹਦੀ ਸਰਕੂਲੇਸ਼ਨ, ਇਹਨਾਂ ਦੇ ਜਿੰਨੇ ਵੀ ਫਾਲੋਅਰ ਹੈ ਇਹਨੂੰ ਸਾਰੇ ਪੜ੍ਹਦੇ ਆ, ਤੇ ਪੜ੍ਹਦੇ ਨਹੀਂ, ਇਹਦੀ ਪੂਜਾ ਕਰਦੇ ਆ। ਚਲੋ ਸਾਹਿਬ, ਇੱਕ ਪਹਿਲਾਂ ਮੈਨੂੰ ਲੱਗਦਾ ਖਬਰ ਆਪਣੀ ਵੱਡੀ ਹੋ ਜਾਣੀ ਹੈ, ਇੱਕ ਕਾਲ ਲੈ ਲਈਏ, ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਪਹਿਲਾਂ ਕਾਲ ਲੈ ਲਈਏ, ਫਿਰ ਆਪਾਂ ਇਸ ਖਬਰ ਦੇ ਉੱਪਰ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਜੀ, ਸਵਾਗਤ ਹੈ ਜੀ ਤੁਹਾਡਾ 4050। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਲੱਖਾ ਸਿੰਘ ਢਿੱਲੋਂ ਬੋਲ ਰਹੇ ਜੀ। ਢਿੱਲੋਂ ਸਾਹਿਬ ਵੈਲਕਮ। ਹਾਂਜੀ ਢਿੱਲੋਂ ਸਾਹਿਬ, ਇੱਕ ਰਿਪੋਰਟ 2 ਦਸੰਬਰ ਨੂੰ ਜਾਣੀ ਕਿ ਨਸ਼ਰ ਹੋਈ ਹੈ, ਕੁਛ ਅਖਬਾਰਾਂ ਨੇ ਕਰੀ ਹੈ, ਸਾਰੀਆਂ ਨੇ ਨਹੀਂ। ਉਹਦੇ ਵਿੱਚ SBI ਜਿਹੜੀ ਬੈਂਕ ਹੈ ਉਹਦਾ ਡਾਇਰੈਕਟਰ ਕਹਿ ਰਿਹਾ ਜੀ, ਜਿਨ੍ਹਾਂ ਦੀਆਂ 22,219 ਬ੍ਰਾਂਚਾਂ ਆਈਆਂ, ਤੇ ਉਹ ਕਹਿੰਦੇ ਜੀ ਅਸੀਂ ਅਦਾਨੀ ਤੋਂ ਹੈਲਪ ਲੈਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਟੋਟਲ 60 ਬ੍ਰਾਂਚਾਂ ਆਈਆਂ, ਤੇ ਇਹਨਾਂ ਦੀਆਂ 60 ਬ੍ਰਾਂਚਾਂ ਜਿਹੜੀਆਂ SBI ਦੀਆਂ 229 ਬ੍ਰਾਂਚਾਂ ਜਿਹੜੀਆਂ ਓਵਰਸੀਜ਼ ਆ, ਦੂਸਰੇ ਕੰਟਰੀਆਂ ਦੇ ਵਿੱਚ ਹੈ। 1,000 ਕਰੋੜ ਰੁਪਏ ਦਾ ਲੋਨ ਇਹ ਜਾਣੀ ਕਿ ਲੋਕਾਂ ਦੇ ਵਿੱਚ ਵੰਡਦੇ ਹੈ। SBI ਵਾਲੇ ਵੰਡਦੇ 1,20,000 ਕਰੋੜ ਰੁਪਏ ਦਾ। ਤੇ ਇਹ ਕਹਿੰਦੇ ਜੀ ਜਿਹੜਾ SBI ਕਹਿੰਦੇ ਅਸੀਂ ਜਿਹੜੀਆਂ 60 ਬੈਂਕਾਂ ਦੀਆਂ ਬ੍ਰਾਂਚਾਂ ਆਈਆਂ ਉਹਨਾਂ ਤੋਂ ਅਸੀਂ ਹੈਲਪ ਲੈ ਕੇ ਤੇ ਕਿਸਾਨਾਂ ਦੀ ਮਦਦ ਕਰਨ ਜਾ ਰਹੇ ਹਾਂ, ਤੇ ਕਿਸਾਨਾਂ ਦੀ ਜਿਹੜੀ ਆਮਦਨ ਦੁੱਗਣੀ ਹੋ ਜਾਣੀ ਹੈ। ਹਾਲਾਂਕਿ ਜਿਹੜੇ ਅਡਾਨੀ ਗਰੁੱਪ ਵਾਲੇ ਹੈ ਉਹ ਲੋਨ ਦਿੰਦੇ ਸਿਰਫ ਜਾਣੀ ਕਿ ਆਟੋ ਚਾਲਕ ਹੈ ਜਾਂ ਕੋਈ ਰਿਕਸ਼ੇ ਵਾਲਾ ਹੈ ਜਾਂ ਕੋਈ ਇੱਦਾਂ ਛੋਟਾ ਲੋਨ ਦਿੰਦੇ ਹੈ, ਉਹਨਾਂ ਦਾ ਖੇਤੀਬਾੜੀ ਨਾਲ ਕੋਈ ਸੰਬੰਧ ਨਹੀਂ ਹੈਗਾ। ਤੇ SBI ਦਾ ਡਾਇਰੈਕਟਰ ਕਹਿੰਦਾ ਜੀ ਅਸੀਂ ਇਹਨਾਂ ਦੀ ਮਦਦ ਦੇ ਨਾਲ ਭਾਰਤ ਦੇ ਇਕੱਲੇ ਹਿੱਸੇ ਦੇ ਵਿੱਚ ਇਕੱਲੇ ਪਿੰਡ ਦੇ ਵਿੱਚ ਅਸੀਂ ਯਾਨੀ ਕਿ ਲੋਕਾਂ ਦੀ ਹੈਲਪ ਕਰਾਂਗੇ। ਇਹ ਲੱਗਦਾ ਨਹੀਂ ਵੀ ਇਹ ਵੀ ਇਹਨਾਂ ਨੇ ਯਾਨੀ ਕਿ ਅੰਦਰ ਖਾਤੇ ਸਾਰਾ ਕੁਝ ਤੈਅ ਕਰ ਚੁੱਕੇ, ਦੇ ਚੁੱਕੇ ਆ ਜੀ। ਤੇ ਦੂਸਰੇ ਪਾਸੇ 2 ਰਿਪੋਰਟਾਂ ਹੋਰ ਪੇਸ਼ ਹੋਈਆਂ ਜੀ, ਜਿਵੇਂ ਕਰੋਨਾ ਕਾਲ ਦੇ ਵਿੱਚ 92 ਕੰਟਰੀ ਜਿਹੜੇ ਤਾਨਾਸ਼ਾਹੀ ਵੱਲ ਵਧ ਰਹੇ ਹੈ, ਜਿਹੜੇ ਆਪਣੇ ਇਦਾਂ ਦੇ ਲਾ ਪਾਸ ਕਰ ਰਹੇ ਆ ਆਪਣੇ ਲੋਕਾਂ ਨੂੰ ਕੁੱਟਣ ਲਈ, ਆਪਣੇ ਲੋਕਾਂ ਦੇ ਉਲਟ ਆਪਣੇ ਲੋਕਾਂ ਨੂੰ ਮਾਰਨ ਲਈ। ਤੇ ਤੀਸਰੇ ਪਾਸੇ ਜਿਹੜੀ ਧਰਤੀ ਤੇ ਜਿਹੜਾ ਵੱਧ ਰਿਹਾ ਹੈਗਾ ਕਲਾਈਮੇਟ ਚੇਂਜ ਹੋ ਰਹੀ ਹੈ, ਉਹਦੇ ਨਾਲ ਸਮੁੰਦਰ ਦੇ ਨਾਲ ਰਹਿਣ ਵਾਲੀ 70% ਆਬਾਦੀ ਜਿਹੜੀ ਅਫੈਕਟ ਹੋ ਜਾਣੀ ਹੈ 2025 ਤੱਕ। ਤੇ ਆਪਣੇ ਇੰਡੀਆ ਦੇ ਤੇ ਭਾਰਤ ਦੇ ਬਾਰਡਰ ਤੇ ਇੰਡੀਆ ਨੇ, ਚਾਈਨਾ ਨੇ ਏਡਾ ਵੱਡਾ ਡੈਮ ਬਣਾ ਲਿਆ, ਜਿਹਦੇ ਨਾਲ ਧਰਤੀ ਦਾ ਜਿਹੜਾ ਨਾਰਥ ਪੋਲ ਤੇ ਸਾਊਥ ਪੋਲ ਹੁੰਦਾ ਉਹਦੀ ਕਾਫੀ ਰੋਟੇਸ਼ਨ ਚੇਂਜ ਹੋ ਗਈ ਹੈ ਜੀ। ਤੇ ਆਪਣੇ ਵਾਲੇ ਹਜੇ ਇਕੱਲੇ ਮੰਦਰ ਪਿੱਛੇ ਉਲਝੇ ਪਏ ਆ ਜਾਂ ਵੋਟਾਂ ਪਿੱਛੇ ਉਲਝੇ ਪਏ, ਇਹਨਾਂ ਨੂੰ ਦੁਨੀਆਦਾਰੀ ਬਾਰੇ ਕੋਈ ਪਤਾ ਹੈ ਜਾਂ ਨਹੀਂ ਪਤਾ ਜੀ? ਇਹਦੇ ਬਾਰੇ ਦੱਸੋ। ਥੈਂਕ ਯੂ। ਮਿਹਰਬਾਨੀ ਜੀ, ਮਿਹਰਬਾਨੀ। ਸਾਡੇ ਨਾਲ ਕਾਲਰ ਇੱਕ ਹੋਰ ਸੀ, ਉਹਨਾਂ ਦੀ ਕਾਲ ਆ ਜਿਹੜੀ ਕੱਟ ਗਈ ਆ, ਮੈਂ ਬੇਨਤੀ ਕਰਾਂਗਾ ਕਿ ਦੁਬਾਰੇ ਕਾਲ ਕਰ ਲੈਣ ਜੀ। ਢਿੱਲੋਂ ਸਾਹਿਬ, ਪਹਿਲਾਂ ਆਪਾਂ ਢਿੱਲੋਂ ਸਾਹਿਬ ਦਾ ਜਵਾਬ ਦੇ ਦਈਏ। ਪਹਿਲਾਂ ਤਾਂ ਕਿਸਾਨਾਂ ਦਾ ਜਿਹੜਾ ਲੋਨ ਲੈਣ ਵਾਲੀ ਇਹਨਾਂ ਨੇ ਗੱਲ ਕੀਤੀ ਆ, ਅਡਾਨੀਆਂ ਤੋਂ ਲੋਨ ਲੈ ਰਹੇ, ਉਹਦੇ ਬਾਰੇ ਕਰੀਏ ਗੱਲਬਾਤ ਜੀ। ਬਿਲਕੁਲ ਜੀ, ਤਿੰਨ ਕਾਲੇ ਕਾਨੂੰਨ ਭਾਵੇਂ ਇੱਕ ਵਾਰੀ ਰੱਦ ਕਰਤੇ ਆ ਮੋਦੀ ਸਾਹਿਬ ਨੇ, ਪਰ ਜਿਸ ਢੰਗ ਦੇ ਨਾਲ ਖੇਤੀ ਸੈਕਟਰ ਦੇ ਵਿੱਚ ਅਦਾਨੀਆਂ ਨੂੰ ਇੰਟਰ ਕਰਵਾ ਰਹੀ ਹੈ, ਤੇ ਕਰਵਾ ਵੀ ਸਟੇਟ ਬੈਂਕ ਆਫ ਇੰਡੀਆ ਰਹੀ ਹੈ, ਜਿਹੜੀ ਭਾਰਤ ਦੀ ਸਭ ਤੋਂ ਵੱਡੀ ਬੈਂਕ ਆ, ਉਹਦੇ ਡਾਇਰੈਕਟਰ ਸਾਹਿਬ ਕਹਿੰਦੇ ਹੈ
ਔਰ ਇਹਦਾ ਮਤਲਬ ਇਹ ਹੈ ਕਿ ਕਿਸੇ ਤਰੀਕੇ ਨਾਲ ਜਿਹੜੀ ਪੇਂਡੂ ਆਰਥਿਕਤਾ ਦੇ ਉੱਤੇ ਅਦਾਨੀਆਂ ਦਾ ਕਬਜ਼ਾ ਕਰਵਾਉਣ ਦੀ ਇੱਕ ਜਿਹੜੀ ਹੈ ਸਾਜ਼ਿਸ਼, ਇੱਕ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ। ਜਦੋਂ ਕਿਸਾਨੀ ਨਿਰਭਰ ਉਹਨਾਂ ਦੇ ਉੱਤੇ ਹੋਊਗੀ, ਉਹਨਾਂ ਤੋਂ ਕਰਜ਼ਾ ਲੈ ਲਿਆ ਤੇ ਕਰਜ਼ੇ ਦੀ ਰਿਕਵਰੀ ਤਾਂ ਹੋਣੀ ਨਹੀਂ, ਕਿਉਂਕਿ MSP ਮਿਲਦੀ ਨਹੀਂ ਗੀ। ਜਦੋਂ MSP ਨਾ ਮਿਲੀ ਕਰਜ਼ਾ ਮੋੜਨਗੇ ਕਿਵੇਂ? ਆਪਾਂ ਨੂੰ ਪਤਾ ਕਿ ਕਿਸਾਨ ਜਿੱਥੋਂ ਕਰਜ਼ਾ ਲੈ ਲੈਂਦਾ, ਕਿਸਾਨ ਕੀ ਸਰਕਾਰਾਂ ਨਹੀਂ ਕਰਜ਼ਾ ਤਾਂ ਮੋੜ ਸਕਦੀਆਂ। ਪੰਜਾਬ ਦੀ ਸਰਕਾਰ ਦੇ ਖਿਲਾਫ 3 ਲੱਖ ਕਰੋੜ ਰੁਪਏ ਦਾ ਤਾਂ ਸਿੱਧਾ ਕਰਜ਼ਾ ਹੈ। 2 ਲੱਖ ਕਰੋੜ ਰੁਪਏ ਦਾ ਕਰਜ਼ਾ ਬੋਰਡਾਂ ਤੇ ਕਾਰਪੋਰੇਸ਼ਨ ਦਾ, ਜਿਹਦੀ ਗਰੰਟੀ ਪੰਜਾਬ ਸਰਕਾਰ ਨੇ ਦਿੱਤੀ ਹੈ। ਜੇ ਪੰਜਾਬ ਸਰਕਾਰ ਕਰਜ਼ਾ ਨਹੀਂ ਮੋੜ ਸਕਦਾ ਤਾਂ ਜਿਹੜਾ ਕਿਸਾਨ ਸਰਕਾਰਾਂ ਤੇ ਨਿਰਭਰ ਹੈ ਉਹ ਕਿਸਾਨ ਕਰਜ਼ਾ ਕਿਵੇਂ ਮੋੜੂਗਾ? ਇੱਕ ਵਾਰੀ ਉਹਨਾਂ ਨੂੰ ਕਰਜ਼ਾ ਦਵਾ ਕੇ ਤੇ ਉਹਨਾਂ ਨੂੰ ਕਰਜ਼ੇ ਦੇ ਮੱਕੜ ਜਾਲ 'ਚ ਫਸਾ ਕੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਕਰਕੇ ਇੱਕ ਹੋਰ ਤਰੀਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਜਿਹੜੀ ਹੈ ਉਹ ਹੜਪ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਾਲ ਇਹਦੇ ਮੈਂ ਇਹ ਵੀ ਦੱਸ ਦਿੰਦਾ, ਤੁਸੀਂ ਇਹ ਦੇਖ ਲਓ ਕਿ ਸਾਡੀਆਂ ਜਿਹੜਾ ਸਾਡਾ ਪਬਲਿਕ ਸੈਕਟਰ ਦੀਆਂ ਬੈਂਕ ਹੈ, ਪਬਲਿਕ ਸੈਕਟਰ ਦੀਆਂ ਬੈਂਕਾਂ ਦਾ ਜਿਹੜਾ ਸਭ ਤੋਂ ਸਿਰਮੌਰ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੂੰ ਹਦਾਇਤਾਂ ਕੀਤੀਆਂ ਹੋਈਆਂ ਕਿ ਕਾਰਪੋਰੇਟ ਘਰਾਣਿਆਂ ਨੂੰ ਵੱਧ ਤੋਂ ਵੱਧ ਕਰਜ਼ਾ ਦਿਓ। ਕਾਰਪੋਰੇਟ ਘਰਾਣਿਆਂ ਨੂੰ ਕਰਜ਼ਾ ਦਿੱਤਾ ਜਾਂਦਾ, ਕਰਜ਼ਾ ਡੁੱਬ ਜਾਂਦਾ, ਉਹਨਾਂ ਤੋਂ ਕਰਜ਼ਾ ਵਸੂਲਿਆ ਨਹੀਂ ਜਾਂਦਾ। ਸਟੇਟ ਦਾ ਪੈਸਾ, ਲੋਕਾਂ ਦਾ ਪੈਸਾ, ਸਰਕਾਰੀ ਸੈਕਟਰ ਦੇ ਵਿੱਚੋਂ ਪੈਸਾ ਲੈ ਕੇ ਉਹ ਆਪਣੀਆਂ ਬੈਂਕਾਂ ਬਣਾਉਂਦੇ ਆ, ਆਪਣੇ ਕਾਰੋਬਾਰ ਸਥਾਪਿਤ ਕਰਦੇ ਆ ਤੇ ਫਿਰ ਉਹਦੇ ਜ਼ਰੀਏ ਕਿਸਾਨੀ ਨੂੰ ਜਿਹੜੀਆਂ ਜ਼ਮੀਨਾਂ, ਐਡਾ ਵੱਡਾ ਜਿਹੜਾ ਖੇਤਰ ਹੈ, ਜਿਹੜਾ ਐਗਰੀਕਲਚਰ ਹੈ, ਉਹਦੇ ਤੇ ਕਬਜ਼ਾ ਕਰਨਾ ਇਹ ਇੱਕ ਯਤਨ ਹੈ ਜੀ। ਇਸ ਪਾਸੇ ਨੂੰ ਮੇਰੀ ਤਾਂ ਇਹ ਸਮਝ ਬਣਦੀ ਹੈ ਇਹਦੇ ਬਾਰੇ। ਬਾਕੀ ਤੁਸੀਂ ਸਿਆਣੇ, ਤੁਸੀਂ ਠੀਕ ਤਰ੍ਹਾਂ ਨਾਲ ਰਿਪੋਰਟ ਪੜ੍ਹੀ ਹੈ, ਮੈਂ ਰਿਪੋਰਟ ਪੜ੍ਹੀ ਨਹੀਂ ਸੀ। ਜਿੰਨੀ ਕੁ ਮੈਨੂੰ ਕਾਮਨ ਸੈਂਸ ਆ ਉਹਦੇ ਮੁਤਾਬਕ ਤਾਂ ਇਹੀ ਗੱਲ ਬਣ ਰਹੀ ਹੈ। ਗੱਲ ਇਹਨਾਂ ਨੇ ਕਲਾਈਮੇਟ ਚੇਂਜ ਦੀ ਕੀਤੀ ਹੈ ਵੀ ਕਲਾਈਮੇਟ ਚੇਂਜ ਅਸੀਂ ਬਿਲਕੁਲ ਬਹੁਤ ਤੁਹਾਡੀ ਕੰਮ ਦੀ ਗੱਲ ਹੈ ਕਿ ਅਸੀਂ ਮੰਦਰਾਂ ਮਸੀਤਾਂ 'ਚ ਤੁਰੇ ਫਿਰਦੇ ਹਾਂ, ਅਸੀਂ ਤਾਂ ਹੋਰ ਹੀ ਕਿਸੇ ਪਾਸੇ ਤੁਰੇ ਫਿਰਦੇ ਹਾਂ, ਅਸੀਂ ਟੱਲੀਆਂ ਵਜਾਉਣ ਵਾਲੇ ਪਾਸੇ ਤੁਰੇ ਫਿਰਦੇ ਹਾਂ। ਤੁਸੀਂ ਦੇਖਿਆ ਹੋਣਾ ਸਾਡੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਗਜਨੀ ਤੇ ਅਬਦਾਲੀ ਵਰਗੇ ਲੋਕ ਇੱਥੇ ਆਉਂਦੇ ਹੁੰਦੇ ਸੀ, ਉਹ ਆ ਕੇ ਹਮਲਾ ਕਰਦੇ ਹੁੰਦੇ ਸੀ, ਕਹਿੰਦੇ ਗਊਆਂ ਮੂਹਰੇ ਕਰਕੇ ਲਾ ਦਿੰਦੇ ਸੀ ਜੀ, ਆ ਗਊ ਮਾਤਾ ਲਾਤੀ ਮੂਹਰੇ ਤੇ ਉਹ ਗਊਆਂ ਨੂੰ ਵੀ ਲੈ ਜਾਂਦੇ ਸੀ, ਨਾਲ ਸਾਡੀਆਂ ਧੀਆਂ ਭੈਣਾਂ ਨੂੰ ਵੀ ਲੈ ਜਾਂਦੇ ਸੀ ਔਰ ਲੜਾਈ ਪੰਜਾਬੀਆਂ ਨੂੰ ਲੜਨੀ ਪੈਂਦੀ ਸੀ। ਅੱਜ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ ਤੇ ਇਹਨੂੰ ਵੀ ਨੋਟ ਕਰਨਾ ਬਣਦਾ ਹੈ ਕਿ ਇਕੱਲਾ ਡੈਮ ਨਹੀਂ ਬਣਾਇਆ, ਡੈਮ ਨਾਲ ਤਾਂ ਕਲਾਈਮੇਟ ਚੇਂਜ ਹੋ ਜਾਣਾ। ਇਹਦੇ ਨਾਲ ਜੇ ਆਪਾਂ ਦੇਖੀਏ ਚਾਈਨਾ ਤੋਂ ਪਾਕਿਸਤਾਨ, ਜਿਹੜਾ ਜਿਹਨੂੰ ਅਸੀਂ ਆਕੂਪਾਈਡ ਕਸ਼ਮੀਰ ਕਹਿ ਦਿੰਦੇ ਹਾਂ, ਜਿਹਦੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੈ, ਉਹਦੇ ਜ਼ਰੀਏ ਇੱਕ ਬਹੁਤ ਵੱਡੀ ਸੜਕ ਹੈ ਜਿਹੜੀ ਚਾਈਨਾ ਨੇ ਤੇ ਪਾਕਿਸਤਾਨ ਨੇ ਕੱਢ ਲਈ ਹੈ। ਚਾਈਨਾ ਨੇ ਕੱਢੀ, ਅਸਲ ਵਿੱਚ ਪਾਕਿਸਤਾਨ ਨਾਲ ਜੋੜਦੀ ਹੈ। ਉਹਦੇ ਨਾਲ ਜਿਹੜਾ ਸਾਰਾ ਵਪਾਰ ਹੈ ਇਸ ਖਿੱਤੇ ਦਾ, ਇਸ ਵਪਾਰ ਦਾ ਜਿਹੜਾ ਵੀ ਕੰਟਰੋਲ ਉਹਨਾਂ ਦੇ ਕੋਲੇ ਚਲਿਆ ਜਾਣਾ। ਔਰ ਫੌਜੀ ਸੈਕਟਰ ਦੇ ਫੌਜੀ ਨੁਕਤਾ ਨਿਗਾਹ ਤੋਂ ਆਪਾਂ ਦੇਖੀ ਤੇ ਫੌਜੀ ਨੁਕਤਾ ਨਿਗਾਹ ਨਾਲ ਵੀ ਸਾਡੇ ਲਈ ਇੱਕ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਸੋ ਇਹ ਤਾਂ ਹੁਣ ਸਾਡੀਆਂ ਸਰਕਾਰਾਂ ਤੇ ਨਿਰਭਰ ਹੈ ਵੀ ਇਹ ਤਾਂ ਸਾਰੇ, ਤੁਸੀਂ ਦੇਖਿਆ ਹੋਣਾ ਢਿੱਲੋਂ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਹੈ, ਵਿਧਾਨ ਸਭਾ 'ਚ ਰੌਲਾ ਪੈ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਾਡਾ ਮੁੱਖ ਮੰਤਰੀ ਕਿੱਥੇ ਗਿਆ ਸੀ। ਤੇ ਫਿਰ ਖਬਰ ਆਈ ਕਿ ਪੰਜਾਬ ਤਾਂ ਚਲੋ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ, ਅਜੇ ਤੱਕ ਕਾਂਗਰਸ ਦੀ ਸਰਕਾਰ ਹੈ। ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹੈ ਉਹਨਾਂ ਦੇ ਸਾਰੇ ਮੁੱਖ ਮੰਤਰੀਆਂ ਨੂੰ ਸਾਡੇ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਨੇ ਹਦਾਇਤ ਕੀਤੀ ਸੀ ਕਿ ਅਯੁੱਧਿਆ ਪਹੁੰਚੋ। ਔਰ ਅਯੁੱਧਿਆ ਜਿਹੜਾ ਉਹ ਮੰਦਿਰ ਦਾ ਨਿਰਮਾਣ ਹੁੰਦਾ, ਉੱਥੇ ਜਾ ਕੇ ਕੋਈ ਆਰਤੀ ਵਗੈਰਾ ਹੋਈ ਸੀ ਤੇ ਇਹ ਤਾਂ ਆਰਤੀਆਂ ਕਰਦੇ ਫਿਰਦੇ ਹੈ। ਫਿਕਰ ਹੀ ਹੈ ਨਹੀਂ ਇਹਨਾਂ ਨੂੰ, ਕੋਈ ਸਮਝ ਹੀ ਹੈ ਨਹੀਂ ਕਿ ਕਿਹੜੇ ਪਾਸੇ ਨੂੰ। ਕਲਾ ਠੀਕ ਹੈ, ਤੁਹਾਡੀ ਆਸਥਾ ਹੈ ਮੰਦਿਰ 'ਚ ਹੋਵੇ, ਕਿਸੇ ਦੀ ਮਸਜਿਦ 'ਚ ਹੋਵੇ, ਕਿਸੇ ਦੀ ਗੁਰਦੁਆਰਾ ਸਾਹਿਬ 'ਚ ਹੋਵੇ, ਕਿਸੇ ਦੀ ਚਰਚ ਦੇ ਵਿੱਚ ਹੋਵੇ, ਆਪੋ ਆਪਣੀ ਜਿਹੜੀ ਇਬਾਦਤ ਕਰਨੀ ਹੈ ਤੁਸੀਂ ਕਰੋ ਜਾ ਕੇ। ਲੇਕਿਨ ਸਰਕਾਰਾਂ ਦਾ ਕੰਮ ਹੁੰਦਾ ਦੇਸ਼ ਨੂੰ ਚਲਾਉਣਾ, ਦੇਸ਼ ਨੂੰ ਦਰਪੇਸ਼ ਖਤਰੇ ਹੈ ਜਿਹੜੇ ਉਹਨੂੰ ਕਾਬੂ ਕਰਨਾ। ਤੇ ਜੇ ਅਸੀਂ ਆਰਤੀਆਂ ਕਰਦੇ ਫਿਰਾਂਗੇ, ਮੁੱਖ ਮੰਤਰੀ ਜਾ ਕੇ ਉੱਥੇ ਮੱਥਾ ਟੇਕਣਗੇ। ਕਾਨਸਟੀਟਿਊਸ਼ਨ ਦੇ ਵਿੱਚ ਲਿਖਿਆ ਕਿ ਦੇਸ਼ ਸੈਕੂਲਰ ਦੇਸ਼ ਹੈ, ਰਾਜ ਦਾ ਕੋਈ ਧਰਮ ਨਹੀਂ ਹੁੰਦਾ। ਰਾਜ ਜਿਹੜਾ ਹੈਗਾ ਸਾਰੇ ਰਾਜ ਦੇ ਲੋਕਾਂ ਵਾਸਤੇ, ਧਰਮ ਨਾਗਰਿਕਾਂ ਦਾ ਹੁੰਦਾ ਹੈ। ਤੇ ਇੱਥੇ ਜੇ ਰਾਜ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨੂੰ ਲੈ ਕੇ ਉਸ ਪਾਸੇ ਨੂੰ ਚਲਿਆ ਜਾਊਗਾ ਤਾਂ ਦੇਸ਼ ਦਾ ਬਣੂਗਾ ਕੀ? ਮੇਰਾ ਖਿਆਲ ਹੈ ਮੈਨੂੰ ਤੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ, ਦਿਸੀ ਜਾਂਦਾ ਆਪਾਂ ਨੂੰ ਸਭ ਕੁਝ। ਜੀ ਢਿੱਲੋਂ ਸਾਹਿਬ, ਇਹਨਾਂ ਦਾ ਇੱਕ ਸਵਾਲ ਹੋਰ ਸੀਗਾ, ਉਹਦੇ 'ਤੇ ਵੀ ਆਪਾਂ ਗੱਲਬਾਤ ਕਰਦੇ ਹਾਂ, ਪਰ ਸਾਡੇ ਨਾਲ ਕਾਲਰ ਨੇ ਇੱਕ, ਉਹਨਾਂ ਦੀ ਵੀ ਆਪਾਂ ਗੱਲਬਾਤ ਸੁਣ ਲਈ, ਕੀ ਕਹਿਣਾ ਚਾਹੁੰਦੇ ਨੇ। ਜੀ ਵੈਲਕਮ, ਸਵਾਗਤ ਹੈ ਤੁਹਾਡਾ ਜੀ। ਵੈਨਕੂਵਰ ਤੋਂ ਬੋਲ ਰਹੇ ਹੋ ਤੁਸੀਂ? ਹਾਂਜੀ ਜੀ ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਚਲੋ ਸਾਹਿਬ, ਮੈਂ ਨਾ ਤੁਹਾਨੂੰ 2 ਸਵਾਲ ਪੁੱਛਣੇ ਸੀਗੇ। ਚਲੋ ਇੱਕ ਤਾਂ ਗੁਰਪ੍ਰੀਤ ਸਿੰਘ ਘੁੱਗੀ ਕਹਿੰਦਾ ਵੀ ਚੰਨੀ ਵੀ ਜਸਟਿਨ ਟਰੂਡੋ ਵਰਗਾ ਵਾ, ਵੀ ਬਾਹਰ ਲੁੱਟਣ ਨੂੰ ਮਿਲਦਾ ਫਿਰਦਾ ਹਨਾ, ਚਮਚਾਗਿਰੀ ਦੀ ਹੱਦ ਹੁੰਦੀ ਆ। ਤੇ ਉਹ ਮੈਂ ਪੁੱਛਣਾ ਸੀ, ਜਿਹੜੀਆਂ ਇਹਨਾਂ ਨੇ ਕਿਹਾ ਵੀ ਜਿਹੜੇ ਪਹਿਲਾਂ 36,000 ਜੋਬਾਂ ਸੀਗੀਆਂ ਉਹ ਪੱਕੇ ਕਰਤੇ ਜੀ ਬੰਦੇ, ਜਿਹੜੇ ਹੁਣ ਜਿਹੜੇ ਸਫਾਈ ਵਾਲੇ ਜਿਹੜੇ ਹੋਰ ਕਰਨੇ ਇਹਨਾਂ ਨੇ ਪੱਕੇ, ਜਿਹੜੇ 36,000 ਪਹਿਲਾਂ ਵਾਲੇ ਸੀ ਉਹ ਪੱਕੇ ਕਰਤੇ ਕਿ ਨਹੀਂ? ਤੇ ਦੂਜਾ ਮੇਰਾ ਸਵਾਲ ਇਹ ਸੀਗਾ ਵੀ ਇਹਨਾਂ ਨੇ ਕਾਸ਼ੀਨਾਥ ਤੇ ਸ਼ਾਇਦ ਇਹਨਾਂ ਨੇ ਕੋਈ BJP ਵਾਲਿਆਂ ਨੇ, RSS ਵਾਲਿਆਂ ਨੇ ਕਿਤਾਬ ਲਾਂਚ ਕੀਤੀ ਆ, ਕਹਿੰਦੇ ਉਹਦੇ 'ਚ ਉਹਨਾਂ ਨੇ ਕਿਹਾ ਵਾ ਵੀ
ਸਿੱਖਾਂ ਨੂੰ ਤਾਂ ਮੂਲਾਂ ਨਾਲ ਲੜਨ ਵਾਸਤੇ ਹਿੰਦੂਆਂ ਨੇ ਇੱਕ ਬਾਅਦ ਚੋਂ ਹਿੰਦੂਆਂ ਚੋਂ ਕੱਢੇ ਹੋਏ। ਤੁਹਾਡਾ ਸਵਾਲ ਸਮਝ ਨਹੀਂ ਲੱਗੀ ਤੁਹਾਡੀ ਕੀ ਕਹਿਣਾ ਚਾਹੁੰਦੇ? ਮੈਂ ਸਮਝ ਗਿਆ। ਹਾਂਜੀ ਜੀ 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 ਢਿੱਲੋਂ ਸਾਹਿਬ, ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕਹੀ ਹੈ 36,000 ਮੁਲਾਜ਼ਮਾਂ ਵਾਲੀ, ਅਜੇ ਤੱਕ 36 ਮੁਲਾਜ਼ਮਾਂ ਦੇ ਪੱਕੇ ਹੋਣ ਦਾ ਵੀ ਕੋਈ ਸਰਟੀਫਿਕੇਟ ਹੈ ਨਹੀਂਗਾ। ਕਿਸੇ ਵੀ ਮਹਿਕਮੇ ਦੇ ਵਿੱਚ ਅਜੇ ਤੱਕ ਕੋਈ ਚਿੱਠੀ ਨਹੀਂ ਆਈ ਕਿ ਆਹ ਬੰਦੇ ਤੁਹਾਡੇ ਪੱਕੇ ਕਰਤੇ। ਅਕਾਲੀਆਂ ਨੇ ਵੀ ਕੀਤੀ ਸੀ, ਅਕਾਲੀਆਂ ਨੇ ਵੀ ਵਿਧਾਨ ਸਭਾ ਦੇ ਵਿੱਚੋਂ ਜਾਣ ਵੇਲੇ ਉਹਨਾਂ ਨੇ ਇੱਕ ਰੈਜੂਲੇਸ਼ਨ ਪਾਸ ਕਰਤਾ ਸੀ, ਗਵਰਨਰ ਤੋਂ ਪ੍ਰਵਾਨਗੀ ਵੀ ਮਿਲ ਗਈ ਸੀ, ਲੇਕਿਨ ਉਹਦੇ ਸੰਬੰਧ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਪਿਛਲੇ ਦਿਨਾਂ 'ਚ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ, ਉਹ ਤੋਂ ਬਾਅਦ ਪ੍ਰੈਸ ਨੂੰ ਐਡਰੈਸ ਕਰਦਿਆਂ ਹੋਇਆ ਚੰਨੀ ਸਾਹਿਬ ਨੇ ਇਹ ਗੱਲ ਕਹੀ ਸੀਗੀ ਜੀ ਕਿ ਗਵਰਨਰ ਸਾਹਿਬ ਤੋਂ ਬਸ ਅਸੀਂ ਦੂਜੀ ਮਨਜ਼ੂਰੀ ਲੈਣ ਵਾਲੇ ਆ, ਭਾਵ ਨੋਟੀਫਿਕੇਸ਼ਨ ਵਾਲੀ, ਤੇ ਸਾਰੇ ਪੱਕੇ ਹੋ ਜਾਣਗੇ। ਉਹ ਹਾਲੇ ਪੱਕੇ ਹੋਏ ਨਹੀਂ ਤੇ ਕੈਬਨਿਟ ਦੀ ਮੀਟਿੰਗ ਦਾ ਇੱਕ ਹੋਰ ਆ ਗਿਆ ਫੈਸਲਾ ਆ ਗਿਆ ਜੀ, ਕਹਿੰਦੇ ਸਫਾਈ ਸੇਵਕ ਪੱਕੇ ਕਰਤੇ। ਚਲੋ ਚੰਗੀ ਗੱਲ ਆ, ਪੱਕੇ ਕਰ ਦੇਣ, ਪਰ ਅਜੇ ਤੱਕ ਸਾਡੇ ਕੋਲ ਇੱਕ ਵੀ ਇਨਫੋਰਮੇਸ਼ਨ ਹੈ ਨਹੀਂ। ਜਿਹੜੀ ਕਿਤਾਬ ਦਾ ਜ਼ਿਕਰ ਕਰਦੇ ਆ ਚਮਕੌਰ ਦੀ ਬਾਈ ਜੀ, ਉਹ ਕਿਤਾਬ ਅਸਲ ਦੇ ਵਿੱਚ 1923 ਦੇ ਵਿੱਚ ਸਾਵਰਕਰ ਨੇ ਲਿਖੀ ਸੀ, ਐਸੈਂਸ਼ੀਅਲਸ ਆਫ ਹਿੰਦੂਇਜ਼ਮ, ਹਿੰਦੂਇਜ਼ਮ ਦੀਆਂ ਲੋੜਾਂ ਕੀ ਹੈ। ਉਹਦੇ ਵਿੱਚ ਇੱਕ ਚੈਪਟਰ ਜਿਹੜਾ ਹੈਗਾ ਉਹ ਸਿੱਖਾਂ ਦੇ ਬਾਰੇ ਲਿਖਿਆ ਹੋਇਆ ਹੈ। ਉਹਦੇ ਵਿੱਚ ਉਹਨੇ ਸਮਝਾਇਆ ਕਿ ਜੇ ਭਾਰਤ ਦੇ ਵਿੱਚ ਤੁਸੀਂ ਹਿੰਦੂਤਵ ਨੂੰ ਲਾਗੂ ਕਰਨਾ ਹੈ ਤਾਂ ਫਿਰ ਤੁਹਾਨੂੰ ਸਿੱਖਾਂ ਦੀ ਮਦਦ ਲੈਣੀ ਪੈਣੀ ਹੈ। ਹੁਣ ਵੀ ਇਹ ਗੱਲ ਸਮਝੀ ਜਾਂਦੀ ਹੈ ਕਿ ਜਿਹੜੇ ਆ 3 ਖੇਤੀ ਕਾਨੂੰਨ ਇਹਨਾਂ ਨੇ ਕਾਲੇ ਕਾਨੂੰਨ ਵਾਪਸ ਲਏ ਹੈ ਜਾਂ ਖਤਮ ਕੀਤੇ ਹੈ, ਉਹਨਾਂ ਨੂੰ ਵਾਪਸ ਲੈਣ ਦਾ ਵੱਡਾ ਕਾਰਨ ਵੀ ਹੈ ਕਿ ਇਹਨਾਂ ਦਾ ਵੱਡਾ ਗੋਲ ਹੈ ਭਾਰਤ ਨੂੰ ਹਿੰਦੂਤਵ ਦੇ ਵਿੱਚ ਤਬਦੀਲ ਕਰਨਾ, ਸੈਕੂਲਰ ਇੰਡੀਆ ਨੂੰ ਇੱਕ ਹਿੰਦੂ ਇੰਡੀਆ ਬਣਾਉਣਾ ਹੈ। ਤੇ ਹਿੰਦੂ ਇੰਡੀਆ ਬਣਾਉਣ ਵਾਸਤੇ ਇਹਨਾਂ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਡਿੱਕਾ ਕੌਣ ਹੈ ਜੀ? ਉਹ ਮੁਸਲਮਾਨ। ਮੁਸਲਮਾਨਾਂ ਨੂੰ ਕਹਿੰਦੇ ਉਨੀ ਦੇਰ ਕਾਬੂ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਹਿੰਦੂ ਭਾਈਚਾਰੇ ਦੇ ਨਾਲ ਸਿੱਖ ਨਾ ਲੱਗਣਗੇ। ਔਰ RSS ਵਾਲੇ ਸਿੱਖਾਂ ਨੂੰ ਇੱਕ ਅਲੱਗ ਕੌਮੀਅਤ ਨਹੀਂ ਮੰਨਦੇ, ਉਹ ਇਹ ਗੱਲ ਕਹਿੰਦੇ ਕਿ ਸਿੱਖ ਵੀ ਹਿੰਦੂ ਸਮਾਜ ਦਾ ਇੱਕ ਹਿੱਸਾ ਹੀ ਹੈ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਤੇ ਇਹ ਕਿਤਾਬ ਜਿਹੜੀ ਹੈ 1923 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਆ ਗਿਆ ਤਾਂ ਉਸ ਕਿਤਾਬ ਦਾ ਜ਼ਿਕਰ ਫਿਰ ਹੋਣਾ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੇ ਪੱਤਰਕਾਰ ਨੇ ਦਾ ਪ੍ਰਿੰਟ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ, ਮੈਂ ਵੀ ਉਹ ਆਰਟੀਕਲ ਪੜ੍ਹਿਆ ਸੀ। ਉਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਫਿਰ ਮੈਂ ਕਿਤਾਬ ਵੀ ਤਲਾਸ਼ੀ ਸੀ, ਔਰ ਇਹ ਕਿਤਾਬ ਜਿਹੜੀ ਹੈ ਇਹ ਹਿੰਦੀ ਦੇ ਵਿੱਚ ਵੀ ਇਹਦਾ ਅਨੁਵਾਦ ਹੋਇਆ। ਮੈਂ ਸਾਰੀ ਤਾਂ ਨਹੀਂ ਪੜ੍ਹ ਸਕਿਆ, ਲੇਕਿਨ ਮੈਂ ਸਿੱਖਾਂ ਦਾ ਚੈਪਟਰ ਪੜ੍ਹਿਆ ਸੀ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਇਹ ਲਈ ਇਹ ਠੀਕ ਹੈ। ਤੀਜੀ ਗੱਲ ਭਾਜੀ ਨੇ ਕੀਤੀ ਹੈ ਗੁਰਪ੍ਰੀਤ ਸਿੰਘ ਘੁੱਗੀ ਵਾਲੀ ਗੱਲ। ਚਲੋ ਜੀ, ਘੁੱਗੀ ਤਾਂ ਘੁੱਗੀ ਹੈ ਨਾ, ਫਿਰ ਹੁਣ ਮੈਂ ਕੀ ਕਹਾਂ। ਕਿਸੇ ਵੇਲੇ ਘੁੱਗੀ ਇਹ ਗੱਲ ਕਹਿੰਦਾ ਸੀ ਕਿ ਸਾਰੀ ਦੁੱਖਾਂ ਦਰਦਾਂ ਦੀ ਜਿਹੜੀ ਹੈਗੀ ਹੈ ਬਿਮਾਰੀ, ਉਹਦਾ ਇਲਾਜ ਇੱਕ ਬੰਦੇ ਕੋਲ ਹੈ ਜਿਹਦਾ ਨਾਂ ਅਰਵਿੰਦ ਕੇਜਰੀਵਾਲ ਹੈ। ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਸਟੇਟ ਦਾ ਪ੍ਰੈਜ਼ੀਡੈਂਟ ਵੀ ਬਣਾਤਾ ਸੀ ਤੇ ਟਿਕਟ ਵੀ ਦੇਤੀ ਸੀ, ਵੋਟਾਂ ਵੀ ਉਹ ਚੰਗੀਆਂ ਲੈ ਗਏ ਸੀ। ਲੇਕਿਨ ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕੀ ਕਹਿੰਦੇ ਹੁੰਦੇ ਸੀ, ਜੇ ਚੰਨੀ ਸਾਹਿਬ ਜਸਟਿਨ ਟਰੂਡੋ ਹੈ ਤਾਂ ਚੰਨੀ ਸਾਹਿਬ ਦੇ ਤਾਂ ਕਿੰਨੀਆਂ ਤੁਸੀਂ ਦੇਖ ਲਓ ਟੁੱਟ ਕੇ ਕੀ ਆਈ ਜਾਂਦੇ ਹੈ, ਮਜ਼ਾਕ ਦਾ ਪਾਤਰ ਬਣੇ ਹੋਏ ਹੈ। ਕੱਲ ਮੈਂ ਲੰਬੀ ਦੇ ਵਿੱਚ ਸੀਗਾ, ਖੁੱਡੀਆਂ ਪਿੰਡ ਦੇ ਵਿੱਚ ਸੀ, ਤੇ ਮੈਂ ਸੁਣਿਆ ਕੇਜਰੀਵਾਲ ਸਾਹਿਬ ਦਾ ਭਾਸ਼ਣ। ਕੇਜਰੀਵਾਲ ਸਾਹਿਬ ਨੇ ਉੱਥੇ ਕਿਹਾ ਕਿ ਆਪਣੀ ਉਹ ਕੁੜੀ ਹੈ ਨਾ ਇੱਕ ਜਿਹੜੀ ਹੁਣ ਮਿਸ ਯੂਨੀਵਰਸ ਬਣੀ ਹੈ, ਕਹਿੰਦੇ ਕੇਜਰੀਵਾਲ ਕਹਿੰਦਾ ਉਹ ਕੁੜੀ ਨੇ ਟੈਲੀਫੋਨ ਕਰ ਲਿਆ ਚੰਨੀ ਸਾਹਿਬ ਨੂੰ ਕਿ ਚੰਨੀ ਸਾਹਿਬ ਮੈਂ ਮਿਸ ਯੂਨੀਵਰਸ ਬਣ ਗਈ। ਅੱਛਾ ਤੂੰ ਬਣ ਗਈ, ਮੈਂ ਤਾਂ ਪਹਿਲਾਂ ਹੀ ਹੈਗਾ। ਹਾਲਤ ਇਹ ਬਣੀ ਵੀ ਆ। ਉਹ ਕਹਿੰਦਾ ਵੀ ਕੇਜਰੀਵਾਲ ਕਹਿੰਦੇ ਜੇਲ੍ਹ 'ਚ ਚਲਾ ਗਿਆ। ਜੇਲ੍ਹ ਦੇ ਵਿੱਚ ਇੱਕ ਬੰਦੇ ਨੂੰ ਪੁੱਛਿਆ ਜਾ ਕੇ ਵੀ ਤੂੰ ਕਿਵੇਂ ਆਇਆ, ਤੂੰ ਜੇਲ੍ਹ 'ਚ ਕਿਵੇਂ ਆ ਗਿਆ? ਉਹ ਕਹਿੰਦਾ ਜੀ ਮੈਂ ਜੇਬ ਕਤਰਾ, ਮੈਂ ਇਸ ਕਰਕੇ ਆ ਗਿਆ। ਲੈ ਉਹ ਵੱਡਿਆ ਬੜਿਆ ਕਿ ਮੈਂ ਤੇਰੇ ਨਾਲ ਵੀ ਪਹਿਲਾਂ ਦਾ। ਇਸ ਕਿਸਮ ਦੇ ਮਜ਼ਾਕ ਬਣ ਗਏ ਕਿ ਮੈਨੂੰ ਕਿੱਲਾ ਵੀ ਕੱਢਣਾ ਆਉਂਦਾ ਹੈ, ਮੈਨੂੰ ਜਿਹੜਾ ਹੈਗਾ ਗੁੱਲੀ ਡੰਡਾ ਵੀ ਖੇਡਣਾ ਆਉਂਦਾ ਹੈ, ਮੈਨੂੰ ਪੱਠੇ ਵੀ ਕੁਤਰਨੇ ਆਉਂਦੇ ਹੈ, ਮੈਨੂੰ ਗਾਰਾ ਵੀ ਕੱਢਣਾ ਆਉਂਦਾ ਹੈ, ਤੇ ਨਾਲ ਇੱਥੋਂ ਤੱਕ ਕਹਿੰਦਾ ਵੀ ਮੈਂ NRI ਵੀ ਹਾਂ। ਉਹ ਕਿਸੇ ਨੇ ਪੁੱਛ ਲਿਆ ਕਿ NRI ਬਾਰੇ ਕੁਝ ਸੋਚੋਗੇ ਨਾ, ਮੈਂ ਵੀ NRI ਹਾਂ। ਕਿ ਤੁਸੀਂ NRI ਕਿਵੇਂ? ਕਹਿੰਦੇ ਮੈਂ ਪਿੰਡ ਚੋਂ ਸ਼ਹਿਰ 'ਚ ਆ ਗਿਆ ਸੀ, ਮੇਰੇ ਪਿੰਡ ਵਾਲੇ ਲੋਕ ਮੈਨੂੰ NRI ਕਹੀ ਜਾਂਦੇ ਹੈ। ਮਤਲਬ ਹਾਲਤ ਇਹ ਹੈ ਕਿ ਇਹ ਐਡੇ ਥੋੜੇ ਸਮੇਂ ਦੇ ਵਿੱਚ ਕੋਈ ਮੁੱਖ ਮੰਤਰੀ ਐਡੇ ਵੱਡੇ ਮਜ਼ਾਕ ਦਾ ਪਾਤਰ ਬਣ ਜਾਏ ਕਿ ਟਿਕਟੌਕ ਦੇ ਉੱਤੇ ਉਹਨਾਂ ਦੀਆਂ ਫਿਲਮਾਂ ਵੀ ਆਉਣ ਲੱਗ ਜਾਣ। ਤੇ ਉਹਨੂੰ ਘੁੱਗੀ ਸਾਹਿਬ ਕਹਿੰਦੇ ਇਹ ਜਸਟਿਨ ਟਰੂਡੋ ਹੈ, ਧੰਨ ਹੈ ਘੁੱਗੀ ਤੇ ਧੰਨ ਹੈ ਉਹਦਾ ਜਸਟਿਨ ਟਰੂਡੋ। ਇਹਦੇ ਬਾਰੇ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਜੀ। ਜੀ ਸਰ ਨੇ ਕਾਲਰ ਇੱਕ ਹੋਰ ਨੇ ਜੀ, ਉਹਨਾਂ ਦੀ ਵੀ ਗੱਲਬਾਤ ਸੁਣ ਲਈਏ ਕੀ ਕਹਿਣਾ ਚਾਹੁੰਦੇ ਨੇ ਜੀ। 1133 ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਢਿੱਲੋਂ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਜਿਹੜੀ ਵੀ ਪਾਰਟੀ ਜਿੱਤੀ ਹੁੰਦੀ ਆ ਉਹਦੇ ਬਲਦੇ ਹੀ ਤਕਰੀਬਨ ਹੁੰਦਾ ਆ, ਰਾਈਟ।
ਅਗਰ ਇਹ ਤਾਂ ਇਹ ਹੋਇਆ ਫਿਰ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਕੱਲ ਨੂੰ ਦੂਜੀ ਪਾਰਟੀ ਆ ਜਾਏਗੀ ਜਿੱਤ ਕੇ ਫਿਰ ਉਹਦੇ ਵੱਲ ਦਾ ਹੋ ਜਾਏਗਾ। ਇਹ ਮੈਨੂੰ ਥੋੜੀ ਜਿਹੀ ਗੱਲ ਠੀਕ ਨਹੀਂ ਲੱਗੀ। ਜਿਹੜਾ ਇਲੈਕਸ਼ਨ ਕਮਿਸ਼ਨ ਆ ਇਹ ਫੈਡਰਲ ਦੇ ਅੰਦਰ ਹੋਣਾ ਚਾਹੀਦਾ, ਕਿਸੇ ਵੀ ਪਾਰਟੀ ਦੇ ਹੱਕ 'ਚ ਮਤਲਬ ਕੋਈ ਵੀ ਇਹੀ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਅਗਰ ਜੇ ਇਹ ਕਰਦੇ ਨੇ ਤਾਂ ਫਿਰ ਜਿਹੜੀਆਂ ਆਮ ਲੋਕਾਂ ਦੀਆਂ ਵੋਟਾਂ ਨੇ, ਚਾਹੇ ਉਹ ਠੀਕ ਕੈਂਡੀਡੇਟ ਨੂੰ ਵੀ ਪਾਉਂਦੇ ਨੇ, ਤਾਂ ਉਹਨਾਂ ਦੀ ਤਾਂ ਕੋਈ ਵੈਲਿਊ ਹੈ ਨਹੀਂ। ਮੈਂ ਸਮਝਦੀ ਕਿ ਜੇ ਇਸ ਤਰ੍ਹਾਂ ਇਹ ਹੁੰਦਾ ਆ, ਔਰ ਉਹਨਾਂ ਨਾਲ ਤਾਂ ਇਹ ਮੈਨੂੰ ਲੱਗਦਾ ਆ ਜਿਹੜੇ ਆਪਣੇ MLA ਆ ਜਾਂ ਅੱਗੇ ਹੈਗੇ ਨੇ ਉਹਨਾਂ ਨੂੰ ਲੋੜ ਵੀ ਕੀ ਹੈ ਇੰਨੀ ਸਖਤ ਮਿਹਨਤ ਕਰਨ ਦੀ। ਜ਼ਿਆਦਾਤਰ ਤਾਂ ਉਹਨਾਂ ਨੇ ਆਪਣੇ ਪਿੰਡਾਂ ਵਿੱਚ ਔਰਗਨਾਈਜੇਸ਼ਨਾਂ ਬਣਾਈਆਂ ਹੁੰਦੀਆਂ ਹੈ, ਔਰਗਨਾਈਜੇਸ਼ਨਾਂ ਨੂੰ ਉਸ ਇਲਾਕੇ ਨੂੰ ਥੋੜੇ ਪੈਸੇ ਦੇ ਦਿੰਦੇ ਨੇ ਤਾਂ ਉਹਦੇ ਹਿਸਾਬ ਨਾਲ ਉਹ ਦੂਜਿਆਂ ਨੂੰ ਉਸੇ ਪਾਰਟੀ ਦੇ ਹੱਕ 'ਚ ਵੋਟਾਂ ਜਿਤਾ ਦਿੰਦੇ ਨੇ। ਜਿਵੇਂ ਚੰਨੀ ਦੇ ਪਿੰਡ ਵੀ ਇਹੀ ਹੋਇਆ ਸੀਗਾ। ਹੁਣ ਜਦੋਂ ਚੰਨੀ ਨੂੰ ਬਣਾਇਆ ਸੀ ਤਾਂ ਉਹ ਇਹੀ ਗੱਲ ਕਰਦੇ ਸੀ, ਜਿਹੜੀ ਆਪਣੇ ਅਮਰਿੰਦਰ ਉਹਨਾਂ ਦੇ ਮਤਲਬ ਪਹਿਲਾਂ ਇਹ ਹੋਈ ਆ ਪਾਰਟੀ ਦੇ ਚੰਨੀ ਉਹ ਨਹੀਂ ਜਿੱਤੇ ਨੇ, ਤਾਂ ਉਹ ਕਰਦੇ ਸੀਗੇ ਦੂਜੀ ਪਾਰਟੀ ਦੇ ਉੱਥੇ ਇੰਨਾ ਰੌਲਾ ਪਿਆ ਕਿ ਅਸੀਂ ਇਸ ਵਕਤ ਕੁਛ ਵੀ ਹੋ ਜਾਵੇ ਚੰਨੀ ਨੂੰ ਮੂਹਰੇ ਨਹੀਂ ਆਉਣ ਦੇਣਾ। ਇਹਦਾ ਮਤਲਬ ਜਿਹੜੇ ਮੂਹਰੇ 5 ਸਰਪੰਚ ਜਾਂ ਕਰਤਾ ਧਰਤਾ ਕਹਿ ਦੋ ਤਾਂ ਇਹ ਤਾਂ ਮੇਰਾ ਮਤਲਬ ਵੀ ਉਹਨਾਂ ਦੇ ਹਿਸਾਬ ਨਾਲ ਗੌਰਮੈਂਟਾਂ ਚੱਲੀ ਜਾਣੀ। ਜਿਹੜੀ ਦਾ ਜ਼ੋਰ ਚੱਲ ਗਿਆ ਜਾਂ ਇਹ ਪੈਸੇ ਤੇ ਜ਼ੋਰ ਚੱਲ ਜਾਂਦਾ ਆ ਜਾਂ ਉਸ ਤਰ੍ਹਾਂ, ਫਿਰ ਤਾਂ ਇਹਨਾਂ ਨੇ ਆਪਣੇ ਉਹੀ ਕਰੀ ਜਾਣੇ। ਜਾਂ ਜਿਹੜੀਆਂ ਹੁਣ ਤੁਸੀਂ ਕਹਿੰਦੇ ਆ ਕਿ ਆਪਣੇ SP ਜਾਂ ਹੋਰ ਵੱਡੀਆਂ ਪੋਜੀਸ਼ਨਾਂ ਨੂੰ ਉਹਨਾਂ ਦੀ ਵੈਲਿਊ ਪੈਂਦੀ ਆ, ਤਾਂ ਉਹਦੇ ਹਿਸਾਬ ਨਾਲ ਤਾਂ ਫਿਰ ਇਹਨਾਂ ਨੇ ਜਦੋਂ ਵੈਲਿਊ ਪੈ ਕੇ ਇਹਨਾਂ ਦੀਆਂ ਟਰਾਂਸਫਰਾਂ ਹੋ ਗਈਆਂ ਤਾਂ ਉਹਨਾਂ ਨੇ ਅੱਗੇ ਜਾ ਕੇ ਵੀ ਤਾਂ ਉਹ ਪੈਸਾ ਵਸੂਲ ਕਰਨ ਦੀ ਖਾਤਰ ਕੁਛ ਨਾ ਕੁਛ ਤਾਂ ਕਰਪਸ਼ਨ ਕਰਨੀ ਆ। ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਵੀ ਇਹ ਕੰਮ ਜੇ ਸ਼ੁਰੂ ਤੋਂ ਹੀ ਇਹ ਫੈਡਰਲ ਦੇ ਅੰਡਰ ਹੀ ਹੋਣ, ਔਰ ਇਹ ਫੈਡਰਲ ਜਿਹੜਾ ਡਿਪਾਰਟਮੈਂਟ ਹੈ ਇਹ ਬਿਲਕੁਲ ਹੀ ਫੈਡਰਲ ਦੇ ਅੰਡਰ ਹੋਵੇ, ਕਿਸੇ ਪਾਰਟੀ ਦੇ ਵੱਲ ਦੀ ਗੱਲ ਨਾ ਕਰੇ। ਤਦ ਮੈਨੂੰ ਲੱਗਦਾ ਕੰਟਰੀ 'ਚ ਇਹ ਜਿਹੜੀ ਹੈਗੀ ਆ ਕਰਪਸ਼ਨ ਵੀ ਦੂਰ ਹੋ ਸਕਦੀ ਆ, ਔਰ ਲੀਡਰਾਂ ਨੂੰ ਵੀ ਇਹ ਡਰ ਹੋਣਾ ਚਾਹੀਦਾ। ਜੇ ਲੀਡਰ ਕੋਈ ਕਰਪਸ਼ਨ ਕਰਦਾ ਆ ਤਾਂ ਉਹਦੀ ਫਾਇਰਿੰਗ ਹੋਣੀ ਚਾਹੀਦੀ ਆ, ਨਾ ਕਿ ਉਹਦੀ ਟਰਾਂਸਫਰ ਹੋ ਕੇ ਦੂਸਰੇ ਪਾਸੇ ਹੋ ਜਾਵੇ MLA ਦੀ ਜਾਂ ਜੋ ਵੀ ਦੂਸਰੀਆਂ ਪੋਜੀਸ਼ਨਾਂ ਨੇ, ਚਾਹੇ ਪੁਲਿਸ 'ਚ ਨੇ ਚਾਹੇ ਕਿਸੇ ਵੀ ਡਿਪਾਰਟਮੈਂਟ ਨੇ। ਅਦਰਵਾਈਜ਼ ਇਹ ਨਹੀਂ ਹੋਣਾ ਹੈਗਾ। ਇਹ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਆ, ਸਾਡੀਆਂ ਜਿਹੜੀਆਂ ਇੱਥੇ ਅਮਰੀਕਾ ਦੀਆਂ 2016 ਦੀਆਂ ਇਲੈਕਸ਼ਨ ਹੋਈਆਂ ਸੀ ਉਹਨਾਂ ਵਿੱਚ ਬਿਲਕੁਲ ਉਦੋਂ ਥਾਈ ਬਿਲਕੁਲ ਕੋਈ ਇਹ ਨਹੀਂ ਸੀ। ਟੈਕਨੋਲੋਜੀ ਬੜੀ ਦੇਰ ਤੋਂ ਕੰਮ ਕਰਦੀ ਹੈ, ਕਦੇ ਡੈਮੋਕ੍ਰੇਟਿਕ ਆ ਜਾਂਦੀ ਸੀ ਕਦੇ ਰਿਪਬਲਿਕਨ। ਤਾਂ ਹੁਣ 16 ਵਿੱਚ ਇਹ ਟਰੰਪ ਜਿੱਤ ਗਿਆ, ਜਿਹੜੀ ਦੂਸਰੀ 20  'ਚ ਆਈ ਹੈ ਉਹਦੇ 17 ਵਿੱਚ ਇਹਨਾਂ ਨੇ ਮਸ਼ੀਨਾਂ ਬਦਲਤੀਆਂ। ਇਹਦਾ ਮਤਲਬ ਸਮਥਿੰਗ ਇਹ ਮਸ਼ੀਨਾਂ ਵਿੱਚ ਰੌਂਗ ਆ ਜਾਂ ਇਹ ਜਿਹੜਾ ਤੁਸੀਂ ਇੱਥੇ ਵੀ ਇਹੀ ਆ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਹੁਣ ਇਹਨਾਂ ਉਸੇ ਪਾਰਟੀ ਵੱਲ ਦਾ ਹੋ ਜਾਂਦਾ। ਉਸ ਹਾਲਤ ਦੇ ਵਿੱਚ ਤੁਹਾਡੀ ਕੰਟਰੀ ਦੀ ਸਿਚੁਏਸ਼ਨ ਵਿਗੜਨੀ ਆ, ਇਹ ਦੂਰ ਹੋਣੀ ਚਾਹੀਦੀ ਹੈ। ਬਿਲਕੁਲ ਬਹੁਤ ਧੰਨਵਾਦ ਭੈਣ ਜੀ। ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਜਿਹੜਾ ਚੋਣ ਕਮਿਸ਼ਨ ਆ, ਇੱਕ ਤਾਂ ਆਪਾਂ ਇਹਨਾਂ ਕੰਟਰੀਆਂ ਦੇ ਨਾਲ ਜਿਹੜੀ ਭਾਰਤ ਦੀ ਤੁਲਨਾ ਕਰ ਰਹੇ ਹਾਂ ਨਾ, ਉਹ ਮੇਰੇ ਖਿਆਲ ਦੇ ਵਿੱਚ ਠੀਕ ਨਹੀਂ ਹੈਗੀ, ਕਿਉਂਕਿ ਇੱਥੋਂ ਦਾ ਸਿਸਟਮ ਤੇ ਉੱਥੋਂ ਦਾ ਸਿਸਟਮ ਸਾਨੂੰ ਸਾਰਿਆਂ ਨੂੰ ਪਤਾ। ਅਸੀਂ ਉੱਥੋਂ ਇੱਥੇ ਇਸੇ ਕਰਕੇ ਆਏ ਹਾਂ। ਆਪਾਂ ਅਮਰੀਕਾ ਜਾਂ ਕੈਨੇਡਾ ਦੇ ਨਾਲ ਕਦੇ ਵੀ ਤੁਲਨਾ ਨਹੀਂ ਕਰ ਸਕਦੇ। ਆਮ ਤੌਰ 'ਤੇ ਲੋਕ ਇਹ ਕਹਿੰਦੇ ਹੁੰਦੇ ਆ ਕਿ 100 ਸਾਲ ਅਸੀਂ ਪਿੱਛੇ ਹਾਂ, ਜੇ 100 ਸਾਲ ਬਾਅਦ ਵੀ ਅਸੀਂ ਟਰਾਈ ਕਰੀਏ ਨਾ ਅਸੀਂ ਜਿੰਨੀਆਂ ਤੁਹਾਡੀਆਂ ਰਜਿਸਟਰ ਵੋਟਰ ਹੁੰਦੇ ਨੇ ਨਾ, ਚਾਹੇ ਉਹ ਕਿਸੇ ਵੀ ਪਾਰਟੀ ਦੇ, ਉਹ ਰਜਿਸਟਰ ਹੁੰਦੇ ਨੇ ਕਿ ਇਸ ਪਾਰਟੀ ਦਾ ਰਜਿਸਟਰ ਵੋਟਰ ਆ। ਪਰ ਮੈਂ ਸੁਣਿਆ ਆ ਕਿ ਜਿਹੜੇ ਇੰਡੀਆ ਵਿੱਚ ਰਜਿਸਟਰ ਜ਼ਰੂਰ ਕਰਦੇ ਨੇ ਵੋਟਿੰਗ ਵਾਸਤੇ, ਪਰ ਉੱਥੇ ਕਿਸੇ ਪਾਰਟੀ ਦੇ ਵੱਲ ਦੀ ਨਹੀਂ ਕਰਦੇ ਕਿ ਇਹ BJP ਦਾ ਆ ਜਾਂ ਇਹ ਕਾਂਗਰਸ ਦਾ। ਇਹ ਟਰੂ ਹੈ? ਮੈਨੂੰ ਜਿਹੜਾ ਥੋੜਾ ਜਿਹਾ ਤੁਸੀਂ ਆਫ ਦੀ ਏਅਰ ਸੁਣ ਲਓ, ਪਰ ਢਿੱਲੋਂ ਸਾਹਿਬ ਦੇ ਕਮੈਂਟ ਲੈਣੇ। ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਭੈਣ ਜੀ ਦੀ ਕਾਲ ਦੇ ਉੱਤੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ, ਮੈਂ ਭੈਣ ਜੀ ਨਾਲ ਸਹਿਮਤ ਹਾਂ 100% ਕਿ ਜਿਹੜੇ ਡੈਮੋਕ੍ਰੇਟਿਕ ਸਿਸਟਮ ਦਾ ਫਿਰ ਰਹਿਣਾ ਹੀ ਨਹੀਂ, ਇਹ ਕੁਛ ਹੁੰਦਾ ਹੈ। ਵਾਕਈ ਇਹ ਗੱਲ ਠੀਕ ਹੈ ਤੁਹਾਡੇ। ਮੈਂ ਯਾਦ ਕਰਾਉਣਾ ਕਿ ਸਾਡੇ ਇੱਕ ਚੋਣ ਕਮਿਸ਼ਨਰ ਹੁੰਦੇ ਸੀ ਸਰਦਾਰ ਮਨੋਹਰ ਸਿੰਘ ਗਿੱਲ। ਮਨੋਹਰ ਸਿੰਘ ਗਿੱਲ ਭਾਰਤ ਦੇ ਚੋਣ ਕਮਿਸ਼ਨਰ ਹੁੰਦੇ ਸੀ ਤੇ ਬਾਅਦ ਦੇ ਵਿੱਚ ਮਨੋਹਰ ਸਿੰਘ ਗਿੱਲ ਨੂੰ ਕਾਂਗਰਸ ਪਾਰਟੀ ਨੇ ਸੀਟ ਦਿੱਤੀ ਸੀ, ਟਿਕਟ ਦਿੱਤੀ ਸੀ ਤੇ ਫਿਰ ਖੇਡ ਮੰਤਰੀ ਵੀ ਬਣੇ ਸੀ। ਹੁਣ ਜੇ ਤੁਸੀਂ ਦੇਖੋ ਕਿ ਇੰਨੇ ਅਸੀਂ ਪ੍ਰਭਾਵਿਤ ਹੋ ਸਕਦੇ ਕਿ ਅਸੀਂ ਕੋਈ ਸਿਆਸੀ ਅਹੁਦਾ ਪ੍ਰਾਪਤ ਕਰ ਸਕਦੇ ਹਾਂ ਤੇ ਫਿਰ ਉਹਦਾ ਬਣੂਗਾ ਕੀ? ਇਵੇਂ ਜਿਵੇਂ ਤੁਸੀਂ ਦੇਖੋ, ਇੱਕ ਅਸ਼ੋਕ ਸਾਡਾ 3 ਮੈਂਬਰੀ ਚੋਣ ਕਮਿਸ਼ਨ ਹੈ, ਇੱਕ ਮੁੱਖ ਚੋਣ ਕਮਿਸ਼ਨਰ ਹੈ, 2 ਉਹਦੇ ਨਾਲ ਹੁੰਦੀ ਹੈ। ਇੱਕ ਚੋਣ ਕਮਿਸ਼ਨਰ ਦਾ ਨਾਂ ਅਸ਼ੋਕ ਲਵਾਸਾ ਸੀ। ਅਸ਼ੋਕ ਲਵਾਸਾ 2014 ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ ਉਹਦੇ ਵਿੱਚ ਇੱਕ ਟਾਈਮ ਇਹ ਆ ਗਿਆ ਸੀ ਕਿ ਇੱਕ ਸ਼ਿਕਾਇਤ ਹੋ ਗਈ ਸੀ। ਸ਼ਿਕਾਇਤ ਕਿਹਦੀ ਹੋਈ ਸੀ? ਨਰਿੰਦਰ ਮੋਦੀ ਸਾਹਿਬ ਦੀ ਸ਼ਿਕਾਇਤ ਹੋ ਗਈ ਸੀ ਕਿ ਇਹਨਾਂ ਦੇ ਹੈਲੀਕਾਪਟਰ ਦੇ ਵਿੱਚ ਜਿਹੜੇ ਵੱਡੇ ਵੱਡੇ ਬਕਸੇ ਗਏ ਆ, ਉਹਨਾਂ ਦੇ ਰਾਹੀਂ ਕਿਸੇ ਇਲਾਕੇ ਦੇ ਵਿੱਚ ਰਾਸ਼ੀ ਗਈ ਹੈ, ਧਨ ਗਿਆ, ਦੌਲਤ ਗਈ ਹੈ, ਔਰ ਉਹ ਦੌਲਤ ਜਿਹੜੀ ਹੈਗੀ ਆ ਉਹਨੂੰ ਇਸਤੇਮਾਲ ਕੀਤਾ ਚੋਣਾਂ ਵਾਸਤੇ। ਇਹ ਕੰਪਲੇਂਟ ਆ ਗਈ, ਇਲੈਕਸ਼ਨ ਕਮਿਸ਼ਨ ਦੀ ਹੋ ਗਈ ਮੀਟਿੰਗ।
ਉਸ ਮੀਟਿੰਗ ਦੇ ਵਿੱਚ ਜਿਹੜੇ ਅਸ਼ੋਕ ਲਵਾਸਾ ਸਾਹਿਬ ਸੀ ਉਹ ਕਹਿੰਦੇ ਜੀ ਸਾਨੂੰ ਇਹਦੀ ਪੜਤਾਲ ਦਾ ਹੁਕਮ ਦੇ ਦੇਣਾ ਚਾਹੀਦਾ, ਕਿਉਂਕਿ ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਗ੍ਰਹਿ ਮੰਤਰੀ ਹੈ, ਜਦੋਂ ਉਹਦੀ ਕੰਪਲੇਂਟ ਆ ਗਈ ਉਹਦੀ ਕੰਪਲੇਂਟ ਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ। ਦੂਜਾ ਦੋਨਾਂ ਨੇ ਕਹਿਤਾ ਜੀ ਨਹੀਂ ਹੋਣੀ ਚਾਹੀਦੀ। ਉਹ ਕਹਿੰਦਾ ਜੀ ਮੇਰਾ ਡਿਸੈਂਟ ਨੋਟ ਲਿਖ ਦਿਓ, ਤੁਸੀਂ ਬਹੁ ਗਿਣਤੀ ਨਾਲ ਮੇਰੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ ਤੇ ਮੇਰਾ ਡਿਸੈਂਟ ਨੋਟ ਲਿਖ ਦਿਓ। ਕਹਿੰਦੇ ਵੀ ਉਹ ਵੀ ਨਹੀਂ ਲਿਖਣਾ। ਤੇ 3-4 ਦਿਨਾਂ ਬਾਅਦ ਕੀ ਹੋਇਆ ਜੀ, ਉਹਦੇ ਘਰੇ ਰੇਡਾਂ ਹੋਣੀਆਂ ਸ਼ੁਰੂ ਹੋ ਗਈਆਂ। ਉਹਦੀ ਵਾਈਫ, ਉਹਦੇ ਬੱਚੇ, ਉਹਨਾਂ ਦੀਆਂ ਭੈਣਾਂ, ਉਹਨਾਂ ਸਾਰਿਆਂ ਦੇ ਖਿਲਾਫ ਰੇਡਾਂ ਸ਼ੁਰੂ ਹੋ ਗਈਆਂ। ਔਰ ਉਹ ਬੰਦਾ ਇੰਨਾ ਤੰਗ ਆ ਗਿਆ, ਮੈਂ ਹੁਣ ਕਰਾਂ ਤਾਂ ਕਰਾਂ ਕੀ। ਉਸ ਬੰਦੇ ਨੇ ਭਾਰਤ ਦਾ ਚੀਫ ਕਮਿਸ਼ਨਰ ਬਣਨਾ ਸੀ ਇਲੈਕਸ਼ਨ ਦਾ। ਬਾਅਦ ਵਿੱਚ ਕੀ ਹੋਇਆ, ਉਸ ਬੰਦੇ ਦੀ ਟ੍ਰਾਂਸਫਰ ਇੱਕ ਏਸ਼ੀਆਈ ਬੈਂਕ ਦੇ ਵਿੱਚ ਕਰ ਦਿੱਤੀ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ। ਸੀਟ ਸਾਡੀ ਸੀਗੀ, ਇੰਡੀਆ ਨੂੰ ਮਿਲਣੀ ਸੀਗੀ ਕਿ ਕਿਹਨੂੰ ਭੇਜ ਗਏ। ਤੇ ਉਹਨੇ ਕੰਨਾਂ ਨੂੰ ਹੱਥ ਲਾ ਕੇ ਖੜਾ ਛੁਡਾਇਆ ਕਿ ਮੈਂ ਚੋਣ ਕਮਿਸ਼ਨਰ ਨਹੀਂ ਰਹਿਣਾ ਜੀ, ਮੈਨੂੰ ਤਾਂ ਉਧਰ ਹੀ ਜਾਣ ਦਿਓ, ਘੱਟੋ ਘੱਟ ਮੇਰਾ ਖੜਾ ਤਾਂ ਛੁੱਟਿਆ। ਜਿਸ ਦੇਸ਼ ਦੇ ਵਿੱਚ ਹਾਲਤ ਹੈ ਜੀ ਮਾਰੀ ਆ, ਇਲੈਕਸ਼ਨ ਕਮਿਸ਼ਨ ਆਜ਼ਾਦ ਕਿਵੇਂ ਰਹਿ ਗਿਆ? ਆਜ਼ਾਦ ਰਹਿਣ ਨਹੀਂ ਦਿੰਦੇ। ਵਾਕਈ ਜਿਵੇਂ ਭੈਣ ਜੀ ਕਹਿੰਦੇ ਵੀ ਫੈਡਰਲ ਦੇ ਅਧੀਨ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਇਹ ਕੁਛ ਕਰਦੀ ਹੈ ਤਾਂ ਹੁਣ ਕਿਹਦੇ ਕੋਲੇ ਜਾਊ? ਜੇ ਆਪਾਂ ਭਾਰਤ ਦੇ ਚੋਣ ਆਪਣੀ ਦੇਖੀ, ਸੁਪਰੀਮ ਕੋਰਟ ਤਾਂ ਸਭ ਤੋਂ ਸੁਪਰੀਮ ਕਹਿ ਦਿੰਦੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ। ਤੇ ਰੰਜਨ ਗੋਗੋਈ ਨੂੰ ਕਿਉਂ ਕੀਤਾ? ਦੋ ਗੱਲਾਂ ਕਰਕੇ। ਇੱਕ ਇਹ ਕਿ ਬਾਬਰੀ ਮਸਜਿਦ ਵਾਲਾ ਫੈਸਲਾ ਬਾਬਰੀ ਮਸਜਿਦ ਦੇ ਉਲਟ ਕਰਕੇ ਉਹਨਾਂ ਨੇ ਅਯੁੱਧਿਆ ਮੰਦਿਰ ਦੇ ਹੱਕ 'ਚ ਕਰਤਾ। ਦੂਜੀ ਇੱਕ ਪਟੀਸ਼ਨ ਸੀ ਉਹਨਾਂ ਦੇ ਕੋਲੇ ਜਿਹੜੀ ਰਫੇਲ ਜਹਾਜ਼ਾਂ ਦੀ ਸੌਦੇਬਾਜ਼ੀ ਦੇ ਖਿਲਾਫ 3 ਬੰਦਿਆਂ ਨੇ ਪਾਈ ਸੀ। ਆਪਣਾ ਅਰਨ ਸ਼ੌਰੀ ਔਰ ਇੱਕ ਆਪਣੇ ਵਿੱਤ ਮੰਤਰੀ ਨੇ ਮਿਸਟਰ ਸਿਨਹਾ ਸਾਹਿਬ, ਸ਼ੌਰੀ ਸਾਹਿਬ ਤੇ ਪ੍ਰਸ਼ਾਂਤ ਭੂਸ਼ਣ, ਤਿੰਨਾਂ ਨੇ ਪਾਈ ਸੀ। ਤੇ ਉਹ ਪਟੀਸ਼ਨ ਵੀ ਰੱਦ ਕਰਤੀ ਸੀ। ਉਸ ਪਟੀਸ਼ਨ ਨੂੰ ਵੀ ਕਹਿਤਾ ਸੀ ਇਹ ਬੇਲੋੜੀ ਹੈ। ਹਾਲਾਂਕਿ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਕਿ ਜਿਹੜੀਆਂ ਉਹਦੇ ਵਿੱਚ ਗੱਲਾਂ ਪਾਈਆਂ ਸੀ ਉਹ ਗੱਲਾਂ ਠੀਕ ਸੀ। ਤੇ ਉਹ ਬੰਦਾ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਉਹਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ। ਹੁਣ ਉਹਦਾ ਕਲੇਸ਼ ਪਿਆ ਕਿ ਮੈਂ ਰਾਜ ਸਭਾ ਦੇ ਵਿੱਚ ਮੇਰਾ ਇੱਕ ਕਿਸਮ ਦਾ ਆਰਾਮ ਨਾਲ ਹੋਣਾ, ਮੇਰਾ ਜੀ ਕਰਦਾ ਮੈਂ ਆ ਜਾਣਾ, ਨਹੀਂ ਆਉਂਦਾ ਤਾਂ ਮੈਂ ਨਹੀਂ ਆਉਂਦਾ। ਇਸ ਕਿਸਮ ਦੀ ਜੇ ਸਥਿਤੀ ਹੋਵੇ ਵੀ ਸੁਪਰੀਮ ਕੋਰਟ ਵੀ ਨਹੀਂ ਬਚਿਆ ਵਾ, ਇਲੈਕਸ਼ਨ ਕਮਿਸ਼ਨ ਵੀ ਨਹੀਂ ਬਚਿਆ, ਉਹਨਾਂ ਦੇ ਵਿੱਚ ਦਖਲਅੰਦਾਜ਼ੀ ਹੁੰਦੀ ਹੈ ਕੇਂਦਰ ਦੀ। ਠੀਕ ਕਿਹਾ ਤੁਸੀਂ ਭੈਣ ਜੀ ਦੀ ਜਿਹੜੀ ਗੱਲ ਦਾ ਜਵਾਬ ਦਿੰਦੇ ਆ ਕਿ ਇਹ ਜਿਹੜੇ ਵਿਕਸਿਤ ਦੇਸ਼ ਆ, ਵਿਕਸਿਤ ਦੇਸ਼ਾਂ ਦੇ ਨਾਲ ਭਾਰਤ ਨੂੰ ਨਹੀਂ ਤੋਲਿਆ ਜਾ ਸਕਦਾ। ਇੱਥੇ ਸਭ ਕੁਝ ਜਿਹਦੀ ਲਾਠੀ ਉਹਦਾ ਭੈਂਸ, ਉਹਦੀ ਮੈਂ ਆ, ਬਸ ਮੱਝ ਵਾਲੀ ਗੱਲ ਉਹੀ ਹੈ ਜੀ। ਢਿੱਲੋਂ ਸਾਹਿਬ, ਜਿਹੜੀ ਆਪਾਂ ਖਬਰ ਕਵਰ ਕਰ ਰਹੇ ਸੀਗੇ, ਮਜੀਠੀਆ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਇੱਕ ਸੱਚ ਕਹੂੰ ਦੀ ਰਿਪੋਰਟ ਆਈ ਆ, ਆਪਾਂ ਉਹਦੇ ਤੇ ਆ ਜਾਈਏ ਹੁਣ। ਹਾਂਜੀ, ਉਹਦੇ 'ਚ ਇਹ ਹੈ ਕਿ ਸੱਚ ਕਹੂੰ ਅਖਬਾਰ ਜਿਹੜਾ ਹੈਗਾ ਸੱਚੇ ਸੌਦੇ ਵਾਲਾ ਦਾ ਅਖਬਾਰ ਹੈ, ਇਹਦੀ ਸਰਕੂਲੇਸ਼ਨ ਕਾਫੀ ਹੈ। ਔਰ ਇਹਨਾਂ ਦੇ ਲੋਕ ਇਹਦੀ ਕਿਸਮ ਦੀ ਪੂਜਾ ਕਰਦੇ ਆ। ਜਦੋਂ ਅਖਬਾਰ ਇਹਨਾਂ ਦੇ ਘਰਾਂ 'ਚ ਆ ਜਾਂਦਾ, ਇਹ ਰੱਦੀ 'ਚ ਨਹੀਂ ਵੇਚਦੇ ਉਹਨੂੰ, ਉਹਦੇ ਬੰਡਲ ਬਣਾ ਕੇ ਉਵੇਂ ਜਿਵੇਂ ਡੇਰਾ ਸੱਚ ਫਿਰ ਭੇਜ ਦਿੰਦੇ ਆ। ਇਹਦੇ ਵਿੱਚ ਜਿਹੜੀ ਹੁਣ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਉਹ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੀ ਹੈ। ਇਹਨਾਂ ਦੇ ਰਿਪੋਰਟਰ ਨੇ ਲਿਖੀ ਹੈ ਤੇ ਉਹ ਇੱਕ ਬਿਆਨ ਹੈ। ਉਹ ਬਿਆਨ ਹੈ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਦਾ, ਜਿਹੜੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੇ ਚੰਨੀ ਸਰਕਾਰ ਹੈ, ਚੰਨੀ ਸਰਕਾਰ ਮਜੀਠੀਏ ਦੀ ਬਾਈ ਹੁੱਕ ਐਂਡ ਕਰੁੱਕ ਜਿਹੜੀ ਆ ਉਹ ਗ੍ਰਿਫਤਾਰੀ ਕਰਾਉਣਾ ਚਾਹੁੰਦੀ ਹੈ। ਪੁਲਿਸ ਅਫਸਰ ਗ੍ਰਿਫਤਾਰ ਕਰਨਾ ਨਹੀਂ ਚਾਹੁੰਦੇ, ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਜਿਹੜੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਮਿਸਟਰ S.K. ਸਥਾਨਾ, ਜਿਨ੍ਹਾਂ ਨੂੰ ਚੰਨੀ ਸਰਕਾਰ ਨੇ ਲਾਇਆ ਸੀ, ਪਹਿਲੇ ਉਹਨਾਂ ਨੂੰ ਬਦਲ ਕੇ ਵਰਿੰਦਰ ਕੁਮਾਰ ਉਹਨਾਂ ਨੂੰ ਬਦਲ ਕੇ ਤੇ ਉਹਨੂੰ ਲੈ ਜਾਂਦਾ ਸੀ। ਤੇ ਉਹਨਾਂ ਨੂੰ ਬੁਲਾਇਆ ਸੀ ਇੱਕ ਮੀਟਿੰਗ ਦੇ ਵਿੱਚ, ਲੇਕਿਨ ਮੀਟਿੰਗ ਜਾਣ ਦੀ ਬਜਾਏ ਉਹਨਾਂ ਨੇ ਆਪਣਾ ਇੱਕ ਮੈਡੀਕਲ ਸਰਟੀਫਿਕੇਟ ਭੇਜਤਾ ਸੀ ਕਿ ਜੀ ਮੈਂ ਬਿਮਾਰ ਹੋ ਗਿਆ, ਤੇ ਬਾਅਦ ਵਿੱਚ ਹਸਪੀਟਲ 'ਚ ਵੀ ਐਡਮਿਟ ਹੋ ਗਏ ਸੀ। ਤੇ ਨਾਲ ਉਹਨਾਂ ਨੇ ਇੱਕ ਚਿੱਠੀ ਲਿਖਤੀ ਸੀ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਮਿਸਟਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਅਦਾਲਤ ਦੀ ਮਨਜ਼ੂਰੀ ਤੋਂ ਬਗੈਰ ਹੱਥ ਨਹੀਂ ਪਾਇਆ ਜਾ ਸਕਦਾ, ਇਹ ਗਲਤ ਹੈ। ਫਿਰ ਦੁਬਾਰਾ ਆ ਗਈ ਕਿ ਕਿਹਨੂੰ ਲਾਇਆ ਜਾਵੇ? ਬਿਊਰੋ ਆਫ ਇਨਵੈਸਟੀਗੇਸ਼ਨ। ਬਿਊਰੋ ਆਫ ਇਨਵੈਸਟੀਗੇਸ਼ਨ ਤਾਂ ਹਾਲੇ ਤੱਕ ਕੋਈ ਲਾਇਆ ਨਹੀਂ ਗਿਆ। ਇੱਕ ਨਾਂ ਆ ਗਿਆ ਸੀ ਗੌਤਮ ਚੀਮਾ ਦਾ, ਤੇ ਗੌਤਮ ਚੀਮਾ ਨੂੰ ਵੀ, ਕਿਉਂਕਿ ਗੌਤਮ ਚੀਮਾ ਦੇ ਖਿਲਾਫ ਇੱਕ ਕੇਸ ਪੈਂਡਿੰਗ ਪਿਆ ਸੀ, ਇਹਦਾ ਕਰਕੇ ਉਹਨੂੰ ਪ੍ਰਮੋਟ ਨਹੀਂ ਕੀਤਾ ਸੀ ADGP। ਉਹ ਹਾਲੇ ਤੱਕ ਆਈ ਵੀ ਹੈ। ਉਹਨੂੰ ਵੀ ਕਿਹਾ ਗਿਆ ਕਿ ਤੈਨੂੰ ADGP ਪ੍ਰਮੋਟ ਕਰ ਦੇਂਗੇ, ਤੂੰ ਇਹ ਕੰਮ ਕਰ ਦੇ। ਪਹਿਲਾਂ ਕਹਿੰਦੇ ਉਹ ਮੰਨ ਗਿਆ ਸੀ। ਔਰ ਜਿਹੜੀ ਹੈਗੀ ਹੈ ਚੀਫ ਸੈਕਟਰੀ ਦੀ ਅਗਵਾਈ ਵਾਲੀ ਜਿਹੜੀ ਡਿਪਾਰਟਮੈਂਟਲ ਆਪਣੀ ਪ੍ਰਮੋਸ਼ਨ ਕਮੇਟੀ ਹੈ, ਉਹਦੀ ਮੀਟਿੰਗ ਵੀ ਹੋ ਗਈ ਸੀ। ਲਗਭਗ ਉਹਦੇ ਵਿੱਚ ਫੈਸਲਾ ਹੋ ਨਹੀਂ ਵਾਲਾ ਸੀ ਕਿ ਇਹਨੂੰ ਪ੍ਰਮੋਟ ਕਰ ਦਿੱਤਾ ਜਾਵੇ, ਲੇਕਿਨ ਬਾਅਦ ਵਿੱਚ ਉਹਨੇ ਵੀ ਆਪਣਾ ਪੈਰ ਪਿਛਾਂਹ ਖਿੱਚ ਲਿਆ ਕਿ ਜੀ ਇਹਨਾਂ ਹਾਲਾਤ ਦੇ ਵਿੱਚ ਮੈਂ ਨਹੀਂ ਇਹ ਕੰਮ ਕਰ ਸਕਦਾ। ਇਹ ਮਾਮਲਾ ਵੀ ਪਿਛਾਂਹ ਚਲਾ ਗਿਆ। ਹੁਣ ਉਹ ਕਹਿੰਦੇ ਹੈ ਕਿ ਜੀ ਜਿਹੜੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ, ਨਕਦ ਇਨਾਮਾਂ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਗ੍ਰਿਫਤਾਰ ਕਰ ਲਓ। ਦੂਜੇ ਪਾਸੇ ਆਪਾਂ ਦੇਖੀਏ ਤਾਂ ਵਾਰ-ਵਾਰ ਜਿਹੜੇ ਹੈਗੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਚੁਣੌਤੀ ਦਿੰਦੇ ਹੈ
ਚੰਨੀ ਸਰਕਾਰ ਨੂੰ ਵੀ ਜੇ ਤੁਹਾਡੇ 'ਚ ਪਹੁੰਚੇ ਤਾਂ ਵਿਕਰਮ ਨੂੰ ਫੜ ਕੇ ਦੇਖ ਲਓ, ਜੇ ਤੁਹਾਡੇ 'ਚ ਪਹੁੰਚਿਆ ਤਾਂ ਮੈਨੂੰ ਫੜ ਕੇ ਦੇਖ ਲਓ। ਇਹ ਜਿਹੜੀ ਲੇਟੈਸਟ ਜਿਹੜੀ ਮੈਂ ਡਿਵੈਲਪਮੈਂਟ ਤੁਹਾਨੂੰ ਦੱਸ ਕੇ ਕਿ ਪੰਜਾਬ ਦਾ ਡੀਜੀਪੀ ਜਿਹੜਾ ਐਕਟਿੰਗ ਡੀਜੀਪੀ ਸੀ ਇਕਬਾਲਪ੍ਰੀਤ ਸਿੰਘ ਸਹੋਤਾ ਬਦਲਤਾ ਹੈ ਔਰ ਐਸ ਚਟੋਪਾਧਿਆਏ ਨੂੰ ਉਹਦੀ ਥਾਂ ਦੇ ਉੱਤੇ ਲਾ ਦਿੱਤਾ ਗਿਆ ਹੈ। ਹੋਰ ਕਾਰਨਾਂ ਦੇ ਨਾਲ ਨਾਲ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕੋਈ ਅਫਸਰ ਜਿਹੜਾ ਹੈਗਾ ਵਿਕਰਮ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ, ਤੇ ਜੇ ਚਟੋਪਾਧਿਆਏ ਸਾਹਿਬ ਨੂੰ ਲਾ ਦਿੱਤਾ, ਚਟੋਪਾਧਿਆਏ ਸਾਹਿਬ ਉਹਨੂੰ ਗ੍ਰਿਫਤਾਰ ਕਰ ਲੈਂਦੇ ਹੈ ਤਾਂ ਫਿਰ ਇਹ ਗੱਲ ਦੀ ਪੁਸ਼ਟੀ ਹੋਊਗੀ। ਪਰ ਮੇਰੀ ਨਹੀਂ ਸਮਝ ਕਿ ਇਸ ਵੇਲੇ ਜਦੋਂ ਇਲੈਕਸ਼ਨ ਮੌਕੇ ਦੇ ਉੱਤੇ ਹੈ, ਇਲੈਕਸ਼ਨ ਦੇ ਚੱਲਦਿਆਂ ਇਲੈਕਸ਼ਨ ਕਿਸੇ ਵੇਲੇ ਵੀ ਜਿਹੜਾ ਕੋਡ ਆਫ ਕੰਡਕਟ ਲੱਗ ਸਕਦਾ ਹੈ ਤੇ ਉਹ ਤੋਂ ਬਾਅਦ ਫਿਰ ਗੁੱਡੀਆਂ ਪਟੋਲੇ ਕੁਝ ਹੋਰ ਹੀ ਹੋਣਗੇ। ਕੋਈ ਵੀ ਆਫੀਸਰ ਕੋਈ ਰਿਸਕ ਨਹੀਂ ਲੈ ਸਕਦਾ। ਆਪਾਂ ਜਾਣਦੇ ਕਿ ਆਮ ਤੌਰ ਦੇ ਉੱਤੇ ਪਿਛਲੇ ਘੱਟੋ ਘੱਟ 15 ਸਾਲਾਂ ਤੋਂ ਜੋ ਹੋ ਰਿਹਾ, 10 ਸਾਲ ਅਕਾਲੀਆਂ ਦੀ ਸਰਕਾਰ, 5 ਸਾਲ ਦੀ ਕਾਂਗਰਸ ਦੀ ਸਰਕਾਰ ਹੋ ਗਈ ਹੈ, ਪੌਣੇ 5 ਸਾਲ। ਇਹਨਾਂ ਪੌਣੇ 5 ਸਾਲਾਂ ਦੇ ਵਿੱਚ ਲੀਡਰ ਤਾਂ ਆਪਸ ਵਿੱਚ ਰਲ ਜਾਂਦੇ, ਇਹ ਤਾਂ ਇੱਕ ਦੂਜੇ ਨੂੰ ਉਹਦੇ ਗੱਲ ਵੱਖਰੀ ਪਾ ਲੈਂਦੇ ਹੈ ਔਰ ਅਫਸਰਾਂ ਦਾ ਵਡਾਗਾ ਹੁੰਦਾ ਹੈ। ਸੋ ਸਿਆਣਾ ਅਫਸਰ ਜਿਹੜਾ ਹੈਗਾ ਇਸ ਵੇਲੇ ਕੁਝ ਨਹੀਂ ਕਰਦਾ, ਪਰ ਇਹ ਰਿਪੋਰਟ ਉਹਨਾਂ ਦੀ ਜ਼ਰੂਰ ਹੈ ਕਿ ਜੀ ਵਿਕਰਮ ਨੂੰ ਗ੍ਰਿਫਤਾਰ ਕਰਵਾਉਣ ਵਾਸਤੇ ਅਫਸਰਾਂ ਨੂੰ ਨਕਦ ਪੇਸ਼ਕਸ਼ਾਂ ਵੀ ਕੀਤੀਆਂ ਜਾ ਰਹੀਆਂ ਤੇ ਪ੍ਰਮੋਸ਼ਨਾਂ ਵੀ ਦਿੱਤੀਆਂ ਜਾ ਰਹੀਆਂ ਜੀ। ਢਿੱਲੋਂ ਸਾਹਿਬ, ਸਿੱਧੂ ਦੀ ਤੇ ਜਾਖੜ ਸਾਹਿਬ ਦੀ ਇੱਕ ਬੰਦ ਕਮਰਾ ਮੀਟਿੰਗ ਹੋਈ ਹੈ। ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਦੇ ਸਲਾਹਕਾਰ ਦੀ ਮੌਜੂਦਗੀ ਦੇ ਵਿੱਚ ਹੋਈ ਹੈ। ਕੌਣ ਨੇ ਰਾਹੁਲ ਗਾਂਧੀ ਦੇ ਸਲਾਹਕਾਰ ਤੇ ਕਿੱਥੇ ਹੋਈ ਹੈ ਮੀਟਿੰਗ? ਇਹਦਾ ਨਾਂ ਹੈਗਾ ਜੀ ਕ੍ਰਿਸ਼ਨਾ। ਇਹ ਦੱਖਣੀ ਭਾਰਤ ਦਾ ਰਹਿਣ ਵਾਲਾ ਹੈ ਔਰ ਕ੍ਰਿਸ਼ਨਾ ਉਹ ਬੰਦਾ ਹੈ ਜਿਸ ਬੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਸਾਰੇ ਦਾ ਸਾਰਾ ਤਾਣਾ ਬਾਣਾ ਇਸੇ ਬੰਦੇ ਨੇ ਬੁਣਿਆ ਹੋਇਆ ਹੈ ਔਰ ਇਹ ਬੰਦਾ ਹੀ ਇੱਥੇ ਆਇਆ ਹੋਇਆ ਸੀ। ਉਹਦੀ ਮੌਜੂਦਗੀ ਦੇ ਵਿੱਚ ਇਹ ਮੀਟਿੰਗ ਹੋਈ ਹੈ ਤੇ ਮੀਟਿੰਗ ਦਾ ਵੱਡਾ ਕਾਰਨ ਹੈ ਕਿ ਮੀਟਿੰਗ ਕਿਉਂ ਹੋਈ ਹੈ, ਕਿਉਂਕਿ ਮਤਭੇਦ ਦੋਨਾਂ ਦੇ ਦਰਮਿਆਨ ਬਹੁਤ ਸਖਤ ਸੀ। ਕੱਲ ਵੀ ਜਿਹੜੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਜਾਖੜ ਸਾਹਿਬ ਨੇ ਕੁਝ ਕੌੜੀਆਂ ਕਸੈਲੀਆਂ ਗੱਲਾਂ ਵੀ ਕਹੀਆਂ ਸਿੱਧੂ ਸਾਹਿਬ ਨੂੰ। ਉਹ ਕੌੜੀਆਂ ਕਸੈਲੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਇਹ ਸੀ ਕਿ ਪਿਛਲੇ ਦਿਨਾਂ 'ਚ ਜੋ ਸਿੱਧੂ ਸਾਹਿਬ ਆਪਣੇ ਮੁੱਦਿਆਂ ਦੀ ਗੱਲ ਕਰ ਰਹੇ ਸੀ ਕਿ ਮੈਂ ਇਲੈਕਸ਼ਨ ਜਿਹੜੀ ਹੈਗੀ ਆ ਮੁੱਦਿਆਂ ਦੇ ਆਧਾਰ ਤੇ ਲੜਨੀ ਹੈ, ਮੇਰੇ ਮੁੱਦੇ ਆ, ਪੰਜਾਬ ਮਾਡਲ ਹੈ। ਉਦੋਂ ਗੱਲ ਕਰਦਿਆਂ ਕਿਤੇ ਕਈ ਵਾਰੀ ਸੁਤੇ ਸਿੱਧ ਨਿਕਲ ਜਾਂਦੀ ਹੈ। ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦਿਆਂ ਕਹਿੰਦਾ ਕਿ ਮੈਂ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਹਾਂ, ਮੈਂ ਤੁਹਾਡੇ ਮੁੱਦੇ ਉਠਾਉਣਾ, ਮੈਂ ਆਪਣੀ ਸਰਕਾਰ ਨਾਲ ਟਕਰਾਉਣਾ। ਮੈਥੋਂ ਪਹਿਲਾਂ ਵੀ ਕਹਿੰਦੇ ਇੱਕ ਪ੍ਰਧਾਨ ਸੀਗਾ, ਉਸ ਪ੍ਰਧਾਨ ਨੇ ਕਦੇ ਮੁੱਦਿਆਂ ਦੀ ਗੱਲ ਚੁੱਕੀ ਹੈ? ਉਹਨੇ ਬਿਲਕੁਲ ਨਹੀਂ ਚੁੱਕੀ। ਜੇ ਉਹ ਮੁੱਦਿਆਂ ਦੀ ਗੱਲ ਚੁੱਕਦਾ ਹੁੰਦਾ ਤੇ ਕਹਿੰਦੇ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਪਸਤ ਹਿੰਮਤ ਨਹੀਂ ਹੁੰਦਾ ਸੀ, ਉਹਨੇ ਕੁਝ ਕਰ ਦੇਣਾ ਸੀ। ਇਹਦੇ ਤੇ ਚੰਨੀ ਜਿਹੜੀ ਆਪਣੇ ਜਾਖੜ ਸਾਹਿਬ ਨੇ ਇਤਰਾਜ਼ ਪ੍ਰਗਟ ਕੀਤਾ ਕਿ ਭਾਈ ਤੂੰ ਮੇਰੇ ਬਾਰੇ ਗੱਲ ਗਲਤ ਕਹੀ ਹੈ। ਇਹ ਠੀਕ ਹੈ ਕਿ ਚੰਨੀ ਦੇ ਖਿਲਾਫ ਜਿਸ ਤਰ੍ਹਾਂ ਦੀ ਹਮਲਾਵਰ ਰੁਖ ਅਪਣਾਇਆ ਹੋਇਆ ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਜਾਖੜ ਸਾਹਿਬ ਨੇ ਕੈਪਟਨ ਦੇ ਖਿਲਾਫ ਕਦੇ ਵੀ ਅਜਿਹਾ ਮਾਮਲਾ ਨਹੀਂ ਕੀਤਾ ਸੀ। ਲੇਕਿਨ ਜਿਹੜੀ ਕੈਪਟਨ ਦੇ ਖਿਲਾਫ ਪਹਿਲੀ ਬਗਾਵਤ ਹੋਈ ਹੈ ਤੇ ਪਹਿਲੀ ਬਗਾਵਤ ਦਾ ਸਭ ਤੋਂ ਵੱਡਾ ਸੂਤਰਧਾਰ ਜਿਹੜਾ ਹੈਗਾ ਜਿਹਨੇ ਆਪਣਾ ਅਸਤੀਫਾ ਪੇਸ਼ ਕੀਤਾ ਸੀ, ਉਹ ਕੌਣ ਸੀ ਜੀ? ਉਹ ਸੀ ਸੁਖਜਿੰਦਰ ਸਿੰਘ ਰੰਧਾਵਾ। ਤੇ ਜਦੋਂ ਤੂੰ ਮੈਂ ਕੈਬਨਿਟ ਦੇ ਵਿੱਚ ਹੋਈ ਹੈ, ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸਤੀਫਾ ਦੇਣ ਲਈ ਉਤਸ਼ਾਹਿਤ ਕਿਹਨੇ ਕੀਤਾ ਸੀ? ਉਹ ਸੁਨੀਲ ਜਾਖੜ ਨੇ ਕੀਤਾ ਸੀ। ਸੁਨੀਲ ਜਾਖੜ ਨੇ ਕਿਹਾ ਸੀ ਰੰਧਾਵਾ ਸਾਹਿਬ ਬੈਠੇ ਕਰਦੇ ਕੀ ਹੁਣ ਦੇ ਦਿਓ, ਤੇ ਉਹਨੇ ਉਹਦੀ ਜਿਹੜੀ ਪ੍ਰੋਸੀਡਿੰਗ ਦਾ ਇੱਕ ਕਾਗਜ਼ ਪਾੜਿਆ ਤੇ ਉਹਦੇ ਤੇ ਆਪਣਾ ਅਸਤੀਫਾ ਲਿਖਤਾ ਸੀ। ਜਾਖੜ ਆਪਣਾ ਅਸਤੀਫਾ ਪਹਿਲਾਂ ਹੀ ਲੈ ਕੇ ਆਇਆ ਸੀ ਕਿ ਆ ਚੱਕੋ ਕੈਪਟਨ ਸਾਹਿਬ ਅਸਤੀਫਾ ਤੇ ਮੈਂ ਨਹੀਂ ਤੁਹਾਡਾ ਰਹਿਣਾ। ਆਪਾਂ ਨੂੰ ਇਹ ਵੀ ਪਤਾ ਹੈ ਕਿ ਜਾਖੜ ਨੇ ਚੱਲਦੀ ਮੀਟਿੰਗ ਦੇ ਵਿੱਚ ਅਤੁਲ ਨੰਦਾ ਨੂੰ ਇੱਕ ਦੋ ਵਾਰੀ ਜਿਹੜਾ ਹੈਗਾ ਜਲੀਲ ਵੀ ਕੀਤਾ ਸੀ। ਉਹਨੇ ਕਿਹਾ ਸੀ ਕਿ ਤੈਨੂੰ ਅਸੀਂ ਲਾਇਆ ਤਾਂ ਇਸ ਕਰਕੇ ਕਿ ਤੂੰ ਸਾਡੀ ਸਰਕਾਰ ਨੂੰ ਜਿਤਾਵੇਂ ਤੇ ਤੂੰ ਸਾਨੂੰ ਹਰਾ ਰਿਹਾ। ਸੋ ਇਸ ਵੇਲੇ ਜਿਹੜੀ ਸਥਿਤੀ ਹੈ ਨਾ ਜੀ, ਇਸ ਵੇਲੇ ਕਾਂਗਰਸ ਪਾਰਟੀ ਦੀ ਹਾਲਤ ਕਾਫੀ ਮਾੜੀ ਹੈ। ਨਵਜੋਤ ਸਿੰਘ ਸਿੱਧੂ ਤੋਂ ਹਾਈ ਕਮਾਂਡ ਡਰਦੀ ਹੈ। ਹਾਈ ਕਮਾਂਡ ਨੂੰ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ਵੀ ਕਿਤੇ ਬਗਾਵਤ ਨਾ ਕਰਦੇ, ਜਿਵੇਂ ਨੇ ਪਹਿਲਾਂ ਅਸਤੀਫਾ ਦਿੱਤਾ ਸੀ ਉਹ ਅਸਤੀਫਾ ਨਾ ਦੇ ਦੇ। ਆਹ ਜਿਹੜਾ ਚਟੋਪਾਧਿਆਏ ਨੂੰ ਡੀਜੀਪੀ ਲਾਇਆ ਇਹਦਾ ਵੀ ਕਾਰਨ ਹੈ। ਐਡਵੋਕੇਟ ਜਨਰਲ ਵੀ ਉਹਨਾਂ ਦੇ ਕਹਿਣ ਮੁਤਾਬਕ ਲਾਤਾ, ਡੀਜੀਪੀ ਵੀ ਉਹਦੇ ਕਹਿਣ ਤੇ ਲਾਤਾ ਔਰ ਜੋ ਨਵਜੋਤ ਸਿੰਘ ਸਿੱਧੂ ਕਹਿ ਦਿੰਦਾ, ਜਿਹੜੀ ਉਹਨਾਂ ਨੇ ਪ੍ਰਧਾਨਾਂ ਦੀ ਲਿਸਟ ਦਿੱਤੀ ਉਹ ਲਿਸਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਵਰਕਿੰਗ ਪ੍ਰਧਾਨਾਂ ਦੀ ਲਿਸਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪਿਛਲੀ ਜਿਹੜੀ ਹੈਗੀ ਹੈ ਮੀਟਿੰਗ ਜਿਹੜੀ ਹੋਈ ਸੀਗੀ ਇਲੈਕਸ਼ਨ ਕੰਪੇਨ ਕਮੇਟੀ ਦੀ, ਇਲੈਕਸ਼ਨ ਕੰਪੇਨ ਕਮੇਟੀ ਦੀ ਮੀਟਿੰਗ ਦੇ ਵਿੱਚ ਆਉਂਦਿਆਂ ਸਾਰ ਜਾਖੜ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ ਜਦੋਂ ਹਰੀਸ਼ ਚੌਧਰੀ ਵੀ ਉਹਦੇ ਵਿੱਚ ਬੈਠਾ ਸੀ ਕਿ ਇਹ ਦੱਸੋ ਕਿ ਆਪਾਂ ਚੋਣ ਕਿਵੇਂ ਲੜਨੀ ਹੈ, ਕਿ ਚੋਣ ਮੁੱਦਿਆਂ ਤੇ ਆਧਾਰਿਤ ਹੋਵੇ, ਮੁੱਦਿਆਂ ਨੂੰ ਲੈ ਕੇ ਚੋਣ ਲੜੀਏ ਜਾਂ ਚਿਹਰੇ ਨੂੰ ਲੈ ਕੇ ਚੋਣ ਲੜੀਏ। ਤੇ ਉਹਦੇ ਨਾਲ ਦੀ ਨਾਲ ਕਹਿ ਦਿੱਤਾ ਸੀਗਾ ਸਿੱਧੂ ਸਾਹਿਬ ਨੇ, ਕਹਿੰਦਾ ਜੀ ਚਿਹਰਾ ਤਾਂ ਹੈਗਾ ਹੀ ਹੈ, ਘਰ ਘਰ ਫੋਟੋਆਂ ਜਿਸ ਚਿਹਰੇ ਦੀਆਂ ਲੱਗੀਆਂ ਹੋਈਆਂ ਫਿਰ ਉਹਦੇ ਨਾਂ ਤੇ ਲੜ ਲਓ। ਚਿਹਰੇ ਨੇ ਤਾਂ ਇਕੱਲੇ ਨਹੀਂ ਚੋਣ ਕੰਪੇਨ ਸ਼ੁਰੂ ਕੀਤੀ ਹੋਈ ਹੈ, ਨਾ ਮੈਨੂੰ ਪੁੱਛਦਾ ਕੋਈ, ਨਾ ਤੁਹਾਨੂੰ ਪੁੱਛਦਾ। ਉਹਦਾ ਜਿੱਧਰ ਨੂੰ ਜਾਂਦਾ ਇਕੱਲਾ ਹੀ ਜਾਂਦਾ। ਉਹਦਾ ਚੰਨੀ ਦੇ ਉੱਤੇ ਅਟੈਕ ਸੀ ਔਰ ਜਾਖੜ ਸਾਹਿਬ ਨੂੰ ਵੀ ਇਸ ਗੱਲ ਦਾ ਗਿਲਾ ਹੈ ਕਿਉਂਕਿ ਪਹਿਲਾ ਨਾਂ ਜਾਖੜ ਸਾਹਿਬ ਦਾ ਆ ਗਿਆ ਸੀ ਕਿ ਮੁੱਖ ਮੰਤਰੀ ਜਾਖੜ ਸਾਹਿਬ ਨੂੰ ਬਣਾਇਆ ਜਾਵੇ, ਪਰ ਐਨ ਮੌਕੇ ਦੇ ਉੱਤੇ ਆ ਕੇ
ਬੀਬੀ ਅੰਬਿਕਾ ਸੋਨੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕਿਸੇ ਸਿੱਖ ਨੂੰ ਬਣਾਇਆ ਜਾਵੇ ਔਰ ਉਹ ਇਲੈਕਟਡ ਹੋਵੇ। ਜਾਖੜ ਸਾਹਿਬ ਦਾ ਨਾਂ ਕੱਟਿਆ ਗਿਆ ਸੀ। ਜਾਖੜ ਸਾਹਿਬ ਉਦੋਂ ਤੋਂ ਨਾਰਾਜ਼ ਚੱਲਿਆ ਸੀ, ਘਰੇ ਬਹਿ ਗਏ ਸੀ ਔਰ ਉਹਨਾਂ ਨੂੰ ਰਾਹੁਲ ਗਾਂਧੀ ਨੇ ਮਨਾ ਕੇ ਫਿਰ ਕੰਪੇਨ ਕਮੇਟੀ ਦਾ ਚੇਅਰਮੈਨ ਲਾਇਆ। ਸੋ ਇਹ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਹੈ ਰਾਹੁਲ ਗਾਂਧੀ ਦੇ ਐਡਵਾਈਜ਼ਰ ਦੀ ਅਗਵਾਈ ਦੇ ਵਿੱਚ, ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਕਾਫੀ ਕੁਝ ਜਿਹੜਾ ਹੈਗਾ ਪੱਕ ਰਿਹਾ ਹੈ। ਇਹ ਕਾਂਗਰਸ ਪਾਰਟੀ ਨੇ ਅੱਗੇ ਕਰਨਾ ਕੀ ਹੈ, ਕਿਉਂਕਿ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਬਾਕੀ ਭਾਰਤ ਦੇ ਵਿੱਚ ਉਹ ਇਹਦਾ ਲਾਹਾ ਲੈਣਾ ਚਾਹੁੰਦੇ ਹੈ ਕਿ ਅਸੀਂ ਜਿਹੜੇ ਹੈਗੇ ਪਛੜੇ ਲੋਕ ਹੈ, ਜਿਹੜੇ ਗਰੀਬ ਲੋਕ ਹੈ, ਗਰੀਬ ਲੋਕਾਂ ਦੇ ਵਿੱਚੋਂ ਇੱਕ ਬੰਦੇ ਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਾ ਦਿੱਤਾ ਹੈ। ਉਸ ਤੋਂ ਬਾਅਦ ਯੂਪੀ ਦੇ ਵਿੱਚ ਵੀ ਚੋਣਾਂ ਹੋਣੀਆਂ ਤੇ ਉੱਤਰਾਖੰਡ ਦੇ ਵਿੱਚ ਵੀ ਚੋਣਾਂ ਹੋਣੀਆਂ। ਉਹਨਾਂ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਇਸਤੇਮਾਲ ਕਰਕੇ ਆਪਣੀਆਂ ਵੋਟਾਂ ਲੈਣ। ਇਹ ਗੱਲ ਇਹਦੇ ਚ ਕਿੰਨੀ ਚੱਲਣੀ ਹੈ, ਕੀ ਕੁਛ ਹੋਣਾ, ਇਹ ਪਤਾ ਨਹੀਂ ਜੀ ਕਾਂਗਰਸ ਪਾਰਟੀ ਦੇ ਵਿੱਚ ਕੀ ਹੋਵੇ। ਔਰ ਇੱਕ ਗੱਲ ਨੋਟ ਕਰ ਲਓ ਕਿ ਕੈਪਟਨ ਅਮਰਿੰਦਰ ਸਿੰਘ ਸ਼ਹਿਲਾਈ ਬੈਠਾ ਹੈ, ਉਹ ਨਿੱਤ ਕੋਈ ਨਾ ਕੋਈ ਬੰਦੇ ਇਹਨਾਂ ਦੇ ਤੋੜ ਲੈਂਦਾ ਹੈ। ਪਹਿਲਾਂ ਤਾਂ ਇਹ ਲੱਗਦਾ ਸੀ ਕਿ ਅਮਰਿੰਦਰ ਦੇ ਨਾਲ ਕੁਝ ਜਾਂਦਾ ਹੀ ਨਹੀਂ, ਪਰ ਹੁਣ ਖਬਰਾਂ ਆ ਰਹੀਆਂ, ਅੱਜ ਖਬਰਾਂ ਆ ਰਹੀਆਂ ਕਿ ਕੈਪਟਨ ਅਮਰਿੰਦਰ ਚਲਾ ਗਿਆ ਦਿੱਲੀ ਔਰ ਕਾਂਗਰਸ ਦੇ 4 ਵੱਡੇ ਲੀਡਰ ਉਹਦੇ ਨਾਲ ਜਾਣ ਨੂੰ ਤਿਆਰ ਹੈ। ਵੱਡੇ ਲੀਡਰ ਤੁਸੀਂ ਦੇਖੋ, ਮਨਜਿੰਦਰ ਸਿੰਘ ਸਿਰਸਾ ਤੋਂ ਲੈ ਕੇ ਪਿਛਲੇ ਦਿਨਾਂ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਾਬਕਾ ਅਹੁਦੇਦਾਰ ਵੀ ਬੀਜੇਪੀ ਜੁਆਇਨ ਕਰ ਗਿਆ। ਹੋਰ ਤਾਂ ਹੋਰ ਤੁਸੀਂ ਇਹ ਦੇਖੋ ਜੀ, ਮੁੰਡਾ ਇੱਕ ਰੌਕੀ ਹੁੰਦਾ ਸੀ ਜਸਵਿੰਦਰ ਰੌਕੀ, ਜਿਹੜਾ ਪੁਰਾਣਾ ਗੈਂਗਸਟਰ ਸੀ। ਉਹਨੇ ਫਾਜ਼ਿਲਕਾ ਤੋਂ ਇੱਕ ਵਾਰੀ ਚੋਣ ਲੜੀ ਸੀ, ਬੜੀ ਮੁਕਾਬਲੇ ਦੇ ਵਿੱਚ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਿਆ ਸੀ। 2017 ਦੇ ਵਿੱਚ ਉਸੇ ਫਾਜ਼ਿਲਕਾ ਹਲਕੇ ਤੋਂ ਉਹਦੀ ਭੈਣ ਨੇ ਚੋਣ ਲੜੀ ਸੀ। ਜਿੱਤ ਭਾਵੇਂ ਉੱਥੇ ਦਵਿੰਦਰ ਸਿੰਘ ਘੁਮਾਇਆ ਗਿਆ ਸੀ, ਦੂਜੇ ਨੰਬਰ ਦੇ ਉੱਤੇ ਸੁਰਜੀਤ ਸਿੰਘ ਗਿਆਨੀ ਆਏ ਸੀ, ਲੇਕਿਨ ਉਸ ਕੁੜੀ ਨੂੰ ਵੋਟਾਂ ਕਿੰਨੀਆਂ ਮਿਲੀਆਂ ਸੀ ਜੀ? 38,000। ਇੰਡੀਪੈਂਡੈਂਟ ਆਜ਼ਾਦ ਕੁੜੀ ਨੂੰ 38,000 ਵੋਟਾਂ ਮਿਲ ਗਈਆਂ ਸੀ। ਹੁਣ ਉਹ ਕੁੜੀ ਵੀ ਜਿਹੜੀ ਹੈਗੀ ਹੈ ਰਾਜਦੀਪ ਕੌਰ, ਉਹ ਵੀ ਕੈਪਟਨ ਨੂੰ ਜੁਆਇਨ ਕਰ ਗਈ। ਇਸ ਕਰਕੇ ਜਿਹੜਾ ਹੈ ਨਾ ਕਾਂਗਰਸ ਪਾਰਟੀ ਦੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ। ਔਰ ਇਹ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਹੈ, ਇਸ ਮੀਟਿੰਗ ਨੂੰ ਵੀ ਅਸੀਂ ਇਹਦੇ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ ਜੀ। ਢਿੱਲੋਂ ਸਾਹਿਬ, ਸੁਖਬੀਰ ਸਿੰਘ ਬਾਦਲ ਰੈਲੀਆਂ ਕਾਫੀ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਵੀ ਸਾਂਝੀ ਕੀਤੀ ਸੀਗੀ, ਸੁਖਜਿੰਦਰ ਰੰਧਾਵਾ ਜਿਹੜੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦੇ ਹਲਕੇ ਦੇ ਵਿੱਚ ਵੀ ਉਹ ਵੱਡੀ ਰੈਲੀ ਕਰਕੇ ਆਏ ਆ। ਕਹਿੰਦੇ ਆ ਕਿ ਇੱਕ ਬਜ਼ੁਰਗ ਨੇ ਕੋਈ ਸਲਾਹ ਦਿੱਤੀ ਆ ਸੁਖਬੀਰ ਬਾਦਲ ਨੂੰ, ਸਲਾਹ ਦਿੱਤੀ ਆ ਜਾਂ ਕੋਈ ਸ਼ਰਤਾਂ ਰੱਖੀਆਂ ਉਹਨੇ ਕਿ ਜੇ ਆਪਣੇ ਸੁਖਜਿੰਦਰ ਰੰਧਾਵਾ ਨੂੰ ਉਹਦੀ ਹਾਰ ਯਕੀਨੀ ਬਣਾਉਣੀ ਹੈ ਤਾਂ ਤੁਹਾਨੂੰ ਆਹ ਸ਼ਰਤਾਂ ਜਿਹੜੀਆਂ ਉਹ ਲਾਗੂ ਕਰਨੀਆਂ ਪੈਣੀਆਂ ਜਾਂ ਮੰਨਣੀਆਂ ਪੈਣੀਆਂ। ਕਿਹੜੀਆਂ ਸ਼ਰਤਾਂ ਸੀ ਤੇ ਕਿਹੜਾ ਬਜ਼ੁਰਗ ਸੀ ਤੇ ਕਿੱਥੇ ਸੁਖਬੀਰ ਬਾਦਲ ਨੂੰ ਮਿਲੇ, ਕਿੱਥੇ ਨੇ ਉਹ? ਇਹ ਉਹੀ ਹੈ ਜੀ, ਡੇਰਾ ਬਾਬਾ ਨਾਨਕੀ ਹੈ। ਇਸ ਬਜ਼ੁਰਗ ਨੂੰ ਆਪਾਂ ਇਹ ਕਹਿੰਦੇ ਬਜ਼ੁਰਗ ਹੈ, ਨਾ ਇਹਨਾਂ ਦਾ ਸਰਦਾਰ ਮੋਹਨ ਸਿੰਘ ਪੱਖੋਕੇ, ਔਰ ਬੜੇ ਟਕਸਾਲੀ ਅਕਾਲੀ ਆਗੂ ਹੈ, ਇਹ ਬਹੁਤ ਹੀ ਟਕਸਾਲੀ ਆਗੂ ਹੈ। ਜਦੋਂ ਸੁਖਬੀਰ ਸਿੰਘ ਬਾਦਲ ਉੱਥੇ ਗਏ ਤੇ ਉਹ ਕਹਿੰਦੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਰਾਉਣਾ ਹੈ ਤੇ ਉਹਦੀ ਥਾਂ ਦੇ ਉੱਤੇ ਰਵੀ ਕਿਰਨ ਸਿੰਘ ਕਾਹਲੋਂ ਨੂੰ ਜਿਤਾਉਣਾ ਹੈ। ਉਹ ਇਹ ਸਾਬਕਾ ਜਿਹੜੇ ਹੈਗੇ ਆਪਣੇ ਸਪੀਕਰ ਰਹੇ ਆ ਪੰਜਾਬ ਦੀ ਵਿਧਾਨ ਸਭਾ ਦੇ, ਨਿਰਮਲ ਸਿੰਘ ਕਾਹਲੋਂ, ਉਹਨਾਂ ਦੇ ਫਰਜ਼ੰਦ ਹੈ। ਤੇ ਉਹ ਬਜ਼ੁਰਗ ਨੇ ਮਾਈਕ ਫੜ ਲਿਆ, ਉਹ ਕਹਿੰਦੇ ਵੀ ਮੈਂ ਬਾਦਲ ਸਾਹਿਬ ਤੁਹਾਨੂੰ ਇੱਕ ਫਾਰਮੂਲਾ ਦਿੰਦਾ, ਤੁਸੀਂ ਉਹ ਫਾਰਮੂਲੇ ਤੇ ਅਮਲ ਕਰੋ ਤੇ ਹਰਾ ਦੇਂਗੇ ਅਸੀਂ। ਦੇਖੋ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਹੈ, ਇਹ ਪੰਜਾਬ ਦਾ ਗ੍ਰਹਿ ਮੰਤਰੀ ਵੀ ਹੈ, ਇਹ ਪੰਜਾਬ ਦਾ ਕੋਆਪਰੇਟਿਵ ਮਿਨਿਸਟਰ ਵੀ ਹੈ ਤੇ ਨਾਲ ਇਹਦੇ ਕੋਲੇ ਪੰਜਾਬ ਦੀਆਂ ਜੇਲ੍ਹਾਂ ਦਾ ਚਾਰਜ ਵੀ ਹੈ। 4 ਮਹਿਕਮੇ ਇਹਦੇ ਕੋਲੇ, 4 ਅਹੁਦੇ ਹੈ ਤੇ ਜੇ ਤੁਸੀਂ ਇਹਨੂੰ ਹਰਾਉਣਾ ਅਸੀਂ ਹਰਾ ਜਾਵਾਂਗੇ। ਸਾਡਾ ਜਿਹੜਾ ਕਾਹਲੋਂ ਸਾਹਿਬ ਹੈ, ਨੌਜਵਾਨ ਮੁੰਡਾ, ਇਹਨੂੰ ਹਰਾ ਦੂਗਾ, ਪਰ ਇੱਕ ਸ਼ਰਤ ਹੈ। ਇੱਥੇ ਅੱਜ ਹੀ ਐਲਾਨ ਕਰ ਦਿਓ ਕਿ ਜੇ ਸੁਖਜਿੰਦਰ ਸਿੰਘ ਰੰਧਾਵੇ ਨੂੰ 20,000 ਵੋਟਾਂ ਤੇ ਹਰਾਤਾ, ਫਿਰ ਤੁਸੀਂ ਇਹਨੂੰ ਡਿਪਟੀ ਮੁੱਖ ਮੰਤਰੀ ਵੀ ਬਣਾਓਗੇ, ਕਾਹਲੋਂ ਨੂੰ ਇਹਨੂੰ ਗ੍ਰਹਿ ਮੰਤਰੀ ਵੀ ਬਣਾਓਗੇ, ਇਹਨੂੰ ਕੋਆਪਰੇਟਿਵ ਮਹਿਕਮੇ ਦਾ ਤੇ ਜੇਲ੍ਹਾਂ ਦਾ ਚਾਰਜ ਵੀ ਦਿਓਗੇ। ਪਰ ਜੇ ਕਹਿੰਦੇ ਮਾਰਜਨ ਘੱਟ ਕੇ 15,000 ਰਹਿ ਗਿਆ, ਫਿਰ ਤੁਸੀਂ ਇਹ ਕਰੋ ਵੀ ਬਾਕੀ ਤਾਂ ਭਾਵੇਂ ਛੱਡ ਦਿਓ, ਡਿਪਟੀ ਮੁੱਖ ਮੰਤਰੀ ਵੀ ਨਾ ਬਣਾਇਓ, ਫਿਰ ਇਹਨੂੰ ਕੋਆਪਰੇਟਿਵ ਦਾ ਤੇ ਜੇਲ੍ਹਾਂ ਦਾ ਚਾਰਜ ਜ਼ਰੂਰ ਦੇ ਦਿਓ। ਇਹ ਕਹਿੰਦੇ ਜੀ ਜਦੋਂ ਉਹਨੇ ਦੇਤੇ ਤੇ ਫਿਰ ਮੁਸ਼ਕਲੀਆਂ ਹੱਸਿਆ ਸੁਖਬੀਰ ਸਿੰਘ ਬਾਦਲ ਵੀ, ਗੱਲ ਤਾਂ ਬਾਬਾ ਠੀਕ ਕਰਦਾ ਹੈ, ਪਰ ਸੁਖਬੀਰ ਸਿੰਘ ਬਾਦਲ ਤੋਂ ਜਿਹੜਾ ਉਹਦਾ ਮੰਗ ਲਿਆ ਬਾਬੇ ਨੇ, ਉਹ ਉਹਦਾ ਦੇਊਗਾ ਕਿਵੇਂ? ਉਹ ਹੈਗਾ ਜੀ ਗ੍ਰਹਿ ਵਿਭਾਗ ਦਾ। ਗ੍ਰਹਿ ਵਿਭਾਗ ਦੇ ਨੀਚੇ ਆਉਂਦੀ ਹੈ ਸਾਰੀ ਪੁਲਿਸ, DGP ਵੀ ਲਾਉਣਾ, SSP ਵੀ ਲਾਉਣਾ, ਕਮਿਸ਼ਨਰ ਵੀ ਲਾਉਣੇ, IG DIG ਵੀ ਲਾਉਣੇ ਹੈ। ਔਰ ਜਿਵੇਂ ਕਿ ਆਪਾਂ ਪਹਿਲਾਂ ਦੱਸ ਕੇ ਹਟੇ ਹਾਂ, ਇਹ ਮਲਾਈਦਾਰ ਆਉਂਦੇ ਆ, ਬੜੇ ਮਹਿੰਗੇ ਆਉਂਦੇ ਹੈ। ਇਹਨਾਂ ਅਹੁਦਿਆਂ ਦੀ ਕੀਮਤ 3-3 ਕਰੋੜ ਤੋਂ ਲੈ ਕੇ 5-5 ਕਰੋੜ ਤੱਕ ਚੱਲਦੀ ਹੈ। ਕਮਾਈ ਵਾਲਾ ਮਾਮਲਾ ਕਿਸੇ ਹੋਰ ਨੂੰ, ਰਵੀ ਕਰਨ ਸਿੰਘ ਕਾਹਲੋਂ ਨੂੰ ਦੇ ਦੇਣ, ਸੁਖਬੀਰ ਸਿੰਘ ਬਾਦਲ ਤਾਂ ਸਮਝ ਲੱਗਦਾ ਨਹੀਂ, ਪਰ ਉਹ ਹੱਸਿਆ ਜ਼ਰੂਰ ਮੁਸ਼ਕਲੀਏ। ਤੇ ਮੇਰਾ ਕਹਿਣਾ ਵੀ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਵੀ ਥੋੜਾ ਜਿਹਾ ਝਿਜਕ ਗਿਆ ਉਹਨਾਂ ਵੀ ਜੇ ਇਹਦੀਆਂ ਸ਼ਰਤਾਂ ਮੰਨ ਲਿਆ ਬਾਬੇ ਦੀਆਂ ਤਾਂ ਸਾਡੇ ਕੋਲ ਤਾਂ ਫਿਰ ਕੋਈ ਮਹਿਕਮਾ ਨਹੀਂ, ਜਿਹੜਾ ਮਹਿਕਮੇ ਸਾਰੇ ਵੰਡਣੇ ਪੈਣਗੇ। ਇਹ ਇੱਕ ਪਿਰਤ ਪੈ ਜਾਣੀ ਹੈ ਕਿ ਜਿਹੜਾ ਵੱਡੇ ਲੀਡਰ ਨੂੰ ਹਰਾਊਗਾ ਉਹਨੂੰ ਉਹਦਾ ਵੱਡਾ ਉਹਦਾ ਦਿੱਤਾ ਜਾਊਗਾ, ਉਹਦੇ ਬਾਲਾ ਦਿੱਤਾ ਜਾਊਗਾ।
ਇਸ ਕਰਕੇ ਸ਼ੋਰਟੀ ਤਾਂ ਉਹਨੇ ਕੋਈ ਦਿੱਤੀ ਨਹੀਂ, ਕੋਈ ਯਕੀਨ ਨਹੀਂ ਦਵਾਇਆ, ਹੱਸ ਕੇ ਤੁਰ ਜ਼ਰੂਰ ਗਏ ਜੀ। ਤਾਂ ਸਾਹਿਬ ਅਜੇ ਮਿਸ਼ਰਾ ਦੀ ਬਰਖਾਸਤੀ ਨੂੰ ਲੈ ਕੇ ਦੂਜੇ ਦਿਨ ਵੀ ਕਹਿੰਦੇ ਪਾਰਲੀਮੈਂਟ ਦੇ ਵਿੱਚ ਕੰਮਕਾਜ ਠੱਪ ਰਿਹਾ, ਕੀ ਆ ਲੱਗਦਾ ਤੁਹਾਨੂੰ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਊਗਾ? ਦੇਖੋ ਜੀ, ਕੱਲ ਰਾਜ ਸਭਾ 'ਚ ਵੀ ਕਾਰੋਬਾਰ ਠੱਪ ਰਿਹਾ ਸਾਰਾ ਦਿਨ। ਪਹਿਲਾਂ 2 ਵਾਰੀ ਰਾਜ ਸਭਾ ਵੀ ਮੁਲਤਵੀ ਕੀਤੀ, ਲੋਕ ਸਭਾ ਵੀ ਮੁਲਤਵੀ ਕੀਤੀ, ਤੇ ਫਿਰ ਸਾਰੇ ਦਿਨ ਲਈ ਦੋਨੇ ਸਦਨ ਉਠਾ ਦਿੱਤੇ ਸੀ। ਆਪੋਜੀਸ਼ਨ ਮੁਕੰਮਲ ਹੈ। ਜਿਹੜੀ ਪਹਿਲੇ ਦਿਨ ਪਰਸੋਂ ਰੌਲਾ ਪਿਆ ਸੀ, ਉਸ ਵੇਲੇ ਤ੍ਰਿਣਮੂਲ ਕਾਂਗਰਸ ਵਾਲੇ ਆਪੋਜੀਸ਼ਨ ਦੇ ਨਾਲ ਨਹੀਂ ਸੀ ਲੱਗੇ, ਲੇਕਿਨ ਕੱਲ ਤ੍ਰਿਣਮੂਲ ਕਾਂਗਰਸ ਵਾਲੇ ਵੀ ਲੱਗ ਗਏ। ਔਰ ਕੱਲ ਜਿਹੜਾ ਸ਼ੋਰ ਸ਼ਰਾਬਾ ਹੋਇਆ, ਉਸ ਸ਼ੋਰ ਸ਼ਰਾਬੇ ਦੀ ਅਗਵਾਈ ਰਾਹੁਲ ਗਾਂਧੀ ਨੇ ਕੀਤੀ ਹੈ, ਤੇ ਰਾਹੁਲ ਗਾਂਧੀ ਦੇ ਨਾਲ ਸਮੁੱਚੀ ਆਪੋਜੀਸ਼ਨ ਖੜੀ ਸੀ। ਇਹ ਤੋਂ ਇਲਾਵਾ ਪਹਿਲਾਂ ਤਾਂ ਪਾਰਲੀਮੈਂਟ ਦੇ ਵਿੱਚ ਹੀ ਰੌਲਾ ਪੈਂਦਾ ਸੀ, ਤੇ ਕੱਲ ਜਿਹੜੀ ਯੂਪੀ ਦੀ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪਿਆ, ਕਿਉਂਕਿ ਕਿਸਾਨ ਵੋਟ ਹੈ ਜਿਹੜੀ, ਕਿਸਾਨ ਵੋਟ ਲੈਣ ਵਾਸਤੇ ਸਾਰੇ ਲੋਕ ਤਰਲੋ ਮੱਛੀ ਹੈ। ਯੂਪੀ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਸਾਨਾਂ ਦਾ ਹੀ ਕਤਲ ਹੋਇਆ। ਕਿ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨ ਤੇ 1 ਪੱਤਰਕਾਰ ਮਾਰੇ ਗਏ। ਬਰਨਿੰਗ ਇਸ਼ੂ ਹੈ, ਭਖਤ ਦਾ ਮੁੱਦਾ ਹੈ। ਔਰ ਇਸ ਭਖਤ ਦੇ ਮੁੱਦੇ ਨੂੰ ਕੈਸ਼ ਕਰਾਉਣ ਵਾਸਤੇ ਨਾ ਤਾਂ ਹੁਣ ਅਖਿਲੇਸ਼ ਸਿੰਘ ਯਾਦਵ ਪਛਾਣ ਰਿਹਾ, ਤੇ ਨਾ ਹੀ ਰਿਹਾ ਜਯੰਤ ਚੌਧਰੀ। ਅਖਿਲੇਸ਼ ਸਿੰਘ ਯਾਦਵ ਦੀ ਪਾਰਟੀ ਦੇ ਸਮਾਜਵਾਦੀ ਪਾਰਟੀ ਦੇ ਇੱਕ ਮੈਂਬਰ ਨੇ ਕੱਲ ਯੂਪੀ ਦੀ ਵਿਧਾਨ ਸਭਾ 'ਚ ਵੀ ਖੌਰੂ ਪਾਇਆ ਹੈ, ਉਹਨੇ ਤੇ ਰੌਲਾ ਰੱਪਾ ਪਾਇਆ ਹੈ, ਔਰ ਉੱਥੇ ਵੀ ਡਿਮਾਂਡ ਕੀਤੀ ਗਈ ਹੈ ਕਿ ਇਹਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਹੈ, ਉਹ ਖਾਂਦੀ ਹੈ ਤੇ ਕੋੜੀ ਤੇ ਜੇ ਛੱਡਦੀ ਹੈ ਤਾਂ ਕਲੰਕੀ। ਜੇ ਤਾਂ ਹੁਣ ਉਹਨੂੰ ਕੱਢਦੇ ਆ ਤਾਂ ਫੇਰ ਇਹ ਲੱਗਣਾ ਹੈ ਕਿ ਕਮਜ਼ੋਰ ਪੈ ਗਏ ਜੀ, ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦਾ ਦਬਾਅ ਨਹੀਂ ਚੱਲ ਸਕਦੇ। ਪਰ ਅੱਗੇ ਚੋਣਾਂ ਆ ਗਈਆਂ, ਚੋਣਾਂ ਦੇ ਚੱਲਦਿਆਂ ਜਿਹੜੀ ਹੈਗੀ ਆ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਣਾ, ਕਿਉਂਕਿ ਯੂਪੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਹੈ ਫਿਰ ਉਹ ਆਪਣੇ ਰੰਗ ਦਿਖਾ ਦੇਣੇ। ਔਰ ਯੂਪੀ ਦੇ ਵਿੱਚ ਕਿਸਾਨ ਜਿਹੜੀ ਹੈ ਇੱਕ ਬੜੀ ਵੱਡੀ ਧਿਰ ਹੈ। ਕਿਸਾਨਾਂ ਦਾ ਬਹੁਤ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਅਸਰ ਸੂਗਾ। ਬਹੁਤ ਸਾਰੀਆਂ ਸੀਟਾਂ ਉਹ ਹੈ ਜਿੱਥੇ ਜਿੱਤ ਹਾਰ ਦਾ ਤਵਾਜ਼ਨ ਕਿਸਾਨਾਂ ਦੇ ਕੋਲੇ ਹੈ। ਇਸੇ ਲਈ ਹੁਣ ਉਹਨੂੰ ਬੁਲਾ ਤਾਂ ਲਿਆ ਸੀ ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਨੂੰ। ਕਸ਼ਮਕਸ਼ ਚੱਲ ਰਹੀ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਪੁੱਤ ਦੀ ਸਜ਼ਾ ਪਿਓ ਨੂੰ ਕਿਉਂ ਦਿੱਤੀ ਜਾਵੇ, ਪਰ ਦੂਜੇ ਪਾਸੇ ਗੱਲ ਕਾਂਗਰਸ ਪਾਰਟੀ ਵੱਲੋਂ ਤੇ ਆਪੋਜੀਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੁੱਤ ਨੇ ਜੋ ਕੁਛ ਕੀਤਾ ਹੈ, ਪੁੱਤ ਨੂੰ ਇਸ ਕੰਮ ਲਈ ਉਕਸਾਇਆ ਹੀ ਅਜੇ ਮਿਸ਼ਰਾ ਨੇ ਸੀ। ਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਕਿ ਮੇਰਾ ਪੁਰਾਣਾ ਕਿਰਦਾਰ ਕਰੈਕਟਰ ਦੇਖ ਲਓ ਕੀ ਹੈ, ਮੈਂ ਪਾਰਲੀਮੈਂਟ ਦਾ ਮੈਂਬਰ ਬਣ ਤੇ ਵਜ਼ੀਰ ਬਣ ਤੋਂ ਪਹਿਲਾਂ ਕੀ ਹੁੰਦਾ ਸੀ, ਤੁਸੀਂ ਉਹਦੇ ਵੱਲ ਜਰਾ ਨਿਗਾਹ ਮਾਰ ਲਓ। ਔਰ ਇਹ ਖਬਰਾਂ ਆ ਰਹੀਆਂ ਜੀ ਕਿ ਉਹਦੇ ਖਿਲਾਫ ਕਤਲ ਦਾ ਵੀ ਦੋਸ਼ ਲੱਗਿਆ ਹੋਇਆ ਹੈ, ਮੁਕੱਦਮਾ ਉਹ ਵੀ ਚੱਲ ਰਿਹਾ ਹੈ। ਔਰ ਉਹ ਬੰਦਾ ਹਿਸਟਰੀ ਸ਼ੀਟਰ ਵੀ ਰਿਹਾ ਹੈ। ਹਿਸਟਰੀ ਸ਼ੀਟਰ ਆਪਾਂ ਉਸ ਬੰਦੇ ਨੂੰ ਕਹਿੰਦੇ ਹਾਂ ਕਿ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੁੰਦਾ ਹੈ, ਜਿਹਦੇ ਤੇ ਪੁਲਿਸ ਨੂੰ ਨਿਗਾਹ ਰੱਖਣੀ ਪੈਂਦੀ ਹੈ ਤੇ ਉਹ ਬੰਦੇ ਦੀ ਸਾਰੀ ਹਿਸਟਰੀ ਸ਼ੀਟ ਤਿਆਰ ਕੀਤੀ ਜਾਂਦੀ ਹੈ। ਉਹ ਹਿਸਟਰੀ ਸ਼ੀਟਰ ਹੈ ਬੰਦਾ। ਔਰ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜਿਵੇਂ ਉਹਨੇ ਆਪਣੇ ਪੁਰਾਣੇ ਰਿਕਾਰਡ ਦਾ ਜ਼ਿਕਰ ਕੀਤਾ ਹੈ, ਤੇ ਉਹ ਜੇ ਪੁੱਤ ਨੂੰ ਉਕਸਾਇਆ ਤਾਂ ਹੀ ਪੁੱਤ ਨੇ ਇਹ ਕੁਛ ਕੀਤਾ ਹੈ। ਇਸ ਲਈ ਆਪੋਜੀਸ਼ਨ ਇਸ ਗੱਲ ਦੇ ਉੱਤੇ ਡਟੀ ਹੋਈ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਇਹਨੂੰ ਨਹੀਂ ਹਟਾਉਂਦੇ ਉਨੀ ਦੇਰ ਤੱਕ ਅਸੀਂ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲਣ ਦੇਵਾਂਗੇ। ਮੈਂ ਇੱਕੋ ਮਿਸਾਲ ਦੇਣਾ ਤੁਹਾਡੇ ਸਾਹਮਣੇ ਚਮਕੌਰ ਦੀ। ਪਵਨ ਬਾਂਸਲ ਭਾਰਤ ਦਾ ਰੇਲਵੇ ਮਿਨਿਸਟਰ ਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ। ਇਲਜ਼ਾਮ ਇਹ ਲੱਗ ਗਿਆ ਸੀ ਕਿ ਉਹਦੇ ਭਾਂਜੇ ਨੇ ਕਿਸੇ ਬੰਦੇ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਲਾਉਣ ਵਾਸਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਲਈ ਸੀ, ਔਰ ਉਹ ਰੈੱਡ ਹੈਂਡਡ ਫੜ ਲਿਆ ਸੀ CBI ਨੇ। ਰੈੱਡ ਹੈਂਡਡ ਫੜੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਭਾਣਜੇ ਨੇ ਤਾਂ ਹੀ ਪੈਸੇ ਲਏ ਆ ਜੇ ਮਾਮੇ ਤੋਂ ਕੰਮ ਕਰਾਉਣਾ ਸੀ, ਇਸ ਲਈ ਮਾਮੇ ਦਾ ਅਸਤੀਫਾ ਲਓ। ਤੇ ਡਾਕਟਰ ਮਨਮੋਹਨ ਸਿੰਘ ਨੇ ਉਹਦਾ ਅਸਤੀਫਾ ਲੈ ਲਿਆ ਸੀ ਪਵਨ ਬਾਂਸਲ ਦਾ। ਸੋ ਇਹ ਫਿਰ ਤਾਂ ਪਹਿਲਾਂ ਹੀ ਪਈ ਹੋਈ ਹੈ ਕਿ ਜੇ ਪੁੱਤ ਨੇ ਗੁਨਾਹ ਕੀਤਾ ਹੈ ਤੇ ਪੁੱਤ ਨੂੰ ਉਕਸਾਇਆ ਕਿਹਨੇ? ਬਾਪ ਨੇ। ਇਸ ਲਈ ਬਾਪ ਦਾ ਜਿਹੜਾ ਹੈ ਕੇਂਦਰੀ ਵਜ਼ੀਰ ਰਹਿਣਾ ਉਹ ਠੀਕ ਨਹੀਂ। ਇੱਕ ਆਪੋਜੀਸ਼ਨ ਦੀ ਡਿਮਾਂਡ ਹੈ, ਮੇਰਾ ਖਿਆਲ ਹੈ ਵੀ BJP ਨੂੰ ਮੰਨਣੀ ਪੈਣੀ ਹੈ ਜੀ। ਬਹੁਤ ਧੰਨਵਾਦ ਢੱਲੋਂ ਸਾਹਿਬ, ਆਪਣਾ ਸਮਾਂ ਅੱਜ ਦੇ ਸ਼ੋਅ ਦਾ ਇਹ ਸਮਾਪਤ ਹੋ ਗਿਆ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਅਹਿਮ ਸੁਰਖੀਆਂ ਦੇ ਨਾਲ। ਤਦ ਤੱਕ ਲਈ ਮੈਨੂੰ ਤੇ ਢੱਲੋਂ ਸਾਹਿਬ ਨੂੰ ਦਿਓ ਇਜਾਜ਼ਤ। ਧੰਨਵਾਦ।